ਅੱਜ ਦੇ ਵਿਸ਼ੇ ਵੱਲ ਨੂੰ ਚੱਲਦੇ ਹਾਂ ਤੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਬਲਦੇਵ ਮੁੱਟਾ ਹਨ। ਬਲਦੇਵ ਮੁੱਟਾ ਹੋਣਾ ਦੇ ਨਾਲ ਅਸੀਂ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬਾਕੀ ਪੰਜਾਬ ਦੀ ਰਾਜਨੀਤੀ ਦੀ ਗੱਲਬਾਤ ਉਨੀ ਕੀ ਕਰੀਏ ਹਾਂਜੀ ਜਿੰਨੀ ਕਿ ਤੁਸੀਂ ਇੱਕ ਕੰਨ ਰਸ ਦੇ ਹਿਸਾਬ ਦੇ ਨਾਲ ਸੁਣਨਾ ਚਾਹੁੰਦੇ ਹੋ। ਤੇ ਜੇ ਰੋਜ਼ਾਨਾ ਹੀ ਅਸੀਂ ਉਹੀ ਗੱਲਾਂ ਕਰੀ ਜਾਈਏ ਜਿਹੜੀਆਂ ਕਿ ਛੱਡ ਕੇ ਇੱਥੇ ਇਸ ਮੁਲਕ ਦੇ ਵਿੱਚ ਕੋਈ ਚੰਗਾ ਜੀਵਨ ਮੰਨਣ ਦੇ ਵਾਸਤੇ ਆਪਾਂ ਆਏ ਸੀਗੇ ਤੇ ਇੱਥੇ ਚੰਗਾ ਜੀਵਨ ਮੰਨਣ ਦਾ ਸੁਪਨਾ ਲੈ ਕੇ ਜੇ ਆਏ ਸੀ ਤੇ ਜੇ ਨਹੀਂ ਉਹ ਪ੍ਰਾਪਤ ਹੋਇਆ ਤੇ ਉਸ ਦੇ ਵਿੱਚ ਕਿਹੜੀਆਂ ਰੁਕਾਵਟਾਂ ਤੇ ਜਾਂ ਫਿਰ ਗਾਂਹ ਖਾਸ ਤੌਰ ਤੇ ਜਿਹੜੀ ਅਗਲੀ ਯੰਗ ਜਨਰੇਸ਼ਨ ਹੈ ਉਹਨਾਂ ਦੀਆਂ ਕਿਹੜੀਆਂ ਮੁਸ਼ਕਲਾਂ ਹਨ, ਅਸੀਂ ਉਹ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ। ਪਰ ਜੇ ਅਸੀਂ ਨਿਰੀਪੁਰੀ ਇੱਥੋਂ ਦੀ ਗੱਲ ਕਰੀ ਚੱਲੀਏ ਫਿਰ ਵੀ ਥੋੜ੍ਹਾ ਜਿਹਾ ਕਈ ਵਾਰੀ ਕਿੰਤੂ ਪਰੰਤੂ ਆਉਂਦਾ ਜੀ ਕਿ ਉੱਥੋਂ ਅਸੀਂ ਆਏ ਹਾਂ ਉੱਥੇ ਦੀ ਵੀ ਗੱਲ ਥੋੜ੍ਹੀ ਬਹੁਤ ਜ਼ਰੂਰ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਬਲੈਂਡ ਇੱਕ ਪ੍ਰੋਗਰਾਮ ਦੇ ਵਿੱਚ ਜੋ ਹੈ ਦਿੱਤਾ ਜਾਵੇ ਤਾਂ ਕਿ ਤੁਸੀਂ ਥੋੜ੍ਹਾ ਜਿਹਾ ਉੱਥੇ ਨਾਲ ਵੀ ਜੁੜੇ ਰਹੋ ਤੇ ਖਾਸ ਤੌਰ ਤੇ ਇੱਥੇ ਨਾਲ ਵੀ ਜੁੜੇ ਰਹੋ। ਬਲਦੇਵ ਮੁੱਟਾ ਜੀ, ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੁਹਾਡਾ। ਥੈਂਕ ਯੂ ਸਤਪਾਲ ਜੀ, ਤੇ ਆਪਣੇ ਸੁਰ ਸਾਗਰ ਟੈਲੀਵਿਜ਼ਨ ਤੇ ਜਿੰਨੇ ਵੀ ਸਰੋਤੇ ਦੇਖ ਰਹੇ ਆ ਉਹਨਾਂ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ। ਸੋ ਤੁਸੀਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ CEO ਹੋ, ਵੱਡੀ ਟੀਮ ਹੈ ਤੁਹਾਡੀ, ਬੜੀਆਂ ਸਾਰੀਆਂ ਮੁਸ਼ਕਲਾਂ ਤੇ ਤੁਸੀਂ ਕੰਮ ਕਰਦੇ ਰਹਿੰਦੇ ਹੋ ਤੁਹਾਡੀ ਟੀਮ ਲਗਾਤਾਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲ ਖਾਸ ਤੌਰ ਤੇ ਤੁਹਾਨੂੰ ਵਿਚਾਰਨ ਦੇ ਲਈ ਬੇਨਤੀ ਕੀਤੀ ਸੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਓ, ਉਹ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਬੇਰੁਜ਼ਗਾਰੀ, ਅਨਇੰਪਲੋਇਮੈਂਟ ਸਾਡੇ ਇਸ ਮੁਲਕ ਦੇ ਵਿੱਚ ਬੜੀ ਵੱਧ ਰਹੀ ਹੈ, ਭਾਵੇਂ ਦੁਨੀਆ ਭਰ ਦੇ ਵਿੱਚ ਹੀ ਵੱਧ ਰਹੀ ਹੈ। ਲੇਕਿਨ ਕਿ ਸਾਡੇ ਇਸ ਮੁਲਕ ਦੇ ਵਿੱਚ ਕੋਈ ਸਮਾਂ ਸੀਗਾ ਜਦੋਂ ਸਮਝਿਆ ਜਾਂਦਾ ਸੀਗਾ ਵੀ ਜੇ ਤੁਸੀਂ ਯੂਨੀਵਰਸਿਟੀ ਦੀ ਆਹ ਡਿਗਰੀ ਲੈ ਲਈ ਤੇ ਫਿਰ ਹਾਂਜੀ ਮਨ ਚਾਹੀ ਨੌਕਰੀ ਸਮਝੋ ਕਿ ਤੁਹਾਨੂੰ ਮਿਲ ਚੁੱਕੀ। ਹਾਂਜੀ, ਹੁਣ ਲੇਕਿਨ ਕਿ ਉਹ ਗੱਲ ਨਹੀਂ ਰਹੀ। ਹਾਂਜੀ, ਜਿਸ ਤਰ੍ਹਾਂ ਭਾਰਤ ਦੇ ਵਿੱਚ ਉੱਚ ਡਿਗਰੀਆਂ ਪ੍ਰਾਪਤ ਲੋਕ ਦਰ ਦੀਆਂ ਠੋਕਰਾਂ ਖਾ ਰਹੇ ਨੌਕਰੀਆਂ ਪ੍ਰਾਪਤ ਕਰਨ ਦੇ ਲਈ, ਉਹ ਹਾਲਾਤ ਸਾਡੇ ਇਸ ਮੁਲਕ ਦੇ ਵਿੱਚ ਵੀ ਬਣਦੇ ਜੀ। ਸੋ ਇਸ ਤਰੀਕੇ ਦੇ ਨਾਲ ਜਦੋਂ ਬਹੁਤ ਉੱਚੀ ਪੜ੍ਹਾਈ ਕਰਕੇ ਤੁਸੀਂ ਜੌਬ ਨਹੀਂ ਮਿਲਦੀ, ਬੇਰੁਜ਼ਗਾਰ ਹੁੰਦੇ ਹੋ ਤੇ ਇਸ ਦਾ ਸੰਬੰਧ ਹੈ ਤੁਹਾਡਾ ਮੈਂਟਲ ਹੈਲਥ ਦੇ ਨਾਲ ਵੀ। ਤੁਸੀਂ ਡਿਪਰੈਸ਼ਨ ਦੇ ਵਿੱਚ ਜਾ ਸਕਦੇ ਹੋ, ਕਈ ਸਾਰੀਆਂ ਦਿਮਾਗੀ ਅਲਾਮਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਕਿ ਅਸੀਂ ਇਹ ਵਿਸ਼ਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਰੱਖਿਆ ਕਿ ਅਨਇੰਪਲੋਇਮੈਂਟ ਤੇ ਮੈਂਟਲ ਹੈਲਥ, ਇਸ ਦਾ ਆਪਸ ਦੇ ਵਿੱਚ ਕਿੰਨਾ ਕੁ ਕੋਈ ਰਿਲੇਸ਼ਨ ਹੈ, ਕਿਸ ਤਰੀਕੇ ਦੇ ਨਾਲ ਇਹਨਾਂ ਦੇ ਸੈਂਟਰ ਦੇ ਵਿੱਚ ਜੇ ਇਸ ਕਿਸਮ ਦੀਆਂ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਲੋਕ ਆਉਂਦੇ ਨੇ ਉਹਨਾਂ ਦਾ ਹੱਲ ਹੋ ਸਕਦਾ ਹੈ। ਸੋ ਦੱਸੋ ਜੀ ਸਭ ਤੋਂ ਪਹਿਲਾਂ ਕਿ ਬੇਰੁਜ਼ਗਾਰੀ ਤੇ ਇਹ ਮੈਂਟਲ ਹੈਲਥ ਇਹਨਾਂ ਦਾ ਆਪਸ ਵਿੱਚ ਸੰਬੰਧ ਹੈਗਾ ਜੀ? ਸਤਪਾਲ ਜੀ, ਇਹਨਾਂ ਦਾ ਬਹੁਤ ਵੱਡਾ ਸੰਬੰਧ ਆ। ਜਿੰਨੀਆਂ ਵੀ ਰਿਸਰਚ ਸਟੱਡੀਜ਼ ਮੇਰੇ ਖਿਆਲ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਆਈਆਂ, ਉਹਨਾਂ ਨੇ ਡਾਇਰੈਕਟਲੀ ਇਹ ਇਸ ਚੀਜ਼ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਵੀ ਬੇਰੁਜ਼ਗਾਰੀ ਵੱਧਦੀ ਆ ਸਮਾਜ ਦੇ ਵਿੱਚ ਕੀ ਉਹਦੇ ਨਾਲ ਹੋਰ ਬਹੁਤ ਸਾਰੀਆਂ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਤੱਥ ਦੇ ਆਧਾਰ ਤੇ, ਕਿਉਂਕਿ ਆਪਾਂ ਨੂੰ ਸਿਰਫ ਰਿਸਰਚ ਦੇ ਤੌਰ ਤੇ ਗੱਲ ਕਰਨੀ ਚਾਹੀਦੀ ਆ, ਜਿਹੜੀਆਂ ਡਾਕੂਮੈਂਟਡ ਐਵੀਡੈਂਸ ਆਪਣੇ ਕੋਲੇ ਆ। ਇੱਕ ਤਾਂ ਕ੍ਰਾਈਮ ਵੱਧ ਜਾਂਦਾ ਜਦੋਂ ਬੇਰੁਜ਼ਗਾਰੀ ਵੱਧਦੀ ਆ, ਦੂਸਰੀ ਨਸ਼ਿਆਂ ਦਾ ਜਿਹੜੀ ਸੇਵਨ ਹੁੰਦਾ ਉਹ ਵੱਧ ਜਾਂਦਾ, ਔਰ ਤੀਸਰੀ ਮਾਨਸਿਕ ਪਰੇਸ਼ਾਨੀਆਂ ਵੱਧ ਜਾਂਦੀਆਂ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਡਾਇਰੈਕਟਲੀ ਇਹਨਾਂ ਦਾ ਰਿਲੇਸ਼ਨਸ਼ਿਪ ਬੇਰੁਜ਼ਗਾਰੀ ਦੇ ਨਾਲ ਆ, ਗਰੀਬੀ ਦੇ ਨਾਲ ਆ। ਸੋ ਇਸ ਕਰਕੇ ਜਦੋਂ ਵੀ ਇਹ ਬੇਰੁਜ਼ਗਾਰੀ ਵੱਧਦੀ ਆ ਤਿਉਂ ਇਹ ਤਿੰਨੋਂ ਹੀ ਚੀਜ਼ਾਂ ਵੱਧਦੀਆਂ ਨਜ਼ਰ ਆਉਂਦੀਆਂ। ਹੁਣ ਇਹ ਪ੍ਰੋਬਲਮ ਕਿੰਨੀ ਕੁ ਸੀਰੀਅਸ ਹੈ ਇਸ ਵੇਲੇ? ਇਸ ਵੇਲੇ ਕੈਨੇਡਾ ਦੇ ਵਿੱਚ ਕਾਫੀ ਸੀਰੀਅਸ ਆ। ਸਿਰਫ 1 ਜਾਂ 2 ਪ੍ਰੋਵਿੰਸਿਸ ਹੈਗੇ ਆ ਜਿੱਥੇ ਉਹਨਾਂ ਨੇ ਅਨਾਊਂਸ ਕੀਤਾ ਹੋਇਆ ਕਿ ਸਾਡੇ ਕੋਲੇ ਆਹ ਬੰਦਿਆਂ ਦੀ ਸ਼ਾਰਟੇਜ ਆ, ਪਲੀਜ਼ ਤੁਸੀਂ ਅਗਰ ਆ ਕੇ ਅਗਰ ਤੁਹਾਡੇ ਕੋਲੇ ਆਹ ਐਕਸਪੀਰੀਅੰਸ ਆ। ਅਲਬਰਟਾ ਇੱਕ ਹੈਗਾ, ਸਸਕੈਚੁਅਨ ਆ, ਕੁਛ ਹੱਦ ਤੱਕ ਉਹ ਕਹਿੰਦੇ ਮੈਨੀਟੋਬਾ 'ਚ ਵੀ ਕੁਛ ਸਰਟਨ ਜੌਬਸ ਹੈਗੀਆਂ। ਲੇਕਿਨ ਜਿਹੜੇ ਪ੍ਰੋਵਿੰਸ 'ਚ ਆਪਾਂ ਓਨਟੇਰੀਓ ਦੇ ਵਿੱਚ ਉਹਦੇ 'ਚ ਕਾਫੀ ਹੱਦ ਤੱਕ ਜਿਹੜੀਆਂ ਮੈਨੂਫੈਕਚਰਿੰਗ ਜੌਬਸ ਆ ਬੜੀਆਂ ਔਖੀਆਂ ਮਿਲਦੀਆਂ। ਤੇ ਔਰ ਜਾਨੀ ਜਿਹੜੀਆਂ ਸਰਵਿਸ ਇੰਡਸਟਰੀਜ਼ ਹੈਗੀਆਂ ਜਿਵੇਂ ਰੈਸਟੋਰੈਂਟਸ ਹੋਏ, ਜਿਵੇਂ ਟਿਮ ਹਾਰਟਨਸ ਹੋਏ, ਇਹਦੇ 'ਚ ਐਂਟਰੀ ਲੈਵਲ ਪੋਜੀਸ਼ਨਸ ਮਿਲਦੀਆਂ, ਪਰ ਇਹਨਾਂ ਐਂਟਰੀ ਲੈਵਲ ਪੋਜੀਸ਼ਨ ਨਾਲ ਪਰਿਵਾਰ ਨਹੀਂ ਚੱਲ ਸਕਦਾ। ਤੇ ਜਿਹੜੀ ਤੁਸੀਂ ਓਪਨਿੰਗ ਸਟੇਟਮੈਂਟ ਦਿੱਤੀ ਸੀ ਕਿ ਜੇ ਮੈਂ ਮਤਲਬ ਕਿ BA ਕਰ ਲਈ ਜਾਂ ਮੈਂ ਮਾਸਟਰਸ ਕਰ ਲਈ, ਉਸ ਤੋਂ ਬਾਅਦ ਅਗਰ ਮੈਨੂੰ ਟਿਮ ਹਾਰਟਨਸ ਦੇ ਵਿੱਚ ਹੀ ਟੈਂਪਰੇਰੀ ਜੌਬ ਕਰਨੀ ਪੈਂਦੀ ਆ ਤਾਂ ਫਿਰ ਮੇਰੇ ਤੋਂ ਐਡਜਸਟ ਨਹੀਂ ਹੁੰਦਾ। ਇੱਕ ਅਨਪੜ੍ਹ ਬੰਦਾ ਜਾਂ ਗ੍ਰੇਡ 12 ਕਰਕੇ ਇੱਕ ਬੱਚਾ ਤਾਂ ਟਿਮ ਹਾਰਟਨ 'ਚ ਕੰਮ ਕਰਦਾ ਕਿਉਂਕਿ ਉਹ ਕਹਿੰਦਾ ਕੋਈ ਨਹੀਂ ਮੇਰੀ ਤਾਂ ਟੈਂਪਰੇਰੀ ਜੌਬ ਆ, ਮੈਂ ਮਤਲਬ ਕੋਈ ਸਾਰੀ ਉਮਰ ਤਾਂ ਨਹੀਂ ਕਰਨਾ। ਪਰ ਜਦੋਂ ਇੱਕ ਇਨਸਾਨ BA ਕਰਕੇ ਜਾਂ ਮਾਸਟਰਸ ਕਰਕੇ ਉਹਨੂੰ ਜਦੋਂ ਜੌਬ ਨਹੀਂ ਮਿਲਦੀ ਲੇਕਿਨ ਉਹਨੂੰ ਕੁਛ ਤਾਂ ਕਮਾਉਣਾ ਪੈਂਦਾ, ਉਹ ਜਦੋਂ ਜਾਂਦਾ ਉਹਦੀਆਂ ਫਰਸਟ੍ਰੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ। ਔਰ ਦੇਖਣ ਵਿੱਚ ਆਇਆ ਕਿ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ, ਡਿਪਰੈਸ਼ਨ ਵੀ ਹੋ ਸਕਦਾ, ਜਾਂ ਹੋਰ ਇਹੋ ਜਿਹੀਆਂ ਦਿਮਾਗ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਹੋਰ ਪਰੇਸ਼ਾਨੀਆਂ ਹੋ ਸਕਦੀਆਂ। ਤੇ ਐਟ ਦਾ ਸੇਮ ਟਾਈਮ ਉਹਨਾਂ ਨੂੰ
ਕੁਛ ਨਾ ਕੁਛ ਐਡਿਕਸ਼ਨ ਦੇ ਨਾਲ ਵੀ ਕੁਛ ਸੰਬੰਧਿਤ ਮੁਸ਼ਕਲਾਂ ਹੋ ਸਕਦੀਆਂ। ਠੀਕ ਹੈ ਜੀ। ਅੱਛਾ, ਇਹ ਦੇਖੋ ਉੱਥੇ ਭਾਰਤ ਦੇ ਵਿੱਚ ਆਪਾਂ ਇਹ ਗੱਲ ਸੁਣਦੇ ਹੁੰਦੇ ਸੀਗੇ ਵੀ ਜਦੋਂ ਫਰਜ਼ ਕਰੋ ਕੋਈ ਚਪੜਾਸੀ ਦੀ ਵੀ ਜੌਬ ਨਿਕਲੀ ਆ, ਜਿੱਦਾਂ ਕਿ ਹੁਣੇ ਚੰਡੀਗੜ੍ਹ ਨਿਕਲੀਆਂ ਸੀਗੀਆਂ, ਹਾਂਜੀ, ਉਹਨਾਂ ਨੇ ਥੋੜ੍ਹੇ ਜਿਹੇ ਰੱਖਣੇ ਸੀਗੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਅਪਲਾਈ ਕੀਤਾ, ਉਹਨਾਂ ਨੇ ਕਿਹਾ ਸੀ ਵੀ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਆ ਜੀ। ਉੱਥੇ ਚਲ ਗਏ PhD MA ਪਾਸ BA ਪਾਸ ਹੈ ਜੀ, ਇਹੋ ਜਿਹੇ ਲੋਕਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਪਲਾਈ ਕੀਤਾ। ਸੋ ਇਹ ਤਾਂ ਲੇਕਿਨ ਕਿ ਉੱਥੋਂ ਦੀ ਗੱਲ ਹੋ ਗਈ, ਪਰ ਹੁਣ ਇੱਥੇ ਆਪਣੇ ਦੇਸ਼ 'ਚ ਵੀ ਇੱਦਾਂ ਹੋਣ ਲੱਗ ਗਿਆ ਵੀ ਜਿਹੜੀ ਜੌਬ ਵਾਸਤੇ ਜਿੰਨੀ ਕੁ ਕੁਆਲੀਫਿਕੇਸ਼ਨ ਦੀ ਲੋੜ ਆ, ਆਮ ਤੌਰ ਤੇ ਓਵਰ ਕੁਆਲੀਫਾਈਡ ਲੋਕ ਜਿਹੜੇ ਆ ਉਹ ਮਾੜੀਆਂ ਜੌਬਾਂ ਲਈ ਵੀ ਅਪਲਾਈ ਕਰਨ ਲੱਗ ਗਏ। ਬਿਲਕੁਲ, ਚਾਹੇ ਉਹ ਆਪਣੀਆਂ ਜਿਹੜੀਆਂ ਸਰਵਿਸ ਇੰਡਸਟਰੀਜ਼ ਹੈਗੀ ਆ, ਚਾਹੇ ਉਹ ਆਫਿਸ ਦੇ ਵਿੱਚ ਹੈਗੇ ਆ, ਜਾਂ ਉਹ ਮੈਨੂਫੈਕਚਰਿੰਗ ਚ ਸੈਕਟਰ 'ਚ ਆ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜੇ ਹਾਈਲੀ ਕੁਆਲੀਫਾਈਡ ਆ, ਅਗਰ ਮਤਲਬ ਕਿ ਕੋਈ ਬੰਦਾ ਹਾਈਲੀ ਕੁਆਲੀਫਾਈਡ ਕੋਈ ਜੌਬ ਹੈਗੀ ਆ ਉਹ ਕਾਲਜ ਡਿਪਲੋਮਾ ਵਾਲੀ ਆ, ਕੋਈ ਬੰਦਾ ਜਦੋਂ PhD ਆ ਉਹਨੂੰ ਇਸ ਕਰਕੇ ਨਹੀਂ ਰੱਖਿਆ ਜਾਂਦਾ ਕਿਉਂਕਿ ਉਹ ਓਵਰ ਕੁਆਲੀਫਾਈਡ ਆ, ਤੇ ਜਿਹੜਾ EMPLOYER ਆ ਉਹ ਇਹ ਦੇਖਦਾ ਯਾਰ ਮੈਂ PhD ਵਾਲੇ ਨੂੰ ਕਿਵੇਂ ਰੱਖੂੰਗਾ, ਮੇਰੇ ਕੋਲੇ ਆਪ ਦੇ ਕੋਲੇ PhD ਹੈ ਨਹੀਂ, ਇਹ ਤਾਂ ਯੂਥ ਨਾਲ ਜ਼ਿਆਦਾ ਪੜ੍ਹੇ, ਫਿੱਟ ਕਿਵੇਂ ਕਰਾਂਗੇ ਅਸੀਂ, ਸਾਡੀ ਟੀਮ 'ਚ ਹੀ ਨਹੀਂ ਇਹ ਫਿੱਟ ਹੋਣਾ ਵਿਚਾਰਾ। ਹੁਣ ਉਹਦਾ ਵਿਚਾਰੇ ਦਾ ਕਸੂਰ ਨਹੀਂਗਾ ਵੀ ਉਹ ਇੰਨਾ ਪੜ੍ਹ ਗਿਆ, ਠੀਕ ਹੈ, ਲੇਕਿਨ ਜੌਬ ਤਾਂ ਉਹਨੂੰ ਵੀ ਚਾਹੀਦੀ ਆ। ਉਹ ਕਹਿੰਦਾ ਮੈਂ ਕੰਮ ਕਰਨ ਵਾਸਤੇ ਤਿਆਰ ਆ, ਮੈਨੂੰ ਕੋਈ ਮੇਰੀ PhD ਦਾ ਕੋਈ ਤੁਸੀਂ ਫਿਕਰ ਨਾ ਕਰੋ। ਔਰ ਵਾਕਿਆ ਹੀ ਜਿਹਦੇ ਕੋਲੇ ਇੰਨਾ ਵਾਸਟ ਨੌਲੇਜ ਆ ਤੇ ਉਹਦੇ ਕੋਲੇ ਟਰਾਂਸਫਰੇਬਲ ਸਕਿੱਲਸ ਵੀ ਹੁੰਦੀਆਂ, ਸੋ ਇਸ ਕਰਕੇ ਉਹ ਸਭ ਹੋਰ ਜ਼ਿਆਦਾ ਫਰਸਟ੍ਰੇਸ਼ਨ ਹੁੰਦੀ ਆ ਕਿ ਉਹਨਾਂ ਦੀ ਪੜ੍ਹਾਈ ਰੁਕਾਵਟ ਬਣ ਜਾਂਦੀ ਆ ਜੌਬ ਲੈਣ ਦੇ ਵਿੱਚ। ਠੀਕ ਹੈ ਜੀ। ਆਮ ਤੌਰ ਤੇ ਦੇਖੋ ਇਹ ਆਪਾਂ ਸਮਝਦੇ ਸੀਗੇ ਵੀ ਮੇਨ ਸਟਰੀਮ ਦੇ ਵਿੱਚ ਇਸ ਕਿਸਮ ਦੀ ਸਮੱਸਿਆ ਜ਼ਿਆਦੀ ਆ ਵੀ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਹੁਣ ਅਨਐਮਪਲੋਇਮੈਂਟ ਕਾਫੀ ਵੱਧ ਰਹੀ ਆ, ਪਰ ਸਾਡੇ ਕਹਿ ਲਓ ਕਿ ਜਿਹੜੀਆਂ ਮਾਈਨੋਰਿਟੀਜ਼ ਆ ਜਾਂ ਜਿੰਨੇ ਵੀ ਰੰਗਦਰ ਆਪਾਂ ਸਾਊਥ ਏਸ਼ੀਅਨ ਲਾ ਲਓ, ਅਫਰੀਕਨ ਨਸਲ ਦੇ ਲੋਕ ਲਾ ਲਓ, ਉਹਨਾਂ ਦੀ ਸਮੱਸਿਆ ਤਾਂ ਇੱਕ ਇਹ ਹੋਰ ਵਾਧੂ ਹੁੰਦੀ ਆ ਵੀ ਉਹ ਇੱਥੋਂ ਤੋਂ ਨਹੀਂ ਹੈਗੇ ਜਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਕਈ ਵਾਰੀ ਜਿਸ ਤਰ੍ਹਾਂ ਮੇਨ ਸਟਰੀਮ ਦੇ ਲੋਕਾਂ ਨੂੰ ਜ਼ਿਆਦਾ ਹੱਸ ਕੇ ਕਈ ਵਾਰੀ ਹੈ ਜੀ ਉਹਨਾਂ ਨੂੰ ਜੌਬ ਵਗੈਰਾ ਦੇ ਦਿੱਤੀ ਜਾਂਦੀ ਹੈ। ਪਰ ਇਹ ਫਿਰ ਤੁਸੀਂ ਕਿਹਾ ਕਿ ਕਾਫੀ ਗੰਭੀਰ ਸਮੱਸਿਆ ਹੈ, ਸਾਡੀ ਕਮਿਊਨਿਟੀ ਦੇ ਵਿੱਚ ਕਿੰਨੀ ਕੁ ਸੀਰੀਅਸ ਹੈ ਇਹ? ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜਾਣੀ ਅਨਐਮਪਲੋਇਮੈਂਟ ਦਾ ਵਿਸ਼ਾ ਬਹੁਤ ਸੀਰੀਅਸ ਆ। ਇੱਕ ਤਾਂ ਆਪਾਂ ਨੂੰ ਜੌਬ ਆਪਾਂ ਕਹਿ ਸਕਦੇ ਹਾਂ ਵੀ ਸਾਨੂੰ ਜੌਬ ਇਸ ਕਰਕੇ ਨਹੀਂ ਮਿਲੀ ਕਿ ਜਨਰਲੀ ਪੂਰੇ ਓਨਟੇਰੀਓ ਪ੍ਰੋਵਿੰਸ ਦੇ ਵਿੱਚ ਆਰਥਿਕ ਮੰਦਾ ਚੱਲ ਰਿਹਾ, ਉਹਦੇ ਕਰਕੇ ਜੌਬਾਂ ਹੈ ਨਹੀਂ, ਤਾਂ ਕਰਕੇ ਸਾਨੂੰ ਜੌਬ ਨਹੀਂ ਮਿਲੀ। ਇਹ ਤਾਂ ਦਿਮਾਗ ਮੰਨਦਾ, ਲੇਕਿਨ ਉਦੋਂ ਦਿਮਾਗ ਨਹੀਂ ਮੰਨਦਾ ਜਦੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਅਸੀਂ ਕੁਆਲੀਫਾਈਡ ਸੀਗੇ ਲੇਕਿਨ ਸਾਨੂੰ ਰੰਗ ਦੇ ਕਰਕੇ ਜਾਂ ਸਾਡਾ ਐਕਸੈਂਟ ਨਹੀਂ ਸੀ ਵਧੀਆ, ਜਾਂ ਸਾਡਾ ਨਾਂ ਵੱਖਰਾ ਹੋਣ ਕਰਕੇ ਸਾਡਾ ਰੈਜ਼ੂਮੇ ਪਿਕ ਨਹੀਂ ਕੀਤਾ ਗਿਆ, ਜਾਂ ਸਾਡਾ ਰੈਜ਼ੂਮੇ ਦੇ ਵਿੱਚ ਅਸੀਂ ਉਹ ਚੀਜ਼ ਨਹੀਂ ਲਿਖ ਸਕੇ ਜਿਹੜੀ ਸਾਨੂੰ ਲਿਖਣੀ ਚਾਹੀਦੀ ਸੀ, ਉਸ ਕਰਕੇ ਨਹੀਂ ਸਾਨੂੰ ਡਿਨਾਈ ਕੀਤਾ ਗਿਆ ਜਾਂ ਸਾਡੀ ਉਹਨੂੰ ਸਿਲੈਕਟ ਨਹੀਂ ਕੀਤਾ ਗਿਆ। ਸੋ ਆ ਜਿਹੜੀਆਂ ਇਹਨਾਂ ਨੂੰ ਅਸੀਂ ਉਸ ਕੈਟੇਗਰੀ 'ਚ ਪਾਉਂਦੇ ਹਾਂ ਜਿਹਦੇ 'ਚ ਕਿ ਆਪਣੀ ਕਮਿਊਨਿਟੀ ਨੂੰ ਬੜਾ ਨੌਲੇਜ ਨਹੀਂ, ਉਹਨੂੰ ਅਸੀਂ ਕਹਿੰਦੇ ਹਾਂ ਸਿਸਟੈਮਿਕ ਡਿਸਕ੍ਰਿਮੀਨੇਸ਼ਨ। ਅੱਛਾ ਜੀ। ਜਿਹੜਾ ਤਾਂ ਹੈਗਾ ਵੈਸੇ ਡਿਸਕ੍ਰਿਮੀਨੇਸ਼ਨ, ਜਾਨੀ ਕੋਈ ਬੰਦਾ ਆਪਾਂ ਨੂੰ ਕਵੇ ਵੀ ਗੋ ਬੈਕ ਟੂ ਯੂਰ ਓਨ ਕੰਟਰੀ, ਉਹ ਆਪਾਂ ਨੂੰ ਰੇਸਿਜ਼ਮ ਸਮਝ ਆ ਜਾਂਦਾ, ਠੀਕ ਹੈ, ਕਿਉਂਕਿ ਉਹ ਸਿੱਧਾ ਪਰਸਨਲ ਆ। ਜਿਹੜਾ ਹੈਗਾ ਸਿਸਟੈਮਿਕ, ਜਿਹੜੀ ਆਰਗੇਨਾਈਜੇਸ਼ਨ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਆ, ਉਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ, ਠੀਕ ਹੈ, ਕਿਉਂਕਿ ਉਹ ਜਦੋਂ ਤੁਹਾਨੂੰ ਇੰਟਰਵਿਊ ਕਰਦੇ ਆ, ਚਾਹੇ ਉਹ ਸੁਪਰਵਾਈਜ਼ਰ ਲਈ ਕਰਨ, ਚਾਹੇ ਉਹ ਐਂਟਰੀ ਲੈਵਲ ਪੋਜੀਸ਼ਨ ਲਈ ਕਰਨ, ਚਾਹੇ ਇੱਕ ਡਿਪਾਰਟਮੈਂਟ 'ਚੋਂ ਦੂਜੇ ਡਿਪਾਰਟਮੈਂਟ 'ਚ ਟਰਾਂਸਫਰ ਕਰਨ ਲਈ ਕਰਨ, ਚਾਹੇ ਪ੍ਰਮੋਸ਼ਨ ਲਈ ਕਰਨ, ਉਹਨਾਂ ਕੋਲੇ ਬਹੁਤ ਸਾਰੇ ਡਿਫਰੈਂਟ ਐਕਸਕਿਊਜ਼ ਹੁੰਦੇ ਆ ਇਹ ਕਹਿਣ ਵਾਸਤੇ ਕਿ ਸੌਰੀ ਤੁਸੀਂ ਸਾਡੀ ਟੀਮ 'ਚ ਨਹੀਂ ਫਿੱਟ, ਅੱਛਾ ਜੀ, ਸੌਰੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਹੀਂਗਾ ਇਹ, ਤਾਂ ਉਹਦੇ ਕਰਕੇ। ਸੋ ਜੇ ਆਪਾਂ ਉਸ ਚੀਜ਼ ਨੂੰ ਵੀ ਦੇਖੀਏ, ਉਹ ਵੀ ਮਾਨਸਿਕ ਤੌਰ ਤੇ ਬੜਾ ਜ਼ਿਆਦਾ ਸਟ੍ਰੈਸ ਕ੍ਰੀਏਟ ਕਰਦੀ ਆ ਲੋਕਾਂ ਦੇ ਵਿੱਚ। ਅੱਛਾ, ਸੋ ਬਹੁਤ ਸਾਰੀਆਂ ਜਿਹੜੀਆਂ ਜਿਵੇਂ ਆਪਣੇ ਕੇਸ ਸਾਹਮਣੇ ਆਏ ਆ, ਜਿਵੇਂ ਪੀਲ ਡਿਸਟ੍ਰਿਕਟ ਸਕੂਲ ਬੋਰਡ 'ਚ ਪ੍ਰਿੰਸੀਪਲਸ ਨੂੰ ਪ੍ਰਮੋਸ਼ਨਸ ਨਹੀਂ ਮਿਲੀਆਂ, ਪੀਲ ਰੀਜਨਲ ਪੁਲਿਸ 'ਚ ਆਪਣੇ ਜਿਹੜੇ ਹੈਗੇ ਆ ਸਾਊਥ ਏਸ਼ੀਅਨ ਮੂਲ ਤੇ ਪੁਲਿਸ ਆਫੀਸਰਸ, ਉਹਨਾਂ ਦੀਆਂ ਪ੍ਰਮੋਸ਼ਨਸ ਨਹੀਂ ਹੋਈਆਂ। ਇਸੇ ਤਰ੍ਹਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ 'ਚ ਬਹੁਤ ਸਾਰੀਆਂ ਐਸੀਆਂ 'ਚ ਨਹੀਂ ਹੋਈਆਂ। ਸੋ ਕਹਿਣ ਤੋਂ ਮੇਰਾ ਭਾਵ ਆ, ਈਵਨ ਇੱਕ ਰਿਸਰਚ ਰਿਪੋਰਟ ਟੋਰਾਂਟੋ ਦੀ ਆ ਕਿ ਜਿਹੜੇ ਨਾਨ ਪ੍ਰੋਫਿਟ ਸੈਕਟਰ ਆ ਜੀ, ਉਹਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਆ, ਉੱਥੇ ਵੀ ਕਹਿੰਦੇ ਡਿਸਕ੍ਰਿਮੀਨੇਸ਼ਨ ਆ, ਉੱਥੇ ਵੀ ਵਿਜ਼ੀਬਲ ਮਾਈਨੋਰਿਟੀ ਨੂੰ ਅਪਰਚੂਨਿਟੀ ਨਹੀਂ ਦਿੱਤੀ ਜਾਂਦੀ ਕਿ ਉਹ ਬੋਰਡ ਆਫ ਡਾਇਰੈਕਟਰ 'ਤੇ, ਹਾਲਾਂਕਿ ਵੋਲੰਟੀਅਰ ਪੋਜੀਸ਼ਨਸ ਆ, ਉੱਥੇ ਵੀ ਉਹ ਮਤਲਬ ਕਿ ਨਹੀਂ ਦਿੱਤਾ ਜਾਂਦਾ। ਔਰ ਟੋਰਾਂਟੋ ਵਰਗੇ ਸ਼ਹਿਰ 'ਚ, ਹਾਲਾਂਕਿ ਪੀਲ 'ਚ ਤਾਂ ਅਸੀਂ ਮੰਨ ਸਕਦੇ ਹਾਂ ਵੀ ਹਾਂ ਇੱਥੇ ਜਿਹੜੀ ਹਜੇ ਵੀ ਜਿਹੜੀ ਜਾਣੀ ਡੋਮੀਨੈਂਟ ਕਮਿਊਨਿਟੀ ਆ, ਉਹ ਬੋਰਡ 'ਤੇ ਉਹਨਾਂ ਦੀ ਜ਼ਿਆਦਾ ਰੈਪਰੈਜ਼ੈਂਟੇਸ਼ਨ ਆ, ਲੇਕਿਨ ਟੋਰਾਂਟੋ ਵਰਗੇ ਸ਼ਹਿਰ 'ਚ ਵੀ
ਉਦੋਂ ਆਪਾਂ ਨੂੰ ਫਿਰ ਥੋੜੀ ਜੀ ਸਮਝਣਾ ਚਾਹੀਦਾ ਐਜ਼ ਏ ਕਮਿਊਨਿਟੀ ਮੈਚੁਰ ਹੋ ਕੇ ਵੀ ਓਕੇ ਇਹ ਜੇ ਸਿਸਟੈਮਿਕ ਡਿਸਕ੍ਰਿਮੀਨੇਸ਼ਨ ਆ ਤਾਂ ਇਹ ਗੁੱਸਾ ਹੋ ਕੇ ਨਿਰਾਸ਼ ਹੋ ਕੇ ਉਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਇਹ ਪਾਲਿਸੀਜ਼ ਨਾਲ ਸਿਸਟਮੈਟਿਕਲੀ ਪੂਰੀ ਕਮਿਊਨਿਟੀ ਬੜੇ ਲੌਜੀਕਲ ਤਰੀਕੇ ਦੇ ਨਾਲ ਲੜ ਕੇ ਤੇ ਸੰਘਰਸ਼ ਕਰਕੇ ਤੇ ਇਹਨਾਂ ਦੀਆਂ ਉਹ ਸਟਰਕਚਰ ਚੇਂਜ ਕੀਤਾ ਜਾ ਸਕਦਾ। ਆਮ ਤੌਰ ਤੇ ਨਾ ਸਾਡੇ ਜੋ ਕਮਿਊਨਿਟੀ ਦੇ ਵਿੱਚ ਲੋਕ ਹਨ ਆਪਣੇ ਆਪ ਨੂੰ ਜੁੱਸੇ ਪੱਖੋਂ ਵੀ, ਸਰੀਰਕ ਪੱਖੋਂ ਵੀ, ਮਨੋਵਿਗਿਆਨਕ ਪੱਖੋਂ ਵੀ, ਸਾਈਕੋਲੋਜੀਕਲੀ ਜਲਦੀ ਕਿਤੇ ਮੰਨਦੇ ਨਹੀਂਗੇ ਵੀ ਉਹਨਾਂ ਨੂੰ ਕੁਝ ਹੋ ਗਿਆ, ਉਹ ਮੈਂਟਲੀ ਇਲ ਹੋ ਗਏ ਹੋਣਗੇ। ਸਪੈਸ਼ਲੀ ਇਹ ਗੱਲ ਰਿਕੋਗਨਾਈਜ਼ ਨਹੀਂ ਕੀਤੀ ਜਾਂਦੀ, ਇਗਨੋਰੈਂਸ ਬਹੁਤ ਵੱਡੀ ਹੁੰਦੀ ਆ। ਸੋ ਇਹੀ ਸਮਝਿਆ ਜਾਂਦਾ ਕਿ ਲੈ ਤੈਨੂੰ ਤਾਂ ਕੁਝ ਵੀ ਨਹੀਂ ਹੋਇਆ, ਦੇਖਣ ਨੂੰ ਤਾਂ ਤੂੰ ਬੜੀ ਸੋਹਣੀ ਆ, ਤੂੰ ਬੜਾ ਸੋਹਣਾ ਆ, ਤੂੰ ਠੀਕ ਠਾਕ ਲੱਗਦਾ ਆ, ਤੂੰ ਠੀਕ ਠਾਕ ਆ। ਸੋ ਇਹ ਜਿਹੜੀ ਇਗਨੋਰੈਂਸ ਹੈ ਸਾਡੀ ਕਮਿਊਨਿਟੀ ਦੇ ਵਿੱਚ, ਇਸ ਦੇ ਬਾਰੇ ਦੱਸੋ। ਹਾਂਜੀ, ਇੱਕ ਸਤਪਾਲ ਜੀ, ਇੱਕ ਤਾਂ ਇਗਨੋਰੈਂਸ ਦੇ ਨਾਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਦੂਸਰਾ ਮੇਰਾ ਖਿਆਲ 'ਚ ਅੰਦਰੂਨੀ ਤੌਰ ਤੇ ਡਰ ਵੀ ਆ ਵੀ ਸਾਡੇ ਤੇ ਲੇਬਲ ਨਾ ਲੱਗ ਜੇ ਵੀ ਹੈ ਤੈਨੂੰ ਤੂੰ ਪਾਗਲ ਹੋ ਗਿਆ। ਹੁਣ ਸਟ੍ਰੈਸ ਹੋ ਜਾਂਦਾ, ਮੈਨੂੰ ਸਟ੍ਰੈਸ ਤਕਰੀਬਨ 24 ਘੰਟੇ ਰਹਿੰਦਾ ਕਿਉਂਕਿ ਮੇਰਾ ਕੰਮ ਹੀ ਇਹੋ ਜਿਹਾ। ਮੇਰਾ ਕੰਮ ਹੈਗਾ ਉਹਨਾਂ ਲੋਕਾਂ ਨੇ ਮੇਰੇ ਕੋਲੇ ਆਉਣਾ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨੀ ਆ। ਹੁਣ ਜੇ ਕਿਸੇ ਬੰਦੇ ਨੂੰ ਪੁਲਿਸ ਨੇ ਰੋਕ ਲਿਆ ਔਰ ਉਹਦਾ ਡਰਾਈਵਰਸ ਲਾਇਸੈਂਸ ਲੈਤਾ, ਉਹਨੇ ਤਾਂ ਭੱਜ ਕੇ ਆਣਾ ਕਿਉਂਕਿ ਉਹਦੀ ਵਿਚਾਰੇ ਦੀ ਰੋਜ਼ੀ ਰੋਟੀ ਰੁਕੀ ਆ ਔਰ ਉਹ ਚਾਹੁੰਦਾ ਵੀ ਮੇਰੇ ਕੋਲੇ ਹੋਣੇ ਆ, ਪਰ ਮੇਰੇ ਕੋਲੇ ਟਾਈਮ ਹੈ ਨਹੀਂ ਉਹਨੂੰ ਦੇਣ ਨੂੰ। ਉਹ ਵਿਚਾਰਾ ਮਿੰਨਤਾਂ ਤਰਲੇ ਕਰਦਾ, ਉਹਦਾ ਵੀ ਸਟ੍ਰੈਸ ਆ, ਪਲੱਸ ਮੇਰਾ ਵੀ ਵਧਾ ਦਿੰਦਾ ਉਹ। ਹੁਣ ਜੇ ਮੈਂ ਕਹਾਂ ਵੀ ਹਾਂ ਮੈਨੂੰ ਸਟ੍ਰੈਸ ਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਪਾਗਲ ਹਾਂ। ਠੀਕ ਹੈ, ਆਪਾਂ ਇਸ ਚੀਜ਼ ਨੂੰ ਸਮਝਦੇ ਨਹੀਂ। ਆਪਾਂ ਕੀ ਕਰਦੇ ਆ, ਆਪਣਾ ਦਿਮਾਗ ਦੀ ਜਿਹੜੀ ਸੂਈ ਆ ਉਹ ਪਾਗਲ ਵਾਲੇ ਖਾਨੇ 'ਚ ਜਾ ਵੱਜਦੀ ਆ। ਉਹ ਫਿਰ ਲੋਕ ਡਰ ਜਾਂਦੇ ਆ, ਮੈਨੂੰ ਲੱਗਦਾ ਵੀ ਲੋਕ ਡਰ ਜਾਂਦੇ ਆ। ਉਹ ਕਹਿੰਦੇ ਯਾਰ ਦੱਸੋ ਹੀ ਨਾ ਵੀ ਮੈਨੂੰ ਸਟ੍ਰੈਸ ਆ, ਐਵੇਂ ਨਾ ਮੈਨੂੰ ਪਾਗਲ ਕਹਿਣ ਲੱਗ ਜਾਣ ਲੋਕ। ਇੱਕ ਮੈਨੂੰ ਲੱਗਦਾ ਕਿ ਇਹ ਜਿਹੜਾ ਲਫ਼ਜ਼ ਆ ਪਾਗਲ, ਇਹ ਇਹਨਾਂ ਲੋਕਾਂ ਦੇ ਉੱਤੇ ਹਾਵੀ ਹੋ ਜਾਂਦਾ ਕਿ ਜਿਹਨੂੰ ਲੱਗਦਾ ਵੀ ਆ ਵੀ ਯਾਰ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਮੇਰਾ ਤਾਂ ਜੀ ਨਹੀਂ ਲੱਗਦਾ ਕਿਸੇ ਗੱਲ 'ਚ, ਨਾ ਮੈਨੂੰ ਭੁੱਖ ਲੱਗਦੀ ਆ, ਨਾ ਮੈਨੂੰ ਨੀਂਦ ਆਉਂਦੀ ਆ, ਨਾ ਮੇਰਾ ਗੱਲ ਕਰਨ ਨੂੰ ਜੀ ਕਰਦਾ, ਮੈਨੂੰ ਐਵੇਂ ਲੱਗਦਾ ਜਿਵੇਂ ਮੈਂ ਹੁਣ ਵੀ ਰੋਪਾਂ, ਨਾ ਮੈਨੂੰ ਬੱਚੇ ਚੰਗੇ ਲੱਗਦੇ ਆ, ਨਾ ਮੈਨੂੰ ਵਾਈਫ ਚੰਗੀ ਲੱਗਦੀ ਆ, ਨਾ ਮੈਨੂੰ ਕੰਮ ਤੇ ਜਾਣ। ਹੁਣ ਇਹ ਡਿਪਰੈਸ਼ਨ ਦੇ ਸਾਈਨਸ ਆ। ਉਹ ਕਹਿੰਦਾ ਮੈਨੂੰ ਕੁਝ ਹੈ, ਮੈਂ ਉਹੀ ਜਿਹਾ ਨਹੀਂ ਜਿਵੇਂ ਤਾਂ ਮੈਂ ਪਹਿਲਾਂ ਸੀ। ਤੇ ਜਦੋਂ ਉਹਨੂੰ ਕਹਿੰਦੇ ਵੀ ਚੱਲ ਡਾਕਟਰ ਦੇ ਚੱਲੀਏ ਤੇ ਡਾਕਟਰ ਦੇ ਕੋਲ ਜਾਂਦਾ ਤੇ ਡਾਕਟਰ ਉਹਨੂੰ ਕਹਿੰਦਾ ਵੀ ਮੈਨੂੰ ਲੱਗਦਾ ਤੈਨੂੰ ਡਿਪਰੈਸ਼ਨ ਦੇ ਸਿੰਪਟਮਸ ਆ ਤੇ ਤੈਨੂੰ ਜਾਂ ਤਾਂ ਤੂੰ ਮੇਰੇ ਤੋਂ ਦਵਾਈ ਲੈ ਲਾ, ਤੇ ਨਹੀਂ ਤਾਂ ਜੇ ਤੈਨੂੰ ਇਹਦੇ ਨਾਲ ਆਰਾਮ ਨਾ ਆਇਆ ਫਿਰ ਤੈਨੂੰ ਮੈਂ ਸਾਈਕਾਇਟਰਿਸਟ ਦੇ ਭੇਜੂ। ਠੀਕ ਹੈ। ਹੁਣ ਜਦੋਂ ਹੀ ਉਹ ਵਰਲਡ ਸਾਈਕਾਇਟਰਿਸਟ ਸੁਣਦਾ ਉਹ ਕਹਿੰਦਾ ਮੈਂ ਪਾਗਲ ਹਾਂ। ਨਹੀਂ ਜੀ ਡਾਕਟਰ ਸਾਹਿਬ, ਨਹੀਂ ਮੈਨੂੰ ਕੁਝ ਨਹੀਂ ਹੋਇਆ, ਮੈਂ ਬਿਲਕੁਲ ਠੀਕ ਹਾਂ। ਕਿਉਂਕਿ ਸਾਈਕਾਇਟਰਿਸਟ, ਸਾਈਕੋਲੋਜਿਸਟ ਦਿਮਾਗ ਦੇ ਨਾਲ ਰਿਲੇਟਡ ਇੱਕਦਮ ਆਪਣੇ ਜਾਨੀ ਡਰ ਲੱਗਦਾ ਬੰਦੇ ਨੂੰ ਤੇ ਉਹ ਕਹਿੰਦਾ ਵੀ ਨਹੀਂ ਕਿ ਮੈਂ ਆਪੇ ਹੁਣ ਠੀਕ ਹੋ ਜੂ। ਜਾਨੀ ਉਹ ਮਦਦ ਲੈਣ ਤੋਂ ਇੰਨਾ ਜ਼ਿਆਦਾ ਝਿਜਕਦੇ ਆ ਵੀ ਮੈਂ ਕਿਸੇ ਦੋਸਤ ਨੂੰ ਕੀ ਦੱਸੂਗਾ ਵੀ ਮੇਰਾ ਦਿਮਾਗ ਖਰਾਬ ਹੋ ਗਿਆ। ਅੱਛਾ, ਇਹ ਆਮ ਤੁਹਾਡਾ ਤਾਂ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਵਾਹ ਪੈਂਦਾ ਇਹ ਕਮਿਊਨਿਟੀ ਸੈਂਟਰ ਦੇ ਵਿੱਚ। ਕਿਸ ਤਰ੍ਹਾਂ ਦੇ ਤੁਹਾਡੇ ਕੋਲ ਜ਼ਿਆਦਾ ਕੇਸਿਸ ਆ? ਕੀ ਲੱਗਦਾ ਇਹ ਗੱਲ ਵੀ ਸੱਚੀ ਆ ਵੀ ਸਕੂਲੀ ਉਮਰ ਦੇ ਜਿਹੜੇ ਬੱਚੇ ਟੀਨਏਜਰਸ ਆ ਉਹਨਾਂ ਨੂੰ ਵੀ ਇਹ ਡਿਪਰੈਸ਼ਨ ਸ਼ੁਰੂ ਹੋ ਜਾਂਦਾ? ਹਾਂਜੀ। ਅੱਛਾ, ਸਾਡੇ ਕੋਲ ਸਾਰੇ ਨਾਲ ਜ਼ਿਆਦਾ ਕੇਸਿਸ ਆਉਂਦੇ ਆ ਮੈਂਟਲ ਹੈਲਥ ਦੇ। ਸਾਡੇ 2 ਕੇਸ ਮੈਨੇਜਰਸ ਆ। ਅੱਛਾ ਜੀ, ਫੁੱਲ ਟਾਈਮ। ਠੀਕ ਹੈ। ਉਹ ਸਿਰਫ ਮੈਂਟਲ ਹੈਲਥ ਦੇ ਪੇਸ਼ੈਂਟਸ ਨੂੰ ਹੀ ਦੇਖਦੇ ਆ। ਸਾਰੇ ਨਾਲ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ, ਚਾਹੇ ਉਹ ਔਰਤਾਂ ਚਾਹੇ ਉਹ ਆਦਮੀ ਆ, ਡਿਪਰੈਸ਼ਨ ਦੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ। ਅੱਛਾ ਜੀ। ਜਿਹੜੇ ਡਿਪਰੈਸਡ, ਉਹਦੇ ਵਿੱਚ 16 ਸਾਲ ਦੇ ਬੱਚੇ ਤੋਂ ਲੈ ਕੇ ਤੇ 80 ਸਾਲ ਦੇ ਬਜ਼ੁਰਗ ਤੱਕ ਕੋਈ ਵੀ ਅਸੀਂ ਦੇਖ ਸਕਦੇ ਹਾਂ। ਔਰ ਜ਼ਿਆਦਾ ਜਿਹੜੇ ਅਗਰ ਕੇਸ ਲੋਡ ਤੁਸੀਂ ਦੇਖੀਏ ਪਿਛਲੇ 3 ਸਾਲਾਂ ਦਾ ਜਿਹੜਾ ਸਾਡੇ ਕੰਪਿਊਟਰਾਂ 'ਚ ਆ, ਉਹਦੇ 'ਚ ਸਾਰੇ ਨਾਲ ਜ਼ਿਆਦਾ ਬ੍ਰੈਕਟ ਆਪਣੀ ਡਿਪਰੈਸ਼ਨ ਦੀ ਆ। ਅੱਛਾ। ਉਸ ਤੋਂ ਬਾਅਦ ਹੈਗੀ ਆ ਉਹਦੀ ਸਾਈਕੋਸਿਸ ਦੀ। ਉਹ ਸਾਈਕੋਸਿਸ ਹੁੰਦਾ ਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਰਿਐਲਿਟੀ ਤੋਂ ਦੂਰ ਚਲੇ ਜਾਓ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਡਿਫਰੈਂਟ ਕਿਸਮ ਦੇ ਤੁਹਾਡੇ ਡਿਸਆਰਡਰਸ, ਜਿਵੇਂ ਸਕਿਜ਼ੋਫਰੀਨੀਆ ਹੋ ਗਿਆ, ਜਿਵੇਂ ਬਾਈਪੋਲਰ ਹੋ ਗਿਆ, ਹੋਰ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਆ। ਕਹਿਣ ਤੋਂ ਮੇਰਾ ਭਾਵ ਆ ਕਿ ਜਿੰਨੀਆਂ ਮਾਨਸਿਕ ਪਰੇਸ਼ਾਨੀਆਂ ਬਾਕੀ ਦੀਆਂ ਕਮਿਊਨਿਟੀਜ਼ 'ਚ ਆ ਉਨੀਆਂ ਹੀ ਆਪਣੇ 'ਚ ਆ। ਅੱਛਾ, ਟੀਨਏਜਰਸ ਵਿੱਚ ਕਿੰਨੀਆਂ ਕਿਆ? ਉਹ ਤਕਰੀਬਨ ਕਹਿੰਦੇ ਆ ਕਿ 1 in 5 ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣਗੇ। 1 in 5। ਸੋ ਇਹਦਾ ਮਤਲਬ ਹੈਗਾ ਜੇ ਆਪਣੇ 100 ਆਪਣੇ ਸਾਊਥ ਏਸ਼ੀਅਨ ਹੋਣਗੇ ਤਾਂ ਉਹਦੇ ਚੋਂ
20 ਬੰਦਿਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਡਿਪਰੈਸ਼ਨ ਹੋਊਗਾ ਜਾਂ ਉਹਨਾਂ ਨੂੰ ਸਾਈਕੋਸਿਸ ਹੋਊਗੀ, ਬਾਈਪੋਲਰ ਹੋਣਗੇ ਜਾਂ ਸਕਿਜ਼ੋਫਰੈਨਿਕ ਹੋਣਗੇ ਜਾਂ ਕੁਝ ਹੋਰ ਹੋਊਗਾ। ਅੱਛਾ, ਇਹ ਜਿਹੜੇ ਟੀਨਏਜਰਸ ਇੰਨੀ ਵੱਡੀ ਤਾਦਾਦ ਦੇ ਵਿੱਚ ਆ, ਕੀ ਉਹਨਾਂ ਨੂੰ ਫਿਕਰ ਹੁੰਦਾ ਵੀ ਅਸੀਂ ਪਾਸ ਨਹੀਂ ਹੋਣਾ, ਉਹਨਾਂ ਤੇ ਪੜ੍ਹਾਈ ਦਾ ਸਟ੍ਰੈਸ ਬਹੁਤ ਆ, ਜਾਂ ਘਰੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਨ ਵਾਲਾ, ਤੇ ਜਾਂ ਉਹਨਾਂ ਨੂੰ ਗਾਂਹ ਫਿਕਰ ਹੁੰਦਾ ਵੀ ਜੇ ਅਸੀਂ ਪੜ੍ਹ ਵੀ ਗਏ ਤੇ ਸਾਨੂੰ ਨੌਕਰੀ ਨਹੀਂ ਮਿਲਣੀ? ਉਹਨਾਂ ਦੀ ਚਿੰਤਾ ਕੀ ਹੁੰਦੀ ਹੈ? ਬਹੁਤ ਸਾਰੀਆਂ ਹੋ ਸਕਦੀਆਂ। ਉਹਨਾਂ ਨੂੰ ਆਪਣੀ ਬਾਡੀ ਦੇ ਬਾਰੇ ਫਿਕਰ ਹੋ ਸਕਦਾ। ਅੱਛਾ ਜੀ। ਹਾਂ, ਆਪਣੀ ਬਾਡੀ ਦੇ ਬਾਰੇ ਹੋ ਸਕਦਾ, ਸਕੂਲ ਦੇ ਬਾਰੇ ਹੋ ਸਕਦਾ, ਉਹਨਾਂ ਨੂੰ ਕੋਈ ਬੁਲੀ ਕਰਦਾ ਹੋ ਸਕਦਾ, ਉਹਨਾਂ ਨੂੰ ਜਾਨੀ ਬਹੁਤ ਸਾਰੀਆਂ ਸਟੱਡੀ ਦਾ ਵੀ ਇੱਕ ਹੋ ਸਕਦਾ, ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਹੋ ਸਕਦਾ। ਇਹ ਵੀ ਹੋ ਸਕਦਾ ਕਿ ਕੁਝ ਵੀ ਨਾ ਹੋਵੇ ਤਾਂ ਵੀ ਹੋ ਜੇ। ਅੱਛਾ ਜੀ। ਜਾਨੀ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਪ੍ਰੋਬਲਮ ਨਾ ਹੋਵੇ ਲੇਕਿਨ ਫਿਰ ਵੀ ਹੋਵੇ ਉਹਨਾਂ ਨੂੰ ਡਿਪਰੈਸ਼ਨ, ਕਿਉਂਕਿ ਡਿਪਰੈਸ਼ਨ ਦਾ ਮਤਲਬ ਹੈਗਾ, ਔਰ ਖਾਸ ਕਰਕੇ ਜਿਹੜੀਆਂ ਵੀ ਦਿਮਾਗੀ ਬਿਮਾਰੀਆਂ ਉਹਦਾ ਇਹ ਆ ਕਿ ਕੋਈ ਨਾ ਕੋਈ ਮਾਨਸਿਕ ਤੌਰ ਤੇ ਕੋਈ ਨਾ ਕੋਈ ਕੈਮੀਕਲਸ ਘੱਟ ਵੱਧ ਜਾਂਦੇ ਆ, ਤੇ ਜਿਹੜੀਆਂ ਦਵਾਈਆਂ ਉਹ ਉਹਨਾਂ ਕੈਮੀਕਲਸ ਨੂੰ ਬੈਲੈਂਸ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜੇ ਕੋਈ ਬੰਦਾ ਡਿਪਰੈਸਡ ਆ ਤਾਂ ਜਿਹੜੇ ਹਾਰਮੋਨਸ ਆਪਾਂ ਨੂੰ ਖੁਸ਼ ਰੱਖਦੇ ਆ ਫਿਰ ਉਹਨਾਂ ਨੂੰ ਉਹ ਦਿੰਦੇ ਆ। ਹੁਣ ਇੱਕ ਇਹੋ ਜਿਹੀ ਵੀ ਬਿਮਾਰੀ ਹੈਗੀ ਆ ਕਿ ਜਿਹੜੇ ਬਹੁਤ ਜ਼ਿਆਦਾ ਬੰਦਾ ਖੁਸ਼ ਹੋ ਜਾਂਦਾ ਉਹਨੂੰ ਫਿਰ ਥੋੜਾ ਜਿਹਾ ਘਟਾਉਣਾ ਪੈਂਦਾ, ਕਿਉਂਕਿ ਇਹੋ ਜਿਹੇ ਵੀ ਬੰਦੇ ਹੈਗੇ ਜਿਹੜੇ ਜਿਨ੍ਹਾਂ ਨੂੰ ਬਾਈਪੋਲਰ ਕਹਿੰਦੇ ਆ, ਵੀ ਜਾਂ ਤਾਂ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਹੋ ਜਾਂਦੇ ਆ ਜਾਂ ਉਹ ਬਹੁਤ ਜ਼ਿਆਦਾ ਖੁਸ਼ੀ 'ਚ ਹੋ ਜਾਂਦੇ ਆ। ਤੇ ਜਦੋਂ ਬਹੁਤ ਜ਼ਿਆਦਾ ਖੁਸ਼ੀ 'ਚ ਹੋ ਜਾਂਦੇ ਆ ਫਿਰ ਉਹ ਇੰਨੀ ਖੁਸ਼ੀ 'ਚ ਹੋ ਜਾਂਦੇ ਆ ਫਿਰ ਉਹ ਸ਼ੇਖੀਆਂ ਮਾਰਦੇ ਆ, ਫੜਾਂ ਮਾਰਦੇ ਆ ਵੱਡੀਆਂ ਵੱਡੀਆਂ, ਜਿਵੇਂ ਕੋਈ ਬੰਦਾ ਜਾ ਕੇ ਕਵੇ ਵੀ CN ਟਾਵਰ ਕਿੰਨੇ ਦਾ ਵੇਚਣਾ, ਮੈਂ ਖਰੀਦਣ ਲੱਗਿਆ, ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰਦਾ ਫਿਰ ਤੁਹਾਨੂੰ ਲੱਗਦਾ ਵੀ ਯਾਰ ਇਹ ਬੰਦਾ ਠੀਕ ਨਹੀਂ ਗਾ। ਅੱਛਾ, ਇਹ ਖਾਸ ਤੌਰ ਤੇ ਜਿਹੜਾ ਅੱਜ ਕੱਲ੍ਹ ਇਹ ਨਵੀਂ ਬਿਮਾਰੀ ਚੱਲੀ ਹੋਈ ਆ ਵੀ ਰਾਤਾਂ ਨੂੰ ਜਾਗਦੇ ਆ, ਦਿਨ ਨੂੰ ਸੌਂਦੇ ਆ, ਹਾਂਜੀ, ਕਹਿਣ ਦਾ ਭਾਵ ਕਿ ਆਪਣੇ ਬੈਡਰੂਮਾਂ ਦੇ ਵਿੱਚ ਵੀ ਚੈਟਿੰਗ ਹੀ ਕਰੀ ਜਾਂਦੇ ਫੇਸਬੁੱਕਾਂ ਤੇ ਕੰਪਿਊਟਰਾਂ ਤੇ, ਇਹ ਵੀ ਇੱਕ ਬਿਮਾਰੀ ਆ? ਇਹ ਵੀ ਇੱਕ ਬਿਮਾਰੀ ਆ। ਪਲੱਸ ਇਹ ਰਿਸਰਚ ਸਟੱਡੀਜ਼ ਇਹ ਕਹਿੰਦੀਆਂ ਵੀ ਜਦੋਂ ਆਪਾਂ ਪੂਰੀ ਨੀਂਦ ਨਹੀਂ ਲੈਂਦੇ, ਅੱਛਾ ਜੀ, ਉਹ ਇਟਸੈਲਫ ਆਪਣੇ ਲਈ ਬੜੀ ਨੁਕਸਾਨਦਾਇਕ ਆ। ਇੱਕ ਤਾਂ ਵੈਸੇ ਸਰੀਰ ਥੱਕਿਆ ਰਹਿੰਦਾ, ਦਿਮਾਗ ਥੱਕਿਆ ਰਹਿੰਦਾ, ਕਿਉਂਕਿ ਦਿਮਾਗ ਵੀ ਚੱਲਦਾ। ਜੇ ਤੁਸੀਂ ਸੌਂਦੇ ਨਹੀਂ ਤਾਂ ਦਿਮਾਗ ਤਾਂ ਕੰਟੀਨਿਊਸਲੀ ਕੰਮ ਕਰ ਰਿਹਾ। ਉਹ ਕਹਿੰਦੇ ਆ ਵੀ ਜਦੋਂ ਤੁਸੀਂ 8 ਘੰਟੇ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਜਿੰਨੀ ਤੁਹਾਡੀ ਬਾਡੀ ਥੱਕੀ ਆ ਉਹਦੀ ਥਕਾਵਟ ਦਾ 20% ਦਿਮਾਗ ਥੱਕਿਆ ਹੋਇਆ। ਠੀਕ ਆ। ਇਹਦਾ ਮਤਲਬ ਆਪਾਂ ਜੇ ਦਿਮਾਗ ਨੂੰ ਰੈਸਟ ਹੀ ਨਹੀਂ ਕਰਾਂਗੇ ਤਾਂ ਫਿਰ ਦਿਮਾਗ ਓਵਰ ਡਰਾਈਵ ਕਰਦਾ ਤਾਂ ਫਿਰ ਤੁਹਾਡੀ ਨੀਂਦ ਟੁੱਟਦੀ ਆ। ਜਦੋਂ ਇੱਕ ਟਾਈਮ ਤੇ ਐਸਾ ਆਉਂਦਾ ਜਦੋਂ ਤੁਹਾਨੂੰ ਨੀਂਦ, ਤੁਹਾਡੀ ਬਾਡੀ ਪੂਰੀ ਥੱਕੀ ਪਈ ਆ ਲੇਕਿਨ ਸੌ ਨਹੀਂ ਹੁੰਦਾ, ਕਿਉਂਕਿ ਤੁਸੀਂ ਉਸ ਥਕਾਵਟ ਨੂੰ ਇੰਨਾ ਜ਼ਿਆਦਾ ਵਧਾ ਲਿਆ ਕਿ ਉਹ ਐਕਸੈਪਟ ਹੀ ਨਹੀਂ ਕਰ ਰਿਹਾ ਤੁਹਾਡਾ ਦਿਮਾਗ ਵੀ ਅਸੀਂ ਸੌਂ ਜਾਈਏ। ਸੋ ਇਹ ਟੀਨੇਜਰਾਂ ਦੇ ਵਿੱਚ ਇਹ ਵੀ ਇੱਕ ਪ੍ਰੋਬਲਮ ਆਈ ਆ, ਕਿਉਂਕਿ ਅਕਸਰ ਟੀਨੇਜਰ 2-2, 3-3 ਵਜੇ ਤੱਕ ਚੈਟਿੰਗ ਕਰਦੇ ਰਹਿੰਦੇ ਆ ਰਾਤ ਨੂੰ, ਤੇ ਉਹਨਾਂ ਦੇ ਬੈਡਰੂਮ ਦੀ ਲਾਈਟ ਆਫ ਹੋਊਗੀ ਤੇ ਉਹ ਕੰਬਲ 'ਚ ਪੈ ਕੇ ਤੇ ਉਹ ਟੈਕਸਟਿੰਗ ਕਰਦੇ ਰਹਿੰਦੇ ਆ, ਕਿਉਂਕਿ ਅੱਜ ਕੱਲ੍ਹ ਤਕਰੀਬਨ ਸਾਰੇ ਹੀ ਟੀਨੇਜਰਸ ਕੋਲੇ ਸੈੱਲ ਫੋਨਸ ਹੈਗੇ ਆ, ਤੇ ਉਹ ਸੈੱਲ ਫੋਨ ਤੇ ਪਲਾਨਸ ਵੀ ਹੈਗੀਆਂ, ਉਹ ਸਾਰਾ ਕੁਝ ਹੀ ਅੱਜ ਕੱਲ੍ਹ ਤਾਂ ਉਹ ਸੈੱਲ ਫੋਨ ਤੇ ਕਰ ਲੈਂਦੇ ਆ। ਤੇ ਕੁਝ ਐਸੇ ਵੀ ਟੀਨੇਜਰਸ ਹੈਗੇ ਜਿਹੜਾ ਆਪਣਾ ਲੈਪਟਾਪ ਬੈਡਰੂਮ 'ਚ ਲੈ ਜਾਂਦੇ ਆ, ਜੋ ਪੇਰੈਂਟਸ ਸੋਚਦੇ ਆ ਸ਼ਾਇਦ ਇਹ ਬੱਚਾ ਪੜ੍ਹਦਾ ਹੋਊਗਾ, ਚੱਲ ਕੋਈ ਨਹੀਂ ਅਸੀਂ ਇਹਨੂੰ ਲੈ ਜਾਣ ਦੀਏ, ਪਰ ਉਹ ਪੜ੍ਹਦਾ ਥੋੜਾ। ਤੇ ਜਿਹੜੀਆਂ ਚੈਟਿੰਗ ਆ, ਜਿਵੇਂ ਤੁਸੀਂ ਕਹਿੰਦੇ ਹੋ ਵੀ ਰਾਤ ਭਰ ਉਹ ਜਾਗਦੇ ਰਹਿੰਦੇ ਆ, ਤੇ ਜੇ ਕੋਈ ਵੱਡਾ ਕਰਨ ਲੱਗ ਜੇ, ਉਮਰ 'ਚ ਵੱਡਾ ਹੋਵੇ ਜਿਹੜਾ ਕੋਈ ਕੰਮ ਕਰਦਾ, ਉਹਨੂੰ ਫਿਰ ਇੰਟਰਨੈਟ ਐਡਿਕਸ਼ਨ ਕਹਿੰਦੇ ਆ ਆਪਾਂ। ਉਹਦੀ ਫਿਰ ਕਾਉਂਸਲਿੰਗ ਹੋਣੀ ਪੈਂਦੀ ਆ। ਉਹ ਇੰਟਰਨੈਟ ਐਡਿਕਸ਼ਨ ਆ ਜਿਹੜੇ, ਉਹ ਤਾਂ ਫਿਰ 7-7 ਦਿਨ ਵੀ ਬਿਨਾਂ ਸੋਤੇ ਬੈਠੇ ਰਹਿੰਦੇ ਆ। ਜਦੋਂ ਕੰਪਿਊਟਰ ਦੀ ਗੱਲ ਕਰਦੇ ਆ ਤੇ ਬੈਡਰੂਮ ਦੀ ਗੱਲ ਕਰਦੇ ਆ, ਫਿਰ ਅਸੀਂ ਇਸ ਤਰ੍ਹਾਂ ਤੁਹਾਡੇ ਜੇ ਮਾਹਿਰਾਂ ਤੋਂ ਇਹ ਜ਼ਰੂਰ ਗੱਲ ਪੁੱਛਦੇ ਆ ਵੀ ਪੇਰੈਂਟਸ ਦੇ ਲਈ ਕੀ ਇਹ ਠੀਕ ਹੈ ਕਿ ਉਹ ਬੱਚੇ ਨੂੰ ਆਪਣਾ ਕੰਪਿਊਟਰ ਬੈਡਰੂਮ ਦੇ ਵਿੱਚ ਲਿਜਾਣ ਦੇਣ, ਪੇਰੈਂਟਸ ਵੱਲੋਂ ਇਹ ਇਜਾਜ਼ਤ ਦੇਣਾ ਠੀਕ ਹੈ? ਇਹਦੇ ਦੋ ਤਿੰਨ ਹੈਗੇ ਆ। ਅਗਰ ਤਾਂ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਫਿਰ ਤਾਂ ਉਹਦੇ ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ, ਔਰ ਉਹ ਪਾਬੰਦੀਆਂ ਤੇ ਪਹਿਰਾ ਦੇਣਾ ਚਾਹੀਦਾ। ਠੀਕ ਹੈ ਜੀ। ਆਪਣੇ ਕਮਿਊਨਿਟੀ ਦੇ ਵਿੱਚ ਆਪਾਂ ਥੋੜੇ ਜਿਹੇ ਇਸ ਗੱਲੋਂ ਕਮਜ਼ੋਰ ਆ ਕਿ ਆਪਾਂ ਕਹਿ ਦਿੰਨੇ ਆ ਪਰ ਉਹਦੇ ਤੇ ਪਹਿਰਾ ਨਹੀਂ ਦਿੰਦੇ। ਠੀਕ ਹੈ ਜੀ। ਇੱਕ ਤਾਂ ਚੀਜ਼ ਇਹ ਆ। ਦੂਸਰੀ ਚੀਜ਼, ਅਗਰ ਆਪਾਂ ਨੂੰ ਇਹ ਪਤਾ ਲੱਗ ਜਾਏ ਕਿ ਸਾਡਾ ਬੱਚਾ ਕੰਟਰੋਲ ਨਹੀਂ ਕਰਦਾ ਆਪਣੇ ਆਪ ਨੂੰ, ਕਹਿ ਦਿੰਦਾ ਵੀ ਠੀਕ ਆ ਡੈਡ ਵੀ ਮੈਂ ਤਾਂ ਸਿਰਫ 10 ਵਜੇ ਤੱਕ ਹੀ ਦੇਖੂੰ, ਤੇ ਤੁਸੀਂ 12-1 ਵਜੇ ਜਾਂਦੇ ਹੋ ਤੇ ਉਹ ਹਜੇ ਜਾਗੀ ਜਾਂਦਾ, ਤੁਸੀਂ ਕਹਿੰਦੇ ਤੂੰ ਤਾਂ ਕਹਿੰਦਾ ਸੀ ਮੈਂ 10 ਵਜੇ ਸੌਂਗਾ, ਤੂੰ 1 ਵਜ ਗਿਆ ਕੀ ਕਰਦਾ? ਓਕੇ ਡੈਡ। ਇਹਦਾ ਮਤਲਬ ਉਹਨੇ 3 ਘੰਟੇ ਜਾਂ 4 ਘੰਟੇ ਐਕਸਟਰਾ ਦੇਖਿਆ। ਉਹਦਾ ਹੁਣ ਕੱਲ ਨੂੰ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਵੀ ਤੈਨੂੰ ਅੱਜ ਲੈਪਟਾਪ ਹੀ ਨਹੀਂ ਮਿਲਣਾ, ਕਿਉਂਕਿ ਤੂੰ ਆਲਰੇਡੀ ਤੂੰ ਆਪਣਾ ਕੋਟਾ ਪੂਰਾ ਕਰ ਲਿਆ। ਆਪਾਂ ਇਹ ਕਰਦੇ ਨਹੀਂ। ਠੀਕ ਹੈ। ਕੱਲ ਨੂੰ ਫੇਰ ਉਹਨੂੰ ਮਿਲ ਜੂਗਾ ਲੈਪਟਾਪ ਤੇ ਆਪਾਂ ਕਹਾਂਗੇ ਹੁਣ ਤੂੰ ਨਾ ਲੇਟ ਨਹੀਂ ਕਰਨਾ ਕੰਮ। ਉਸ ਰੀਜ਼ਨਿੰਗ ਕਰਕੇ
ਜਿਹੜੀ ਹੈਗੀ ਆ ਆਪਾਂ ਕਮਜ਼ੋਰ ਪੈ ਜਾਂਦੇ ਆ ਤੇ ਬੱਚੇ ਉਸ ਆਪਣੇ ਜਿਹੜੀ ਨਰਮ ਦਿਲੀ ਆ ਉਹਦਾ ਫਿਰ ਨਜਾਇਜ਼ ਫਾਇਦਾ ਉਠਾਉਂਦੇ ਆ। ਸੋ ਮੇਰਾ ਜਿੱਥੇ ਤੱਕ ਖਿਆਲ ਆ ਬਿਲਕੁਲ ਤੁਹਾਡਾ ਇਹ ਕਹਿਣਾ ਬਿਲਕੁਲ ਦਰੁਸਤ ਆ ਕਿ ਆਪਾਂ ਨੂੰ ਸਰਟਨ ਟਾਈਮ ਲਿਮਿਟ ਲਾਣੀ ਚਾਹੀਦੀ ਆ। ਠੀਕ ਹੈ। ਅਗਰ ਆਪਾਂ ਨੂੰ ਪਤਾ ਲੱਗ ਜਾਏ ਕਿ ਬੱਚੇ ਦਾ ਆਪਣਾ ਹਜੇ ਕੰਟਰੋਲ ਨਹੀਂ ਬਣਿਆ, ਸੈਲਫ ਕੰਟਰੋਲ ਨਹੀਂ ਬਣਿਆ, ਉਹਨੂੰ ਕਹੋ ਵੀ ਨਹੀਂ ਸੌਰੀ ਤੂੰ ਲਿਜਾ ਹੀ ਨਹੀਂ ਸਕਦਾ ਜੀ ਆਪਣੇ ਕਮਰੇ 'ਚ, ਇੱਥੇ ਸਾਡੇ ਸਾਹਮਣੇ ਬੈਠ ਕੇ ਕਰ। ਪਰ ਫਿਰ ਬੱਚਾ ਵੀ ਕਈ ਵਾਰੀ ਇੰਨਾ ਕੁ ਚਾਤੁਰ ਹੁੰਦਾ ਕਿ ਉਹ ਲਾਡ ਹੀ ਇਸ ਤਰੀਕੇ ਨਾਲ ਲਡਾਉਂਦਾ ਵੀ ਮਾਪਿਆਂ ਨੂੰ ਤਰਸ ਆ ਜਾਂਦਾ। ਤੁਸੀਂ ਕਹਿੰਦੇ ਵੀ ਤਰਸ ਨਾ ਕਰੋ। ਹਾਂਜੀ ਠੀਕ ਹੈ ਜੀ। ਤੇ ਲਓ ਜੀ, ਇਹ ਹਨ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਬਲਦੇਵ ਮੁੱਟਾ। ਇਹਨਾਂ ਦੇ ਨਾਲ ਗੱਲ ਕਰਨ ਦਾ ਅਸੀਂ ਤੁਹਾਨੂੰ ਵੀ ਮੌਕਾ ਦੇਣਾ ਚਾਹੁੰਦੇ ਹਾਂ। ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਆ 647 776 2620 ਟੈਲੀਫੋਨ ਨੰਬਰ ਤੇ ਅੱਗੇ ਚੱਲ ਕੇ, ਜੋ ਕਿ ਅਸੀਂ ਸਕਰੀਨ ਤੇ ਵੀ ਦਿਖਾ ਰਹੇ ਹਾਂ। ਰੇਡੀਓ ਸੁਰਸਾਗਰ ਦੇ ਸਰੋਤਿਆਂ ਨੂੰ ਬੇਨਤੀ ਹੈ ਕਿ 647 776 2620 ਟੈਲੀਫੋਨ ਨੰਬਰ ਤੇ ਗੱਲ ਕਰਨੀ। ਤੇ ਜਦੋਂ ਇੰਟਰਨੈਟ ਨਹੀਂ ਸੀ ਇੰਨਾ ਪ੍ਰਚਲਿਤ ਹੋਇਆ ਨਾ ਜੀ, ਉਦੋਂ ਤਾਂ ਹੁੰਦਾ ਸੀਗਾ ਕਿ ਬਾਹਰ ਚਲੇ ਜਾਓ, ਰੈਸਟੋਰੈਂਟ ਵਿੱਚ ਚਲੇ ਜਾਓ, ਸੋਸ਼ਲਾਈਜ਼ ਕਰ ਲਓ। ਲੇਕਿਨ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਉਦੋਂ ਹੀ ਘਰੋਂ ਬਾਹਰ ਜਾਂਦੇ ਆ ਜਦੋਂ ਕੋਈ ਬਹੁਤ ਜ਼ਰੂਰੀ ਆ ਜਾਣਾ, ਨਹੀਂ ਤੇ ਕੰਪਿਊਟਰਾਂ ਤੇ ਹੀ ਬੈਠੇ ਆ ਸਾਰੇ। ਬਿਲਕੁਲ ਜੀ। ਸੋ ਇਹ ਜੇ ਹੁਣ ਫਰਜ਼ ਕਰੋ ਕੋਈ ਪੜ੍ਹ ਲਿਖ ਕੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ, ਬੇਰੁਜ਼ਗਾਰ ਆ, ਤੇ ਉਹ ਫਿਰ ਕਹਿੰਦਾ ਜੀ ਮੈਂ ਹੁਣ ਜੇ ਕੰਪਿਊਟਰ ਤੇ ਬੈਠ ਕੇ ਚੈਟਿੰਗ ਵੀ ਨਾ ਕਰਾਂ ਤੇ ਹੋਰ ਮੈਂ ਕਰਾਂ ਕੀ, ਉਹਦੀ ਪਲੈਨਿੰਗ ਆਪਣੀ ਤਾਂ ਕੋਈ ਖਾਸ ਨਾ ਉਹਦੇ ਕੋਲ ਹਾਂਜੀ ਪਤਾ ਨਹੀਂ ਹੁੰਦਾ ਵੀ ਮੈਂ ਹੁਣ ਬੇਲ ਦਾ ਜਿਹੜਾ ਇਹਦਾ ਫਾਇਦਾ ਕਿੱਦਾਂ ਉਠਾਵਾਂ। ਸੋ ਉਹ ਬੰਦਾ ਕੀ ਕਰੇ ਜੀ? ਸੀ ਜੌਬ ਲੱਭਣੀ ਇੱਕ ਆਲਟ ਆ। ਕਿਹਾ ਜਾਂਦਾ ਕਿ ਅਗਰ ਤੁਸੀਂ ਜੌਬ ਲੱਭਣੀ ਆ ਤੁਸੀਂ ਆਪਣੇ ਨੈਟਵਰਕਿੰਗ ਬਣਾਓ। ਅਗਰ ਮੈਂ ਜੌਬ ਲੱਭਣੀ ਆ, ਫਾਰ ਐਗਜ਼ਾਮਪਲ ਅਗਰ ਮੈਂ ਇੰਜੀਨੀਅਰਿੰਗ ਦੀ ਜੌਬ ਲੱਭਣੀ ਆ ਤਾਂ ਮੈਂ ਉਸ ਏਰੀਆ ਦੇ ਵਿੱਚ ਜਾਊਂਗਾ ਜਿਸ 'ਚ ਹੋਰ ਬਹੁਤ ਸਾਰੇ ਇੰਜੀਨੀਅਰ ਹੈਗੇ ਆ। ਮੈਂ ਉਹਨਾਂ ਨਾਲ ਕੰਮ ਕਰੂੰਗਾ ਵੋਲੰਟੀਅਰ ਬੇਸਿਸ ਤੇ, ਮੈਂ ਦੇਖੂੰਗਾ, ਘੋਖੂੰਗਾ, ਵਿਚਾਰੂੰਗਾ ਤੇ ਮੈਂ ਇੱਕ ਆਪਣਾ ਨੈਟਵਰਕ ਕ੍ਰੀਏਟ ਕਰੂੰਗਾ ਜਿੱਥੇ ਮੈਂ ਜੌਬ ਲੱਭਣੀ ਆ। ਇਹ ਇੱਕ ਮਤਲਬ ਕੀ ਹੈਗਾ। ਸਾਡੀ ਫੀਲਡ ਦੇ ਵਿੱਚ ਅਗਰ ਜੌਬ ਲੱਭਣੀ ਆ, ਕਿਸੇ ਨੇ ਸੋਸ਼ਲ ਵਰਕ ਦੀ ਫੀਲਡ ਦੇ ਵਿੱਚ, ਅਸੀਂ ਉਹਨਾਂ ਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਕੋਈ ਵੀ ਸੰਸਥਾ ਚੁਣੋ। ਜ਼ਰੂਰੀ ਨਹੀਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ ਹੀ ਚੁਣਨਾ, ਕੋਈ ਵੀ ਨਾਨ ਪ੍ਰੋਫਿਟ ਸੰਸਥਾ ਨੂੰ ਚੁਣ ਕੇ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕਰੋ। ਤੁਸੀਂ ਕੋਈ ਐਸਾ ਆਪਣਾ ਨਾਂ ਬਣਾਓ ਜਿਵੇਂ ਰਿਸਰਚ ਸਟੱਡੀ ਆ, ਤੁਸੀਂ ਕੋਈ ਰੇਡੀਓ ਤੇ ਬੋਲ ਸਕਦੇ ਹੋ, ਕੋਈ ਆਰਟੀਕਲ ਲਿਖ ਸਕਦੇ ਹੋ ਆਪਣੇ ਨਾਂ ਦਾ। ਕਿਉਂਕਿ ਜਦੋਂ ਤੁਸੀਂ ਰੈਜ਼ੂਮੇ ਭੇਜਣਾ ਉਹਦੇ ਵਿੱਚ ਅਗਰ ਤੁਸੀਂ ਲਿਖਿਆ ਹੋਊਗਾ ਕਿ ਮੈਂ ਰੇਡੀਓ ਤੇ ਬੋਲਿਆ ਸੀਗਾ, ਟਾਕ ਸ਼ੋਅ ਕੀਤੀ ਸੀ, ਮੈਂ ਮੈਂਟਲ ਹੈਲਥ ਦੇ ਉੱਤੇ ਪੇਰੈਂਟਸ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ, ਉਦੋਂ ਫਿਰ ਜਿਹੜਾ ਇੰਪਲੋਇਰ ਹੁੰਦਾ ਉਹ ਕਹਿੰਦਾ ਵੀ ਇਹਨੂੰ ਨੌਲੇਜ ਆ, ਇਹ ਕਮਿਊਨਿਟੀ ਮਾਈਂਡਡ ਆ, ਇਹਨੂੰ ਮੇਰਾ ਖਿਆਲ 'ਚ ਇਹਨੂੰ ਜੌਬ ਦੇ ਦੇਣੀ ਚਾਹੀਦੀ ਆ। ਉਹ ਜਿਹੜਾ ਐਕਸਟਰਾ ਕੰਮ ਆ ਉਹ ਆਪਾਂ ਨੂੰ ਪਤਾ ਨਹੀਂਗਾ। ਆਪਾਂ ਨੂੰ ਜਦੋਂ ਆਪਾਂ ਕੈਨੇਡਾ ਦੇ ਵਿੱਚ ਆਨੇ ਆ, ਮੇਰਾ ਖਿਆਲ ਦੇ ਵਿੱਚ ਔਰ ਈਵਨ ਆਪਣੇ ਬੱਚੇ ਵੀ ਮਸਾਂ 40 ਘੰਟੇ ਪੂਰੇ ਕਰਦੇ ਆ। ਠੀਕ ਹੈ ਜੀ। ਵੋਲੰਟੀਅਰ ਵਰਕ ਜਿਨ੍ਹਾਂ ਨੇ ਗ੍ਰੇਡ 12 ਦਾ ਸਰਟੀਫਿਕੇਟ ਲੈਣਾ, ਮੈਂ ਕਹਿੰਦਾ ਕਿਉਂ ਨਹੀਂ ਆਪਾਂ ਹਰ ਸਾਲ 100-200 ਘੰਟੇ ਆਪਾਂ ਵੋਲੰਟੀਅਰ ਕਰਦੇ। ਆਪਣਾ ਸੇਵਾ ਫੂਡ ਬੈਂਕ ਆ, ਆਪਣੇ ਕੋਲੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਆ, ਇੰਡੀਆ ਰੇਨਬੋ ਕਮਿਊਨਿਟੀ ਸਰਵਿਸਿਜ਼ ਆ, ਆਪਣੇ ਕੋਲੇ ਬਜ਼ੁਰਗ ਹੈਗੇ ਆ ਜਿਹੜੇ ਲੌਂਗ ਟਰਮ ਕੇਅਰ ਫੈਸਿਲਿਟੀ 'ਚ ਆ, ਉਹ ਵਿਚਾਰੇ ਤਰਸਦੇ ਆ ਕਿ ਕੋਈ ਆਵੇ ਸਾਡੇ ਨਾਲ ਪੰਜਾਬੀ 'ਚ ਗੱਲ ਕਰੇ। ਤੇ ਮੈਂ ਤਾਂ ਨਹੀਂ ਕਹਿੰਦਾ ਵੀ ਤੁਸੀਂ ਹਰ ਰੋਜ਼ 2 ਘੰਟੇ ਕੱਢਣੇ ਆ, ਮਹੀਨੇ 'ਚ 2 ਘੰਟੇ ਕੱਢ ਕੇ ਕੋਈ ਵੀ ਬਜ਼ੁਰਗ ਦੇ ਨਾਲ ਗੱਲ ਕਰ ਲਈਏ ਆਪਾਂ। ਠੀਕ ਹੈ ਜੀ। ਸੋ ਚੈਟਿੰਗ ਤੇ ਕਈ ਵਾਰੀ ਹਫ਼ਤੇ 'ਚ ਹੀ 40 ਘੰਟੇ ਹੋ ਜਾਂਦੀ ਹੈ ਜੀ। ਹਾਂਜੀ। ਸੋ ਲੇਕਿਨ ਉਹ ਤਾਂ ਨਹੀਂ ਰੈਜ਼ੂਮੇ 'ਚ ਪੈ ਸਕਦੀ, ਉਹ ਨਹੀਂ ਪਾ ਸਕਦੇ। ਹਾਂਜੀ ਜੀ। ਠੀਕ ਹੈ ਜੀ। ਅੱਛਾ, ਤੇ ਲੇਕਿਨ ਕਿ ਅੱਜ ਨਾ ਇਹ ਇੱਕ ਗੱਲ ਬਹੁਤ ਹੈ ਕਿ ਜਦੋਂ ਫਿਰ ਕੁਦਰਤੀ ਹੁੰਦਾ ਕਿ ਜਦੋਂ ਬੇਰੁਜ਼ਗਾਰੀ ਬਹੁਤ ਹੋਵੇ ਤੇ ਕੰਪੀਟੀਸ਼ਨ ਲੜਨਾ ਪੈਂਦਾ। ਹਾਂਜੀ, ਅੱਜ ਦੇ ਜ਼ਮਾਨੇ 'ਚ ਕੰਪੀਟੀਸ਼ਨ ਦਾ ਯੁੱਗ ਹੈ ਤੇ ਵੀ ਆਪਣੀ ਜਗ੍ਹਾ ਤੇ ਖੜੇ ਰਹਿਣ ਲਈ ਵੀ ਤੁਹਾਨੂੰ ਦੌੜਦੇ ਰਹਿਣਾ ਪੈਂਦਾ, ਭਾਵ ਆਪਣੀ ਯੋਗਤਾ ਦੇ ਵਿੱਚ ਵਾਧਾ ਕਰਦੇ ਰਹਿਣਾ ਪੈਂਦਾ। ਪਰ ਆਮ ਤੌਰ ਤੇ ਹੁਣ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਪਹਿਲਾਂ ਇਹ ਸਿਫਾਰਿਸ਼ਵਾਦ ਦੀ ਸ਼ਿਕਾਇਤ ਜਿਹੜੀ ਨਾ ਪੰਜਾਬ ਉੱਥੇ ਭਾਰਤ ਦੇ ਵਿੱਚ ਹੁੰਦੀ ਸੀਗੀ ਕਿ ਲੋਕ ਆਪਣੇ ਧੀਆਂ ਪੁੱਤਰਾਂ, ਆਪਣੇ ਭਾਈ ਭਤੀਜਿਆਂ ਨੂੰ ਹੀ ਜਿਹੜਾ ਉਹ ਲੀਡਰਾਂ ਦੇ ਅੱਗੇ ਸਿਫਾਰਿਸ਼ਾਂ ਕਰ ਕਰਕੇ ਅੱਗੇ ਕਰਦੇ ਆ ਤੇ ਜਿਹੜੇ ਯੋਗ ਵਿਅਕਤੀ ਆ ਉਹਨਾਂ ਦਾ ਉਹ ਹੱਕ ਮਾਰਦੇ ਆ। ਪਰ ਅੱਜ ਇਹ ਬਿਮਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਵੀ ਇਮੀਗ੍ਰੈਂਟ ਕਰ ਗਈ ਆ ਲੋਕਾਂ ਦੇ ਨਾਲ ਹੀ, ਵੀ ਉਹ ਜਿਹੜੀਆਂ ਸਿਫਾਰਿਸ਼ਾਂ ਕਰ ਕਰਕੇ ਆਪਣੀਆਂ ਧੀਆਂ ਪੁੱਤਾਂ ਨੂੰ ਜੌਬ ਦਿਵਾਉਂਦੇ ਆ ਤੇ ਉਹਦੇ ਵਿੱਚ ਫਿਰ ਭਈ ਜਿਹੜੇ ਕੁਆਲੀਫਾਈਡ ਲੋਕ ਆ ਉਹ ਮਹਿਸੂਸ ਕਰਦੇ ਆ ਕਿ ਮੈਂ ਇਗਨੋਰ ਹੋਇਆ। ਹਾਂਜੀ, ਉਹ ਫਿਰ ਡਿਪਰੈਸ਼ਨ ਦੇ ਵਿੱਚ ਜਾ ਸਕਦਾ, ਮੈਂਟਲ ਹੈਲਥ ਨਾਲ ਜੁੜੀ ਹੋਈ ਗੱਲ ਹੋ ਸਕਦੀ ਜੀ। ਕੋਈ ਵੀ ਆਪਣਾ ਜਿਹੜਾ ਬੇਰੁਜ਼ਗਾਰ ਪੜ੍ਹਿਆ ਹੋਇਆ, ਜਿਹੜਾ ਆਪਣੇ ਆਪ ਨੂੰ ਕਾਬਲ ਸਮਝਦਾ ਕਿ ਮੈਂ ਆਪਣਾ ਪੜ੍ਹਿਆ, ਮੈਂ ਆਪਣੀ ਟਾਈਮ ਲਾਇਆ, ਆਪਣੀ ਸਿੱਖਿਆ ਹਾਸਲ ਕੀਤੀ ਆ ਤੇ ਮੈਂ ਹੁਣ ਆਪਣੇ ਕਮਿਊਨਿਟੀ, ਆਪਣੇ ਕੌਮ ਦੀ, ਆਪਣੇ ਮੁਲਕ ਦੀ ਬਿਹਤਰੀ ਦੇ ਵਿੱਚ ਮੈਂ ਯੋਗਦਾਨ ਹਿੱਸਾ ਪਾਊਂਗਾ, ਆਪਣਾ ਪਰਿਵਾਰ ਪਾਲੂੰਗਾ। ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਕੰਮ ਨਾ ਕਰੀਏ। ਠੀਕ ਹੈ ਜੀ। ਤਾਂ ਜਦੋਂ ਉਹਨਾਂ ਨੂੰ ਉਹ ਜਿਹੜਾ ਕੰਮ ਉਹ ਚਾਹੁੰਦੇ ਆ ਉਹ ਨਹੀਂ ਮਿਲਦਾ ਤੇ ਫਿਰ ਫਰਸਟ੍ਰੇਸ਼ਨ ਸ਼ੁਰੂ ਹੁੰਦੀ ਆ। ਤੇ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਫਰਸਟ੍ਰੇਸ਼ਨ ਨੂੰ ਨਜਿੱਠਣਾ ਕਿਵੇਂ ਆ, ਠੀਕ ਹੈ, ਉਦੋਂ ਮਾਨਸਿਕ ਪਰੇਸ਼ਾਨੀਆਂ ਜਾਣੀ ਫਿਰ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਿਵੇਂ ਪਹਿਲਾਂ ਡਰ ਲੱਗਦਾ,
ਡਰ ਦਾ ਵਿਗੜਿਆ ਹੋਇਆ ਰੂਪ ਫੋਬੀਆ, ਠੀਕ ਹੈ ਜੀ। ਜਿਵੇਂ ਕੋਈ ਬੰਦਾ ਐਲੀਵੇਟਰ 'ਚ ਹੀ ਨਾ ਜਾਵੇ। ਹੁਣ ਕੱਲਾ ਡਰ ਇਟਸੈਲਫ ਆਪਾਂ ਉਹਨੂੰ ਉਹਦੇ ਨਾਲ ਡੀਲ ਕੀਤਾ ਜਾ ਸਕਦਾ ਗੱਲਾਂ ਬਾਤਾਂ ਨਾਲ, ਪਰ ਫੋਬੀਆ ਨਾਲ ਡੀਲ ਨਹੀਂ ਕੀਤਾ ਜਾ ਸਕਦਾ। ਉਹਦੇ ਵਾਸਤੇ ਇੱਕ ਮਾਹਰ ਚਾਹੀਦਾ ਜਿਹੜਾ ਤੁਹਾਡਾ ਫੋਬੀਆ ਤੁਹਾਡੇ ਅੰਦਰੋਂ ਕੱਢੂਗਾ, ਕਿਉਂਕਿ ਉਹ ਵਿਗੜਿਆ ਹੋਇਆ ਰੂਪ ਆ, ਉਹ ਵਿਗੜ ਗਿਆ। ਇਸੇ ਤਰ੍ਹਾਂ ਹੀ ਜਦੋਂ ਆਪਾਂ ਬੈਠ ਕੇ ਸੋਚ ਕੇ ਆਪਾਂ ਸੈਲਫ ਟਾਕ ਕਰ ਕਰਕੇ ਦਿਮਾਗ ਨੂੰ ਇੰਨਾ ਜ਼ਿਆਦਾ ਨੈਗੇਟਿਵ ਕਰ ਲੈਂਦੇ ਆ ਕਿ ਇਹ ਹੋ ਸਕਦਾ ਕਿ ਇੱਕ ਪੜ੍ਹਿਆ ਲਿਖਿਆ ਕਵੇ ਯਾਰ ਮੈਨੂੰ ਨਹੀਂ ਕਦੇ ਜੌਬ ਮਿਲਣੀ, ਕੀ ਫਾਇਦਾ, ਮੈਨੂੰ ਤਾਂ ਜਾਣ ਦੀ ਲੋੜ ਹੀ ਨਹੀਂ। ਤੇ ਉਹ ਇੰਨਾ ਜ਼ਿਆਦਾ ਨਿਰਾਸ਼ ਹੋ ਜਾਵੇ ਕਿ ਉਹ ਬਾਹਰ ਹੀ ਨਾ ਜਾਵੇ ਤੇ ਨਾ ਉਹ ਰੈਜ਼ੂਮੇ ਪਾਵੇ, ਤੇ ਉਹ ਉਦਾਸ ਹੁੰਦਾ ਇੰਨਾ ਹੋ ਜੇ ਕਿ ਉਹ ਆਪਣੇ ਕਮਰੇ ਚੋਂ ਹੀ ਨਾ ਬਾਹਰ ਆਵੇ। ਸਾਡੇ ਕੋਲੇ ਕੇਸ ਆਉਂਦੇ ਆ ਜਦੋਂ ਉਹ ਕਹਿੰਦੇ ਆ ਵੀ ਇਹ ਤਾਂ 3 ਮਹੀਨੇ ਹੋ ਗਏ ਬੰਦਾ ਆਪਣੇ ਬੈਡਰੂਮ ਚੋਂ ਨਹੀਂ ਬਾਹਰ ਆਇਆ, ਤੇ ਅਸੀਂ ਕਹਿੰਦੇ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ, 3 ਮਹੀਨੇ ਕਾਹਤੇ ਵੇਟ ਕਰਦੇ ਰਹੇ। ਆਖੇ ਅਸੀਂ ਉਹਨੂੰ ਕਹਿੰਦੇ ਸੀ ਆ ਜਾ, ਪਰ ਉਹ ਤਾਂ ਕਹਿੰਦੇ ਹੁਣ ਤਾਂ ਰੋਟੀ ਵੀ ਖਾਣੋਂ ਹਟ ਚੁੱਕੇ ਆ। ਉਸ ਵਕਤ ਬੜੀ ਮੁਸ਼ਕਲ ਆਉਂਦੀ ਆ, ਕਿਉਂਕਿ ਉਸ ਵਕਤ ਆਪਾਂ ਨੂੰ ਕਮਿਊਨਿਟੀ ਟ੍ਰੀਟਮੈਂਟ ਆਰਡਰ ਲੈਣਾ ਪੈਂਦਾ, ਜੱਜ ਕੋਲੇ ਜਾਣਾ ਪੈਂਦਾ, ਜੱਜ ਫਿਰ ਤੁਹਾਨੂੰ ਆਰਡਰ ਇਸ਼ੂ ਕਰਦਾ, ਉਹਨੂੰ ਲੈ ਕੇ ਪੁਲਿਸ ਨੂੰ ਕਾਲ ਕਰਨਾ ਪੈਂਦਾ, ਫਿਰ ਪੁਲਿਸ ਉਹਨੂੰ ਫੜ ਕੇ ਕਾਰ 'ਚ ਬਿਠਾ ਕੇ ਹਸਪੀਟਲ ਲੈ ਜਾਂਦੀ ਆ, ਕਿਉਂਕਿ ਉਹਨੂੰ ਆਪਣਾ ਕੁਝ ਨਹੀਂ ਉਸ ਵਕਤ ਪਤਾ। ਉਦੋਂ ਤੁਹਾਨੂੰ ਜਾਨੀ ਕਾਨੂੰਨ ਦੀ ਮਦਦ ਦੇ ਨਾਲ ਤੁਹਾਨੂੰ ਹਸਪੀਟਲ ਲਿਜਾ ਕੇ ਡਾਕਟਰਾਂ ਨੂੰ ਦਿਖਾਉਣਾ ਪੈਂਦਾ ਵੀ ਇਹਨੂੰ 3 ਮਹੀਨੇ ਹੋ ਗਏ, ਇਹ ਤਾਂ ਹੁਣ ਮਰ ਜੂਗਾ ਜੇ ਇਸੇ ਤਰ੍ਹਾਂ ਹੀ ਰਿਹਾ, ਕਿਉਂਕਿ ਤਾਂ ਰੋਟੀ ਵੀ ਖਾਣੋਂ ਹਟਣ ਲੱਗ ਗਿਆ। ਅੱਛਾ, ਇਹ ਜਿਹਦੇ ਇੰਨੇ ਜਿਹੜੇ ਕਈ ਵਾਰੀ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਜੌਬ ਨਹੀਂ ਮਿਲਣੀ, ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਮੈਨੂੰ ਜੌਬ ਨਹੀਂ ਮਿਲਣੀ, ਉਹਨਾਂ ਦੀ ਕਈ ਵਾਰੀ ਆਪਣੇ ਪੇਰੈਂਟਸ ਨਾਲ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ, ਡਿਫਰੈਂਸਿਸ ਹੋ ਜਾਂਦੇ ਆ, ਖਾਸ ਤੌਰ ਤੇ ਉਦੋਂ ਜਦੋਂ ਕਿ ਉਹਨਾਂ ਦੇ ਕੋਲ ਐਗਜ਼ਾਮਪਲ ਹੋਵੇ ਕਿ ਦੇਖੋ ਜੀ ਉਹ ਫਲਾਨਾ ਮੇਰਾ ਦੋਸਤ ਸੀਗਾ, ਉਹਦੇ ਫਾਦਰ ਦੀ ਤਾਂ ਇੰਨੀ ਚੱਲਦੀ ਸੀਗੀ, ਉਹਨੇ ਫਲਾਨੇ ਲੀਡਰ ਨੂੰ ਫਲਾਨੀ ਜਗ੍ਹਾ ਪਹੁੰਚ ਕਰਕੇ ਜੌਬ ਤੇ ਉਹਨੂੰ ਲਵਾ ਵੀ ਦਿੱਤਾ, ਤੇ ਉਹ ਆਪਣੇ ਪਿਓ ਨਾਲ ਉਹ ਬੰਦਾ ਲੜਦਾ ਜਿਹਦੀ ਪਹੁੰਚ ਨਹੀਂ ਗਈ, ਜਿਹੜਾ ਨਹੀਂ ਸਿਫਾਰਿਸ਼ ਕਰ ਸਕਦਾ ਵੀ ਲੈ ਤੂੰ ਤਾਂ ਮੇਰੀ ਸਿਫਾਰਿਸ਼ ਹੀ ਨਹੀਂ ਕਰ ਸਕਦਾ। ਯੈਸ, ਇਹ ਵੀ ਹੁੰਦਾ। ਪਰ ਕੈਨੇਡਾ ਦੇ ਵਿੱਚ ਪੇਰੈਂਟਸ ਨਾਲ ਉਹਨਾਂ ਦੇ ਡਿਸਐਗਰੀਮੈਂਟ ਜ਼ਰੂਰ ਹੁੰਦੇ ਆ, ਪਰ ਜਿਹੜੀ ਜੌਬ ਦੀ ਜਿਹੜੀ ਪਰ ਨਾ ਮਿਲਣ ਦੀ ਜਿਹੜੀ ਫਰਸਟ੍ਰੇਸ਼ਨ ਆ, ਉਹ ਮੇਰਾ ਖਿਆਲ 'ਚ ਬਹੁਤ ਹੱਦ ਤੱਕ ਮੇਰੇ ਲਿਮਿਟਡ ਨੌਲੇਜ ਦੇ ਹਿਸਾਬ ਦੇ ਨਾਲ ਬੰਦਾ ਇੰਟਰਨਲਾਈਜ਼ ਕਰਦਾ ਕਿ ਮੇਰੇ 'ਚ ਹੀ ਕੋਈ ਊਣਤਾਈਆਂ ਜਿਹਦੇ ਕਰਕੇ ਮੈਨੂੰ ਜੌਬ ਨਹੀਂ ਮਿਲਦੀ। ਠੀਕ ਹੈ। ਤੇ ਉਹ ਪਹਿਲਾਂ ਜਦੋਂ ਉਹਨੂੰ 1-2 ਵਾਰੀ ਉਹ ਰਿਜੈਕਟ ਹੁੰਦਾ ਤਾਂ ਉਹਨੂੰ ਲੱਗਦਾ ਯਾਰ ਓਕੇ ਐਸ ਕਰਕੇ ਮੈਂ ਰਹਿ ਗਿਆ, ਮੈਂ ਹੁਣ ਮਿਹਨਤ ਕਰਕੇ ਨਾ ਭੱਜ ਨੱਠ ਕਰਕੇ ਮੈਂ ਆਪਣੀਆਂ ਉਹ ਊਣਤਾਈਆਂ ਦੂਰ ਕਰਾਂ। ਉਹ ਫਿਰ ਭੱਜ ਕੇ ਜਾ ਕੇ ਆਪਣਾ ਰੈਜ਼ੂਮੇ ਵਧੀਆ ਬਣਾਉਂਦਾ, ਉਹ ਫਿਰ ਕਿਸੇ ਨੂੰ ਕਹਿੰਦਾ ਵੀ ਯਾਰ ਮੈਨੂੰ ਤੂੰ ਥੋੜਾ ਜਿਹਾ ਕੋਚ ਕਰ, ਜੇ ਤੂੰ ਮੈਨੂੰ ਸਵਾਲ ਪੁੱਛ ਤਾਂ ਕਿ ਮੈਂ ਜਵਾਬ ਦੇਵਾਂ, ਫਿਰ ਤੂੰ ਮੈਨੂੰ ਫੀਡਬੈਕ ਦੇ ਵੀ ਮੈਂ ਵਧੀਆ ਜਵਾਬ ਦੇਣਾ ਕਿ ਨਹੀਂ ਦੇਣਾ। ਉਹ ਜੀ ਬੜੀ ਮਿਹਨਤ ਨਾਲ ਉਹਦੀ, ਕਿਉਂਕਿ ਹਜੇ ਉਹ ਨਵਾਂ, ਉਹ ਕਹਿੰਦਾ ਕੋਈ ਨਹੀਂ ਜੇ 1-2 ਵਾਰੀ ਫੇਲ ਹੋ ਗਿਆ ਕੋਈ ਨਹੀਂ, ਇਹ ਤਾਂ ਹਜ਼ਾਰਾਂ ਮਤਲਬ ਕਿ ਹੋਣਾ। ਪਰ ਜਦੋਂ ਤੁਹਾਨੂੰ 7-8 ਵਾਰੀ ਹੋ ਗਿਆ, ਤੁਹਾਨੂੰ ਫਿਰ ਵੀ ਜੌਬ ਨਹੀਂ ਮਿਲੀ, ਫਿਰ ਇੱਕ ਟਾਈਮ ਤੇ ਤੁਹਾਨੂੰ ਆਊਗਾ ਵੀ ਮੇਰੇ 'ਚ ਨਾ ਕੋਈ, ਮੈਂ ਮਤਲਬ ਕਿ ਕਿਸੇ ਜੋਗਾ ਨਹੀਂਗਾ, ਮੇਰੇ 'ਚ ਘਾਟ ਹੈ, ਮੇਰੇ 'ਚ ਹੀ ਕੋਈ ਘਾਟ ਆ। ਜਦੋਂ ਤੁਹਾਡੇ ਇਹ ਦਿਮਾਗ 'ਚ ਸਾਈਕਲ ਚੱਲ ਪਿਆ ਵੀ ਮੇਰੇ 'ਚ ਹੀ ਘਾਟ ਆ, ਫਿਰ ਤੁਸੀਂ ਇੱਕ ਕਿਸਮ ਦਾ ਤੁਸੀਂ ਡਿਪਰੈਸ਼ਨ ਕਰਨੀ ਨੂੰ ਤੁਰ ਪਏ, ਜਾਨੀ ਤੁਸੀਂ ਕਦਮ ਚੁੱਕਣ ਲੱਗ ਗਏ। ਫਿਰ ਹੌਲੀ ਹੌਲੀ ਜੇ ਤੁਹਾਡੀ ਉਹ ਸੈਲਫ ਟਾਕ ਵੱਧ ਗਈ ਔਰ ਤੁਹਾਨੂੰ ਕੋਈ ਕਿਸੇ ਕਿਸਮ ਦਾ ਵੀ ਜੌਬ ਨਾ ਮਿਲਿਆ, ਨਾ ਤੁਹਾਡੀ ਵਾਈਫ ਨੇ ਕੋਈ ਹੱਲਾਸ਼ੇਰੀ ਦਿੱਤੀ, ਜਾਂ ਜਿਹੜੀਆਂ ਆਪਣੇ ਘਰਾਂ 'ਚ ਨੈਗੇਟਿਵ ਸੈਲਫ ਟਾਕ ਵੈਸੇ ਵੀ ਬਹੁਤ ਹੁੰਦੀ ਆ, ਜਿਵੇਂ ਕਿਸਮਤ ਹੀ ਮਾੜੀ ਆ, ਠੀਕ ਆ, ਕੋਈ ਗਰੋਹ ਆਇਆ ਲੱਗਦਾ ਬਈ ਲੋਕਾਂ ਦੇ ਤਾਂ ਚੰਗੇ ਤਰ੍ਹਾਂ, ਸਾਨੂੰ ਪਤਾ ਨਹੀਂ ਕੀ ਹੋਇਆ। ਉਹ ਜਦੋਂ ਦੂਸਰਾ ਬੰਦਾ ਇਹੋ ਜਿਹੇ ਕੰਨਾਂ 'ਚ ਉਹਦੇ ਆਵਾਜ਼ਾਂ ਪੈਂਦੀਆਂ, ਉਹ ਕਿਹੜਾ ਹੁਣ ਹੱਲਾਸ਼ੇਰੀ ਵਾਲੀਆਂ, ਉਹ ਵੀ ਤਾਂ ਢੈਂਦੀਆਂ ਕਲਾਂ ਦੀਆਂ ਗੱਲਾਂ ਹੋ ਰਹੀਆਂ, ਉਹਦੇ ਨਾਲ ਹੋਰ ਜਾਨੀ ਮਾਹੌਲ ਖਰਾਬ ਹੋ ਜਾਂਦਾ। ਤੇ ਲਓ ਜੀ, ਫਿਰ ਗਰੋਹ ਆਇਆ ਲੱਗਦਾ, ਕਿਸੇ ਨੇ ਕੁਝ ਕੀਤਾ ਲੱਗਦਾ, ਇਹਦੇ ਬਾਰੇ ਵੀ ਅਸੀਂ ਇਹਨਾਂ ਕੋਲ ਗੱਲ ਕਰਾਂਗੇ, ਕਿਉਂਕਿ ਸਾਡੀ ਕਮਿਊਨਿਟੀ 'ਚ ਇਹ ਵੀ ਇੱਕ ਬੜੀ ਵੱਡੀ ਬਿਮਾਰੀ ਆ ਕਿ ਜਦੋਂ ਕੋਈ ਬੰਦਾ ਬਿਮਾਰ ਹੋ ਗਿਆ, ਇਹਨੂੰ ਕਿਸੇ ਨੇ ਕੁਝ ਕੀਤਾ ਹੋਣਾ। ਥੋੜ੍ਹਾ ਜਿਹਾ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਮੌਕਾ ਦਿੰਦੇ ਹਾਂ। ਹੈਲੋ, ਥੋੜਾ ਜਿਹਾ ਹੋਲਡ ਤੇ ਸ਼ਾਇਦ ਨਹੀਂ ਰੱਖਿਆ ਜੀ। ਹੈਲੋ, ਯਾਰ ਬਲਦੇਵ ਸਿੰਘ ਮੁੱਠੇ ਦਾ ਫੋਨ ਨੰਬਰ ਲੈ ਲਿਓ। ਹਾਂਜੀ, ਟੈਲੀਫੋਨ ਨੰਬਰ ਅਸੀਂ ਸਕਰੀਨ ਤੇ ਵੀ ਦਿਖਾਵਾਂਗੇ ਜੀ ਇਹਨਾਂ ਦਾ। ਜ਼ਰੂਰ ਸਾਡੀ ਗੱਲਬਾਤ ਕਰਨੀ ਹੈ ਨਾ, ਜ਼ਰੂਰ ਕਰਿਓ ਜੀ ਇਹਨਾਂ ਦੇ ਨਾਲ। ਤੁਸੀਂ ਇਹ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਇਹਨਾਂ ਦੇ ਜਾ ਕੇ ਦਫ਼ਤਰ ਦੇ ਵਿੱਚ ਜ਼ਰੂਰ ਮਿਲ ਲੈਣਾ। ਟੈਲੀਫੋਨ ਨੰਬਰ ਅਸੀਂ ਇਹਨਾਂ ਦਾ ਸਕਰੀਨ ਤੇ ਵੀ ਦਿਖਾਉਂਦੇ ਹਾਂ। ਹੈਲੋ ਜੋਸਫ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੋਸਫ, ਰੀਅਲੀ ਮੈਂ ਬਲਦੇਵ ਮੁੱਟਾ ਜੀ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਹੈ। ਤੁਹਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬਹੁਤ ਵਧੀਆ, ਸ਼ਲਾਘਾਯੋਗ ਕਦਮ ਹੈ। ਮੈਂ ਮੁੱਤਾ ਸਾਹਿਬ ਨੂੰ 2-3 ਵਾਰ ਕਿਸੇ ਕਾਰਨ ਮਿਲਿਆ ਆ। ਮੇਰਾ ਬੇਟਾ ਨਿਸ਼ਾਨ ਇਹਨਾਂ ਦੇ ਕੋਲ ਜਾਂਦਾ ਸੀ, ਉਸ ਕਰਕੇ ਮੈਨੂੰ ਥੋੜਾ ਜਿਹਾ ਇਹਨਾਂ ਦੇ ਮੈਂ ਇਹਨਾਂ ਨੂੰ ਜਾਨੀ ਨਜ਼ਦੀਕੋਂ ਮਿਲਿਆ। ਤੇ ਯਕੀਨ ਕਰੋ
ਮੇਰੇ ਕੋਲ ਉਹ ਅਲਫਾਜ਼ ਨਹੀਂ ਹੈਗੇ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰਾ ਬੇਟਾ ਉੱਥੇ ਜਾਂਦਾ ਸੀ, ਪਰ ਰੀਅਲੀ ਕਾਮਨ ਮੈਂ ਇਹਨਾਂ ਨੂੰ ਦੇਖ ਕੇ, ਉੱਥੇ ਦਾ ਮਾਹੌਲ ਦੇਖ ਕੇ, ਇਹ ਇੱਕ ਏਦਾਂ ਦੀਆਂ ਸੰਸਥਾਵਾਂ ਆ ਕਹਿ ਲਓ ਇਹਨਾਂ ਦੇ ਲਈ ਕਿ ਜਿੱਦਾਂ ਨਾ ਸਾਡੀ ਕਮਿਊਨਿਟੀ 'ਚ ਜਿਹੜਾ ਕੂੜਾ ਆ ਨਾ ਉਹਨੂੰ ਕਲੀਨ ਕਰਨ ਵਾਲੇ ਬੰਦੇ ਆ। ਪਰ ਅਸੀਂ ਕਦੇ ਬਜਾਏ, ਮੈਂ ਕਹਿੰਦਾ ਜਿੰਨਾ ਹੋ ਸਕੇ ਇਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ, ਪਰ ਅਸੀਂ ਕਦੇ ਇਨਕਰੇਜ ਨਾ ਕਰੀਏ, ਉਲਟਾ ਡਿਸਕਰੇਜ ਨਾ ਕਰੀਏ। ਏਦਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ। ਮੈਂ ਮਤਲਬ ਇਹ ਸਾਰਿਆਂ ਨੂੰ ਕਹਿਣ ਵਾਲੀ ਗੱਲ ਹੈ ਕਿ ਕੋਈ ਨਜ਼ਦੀਕੋਂ ਇਹਨਾਂ ਨੂੰ ਦੇਖਿਆ ਕਿ ਕਿੱਦਾਂ ਇਹ ਉੱਥੇ ਕਿੱਦਾਂ ਦੇ ਪ੍ਰੋਬਲਮ ਵਾਲੇ ਵੀ ਬੰਦੇ ਆਉਂਦੇ, ਕਿੰਨਾ ਉਹਨਾਂ ਨੂੰ ਇਹ ਬਿਲਕੁਲ ਪਿਆਰ ਦੇ ਨਾਲ ਔਰ ਕਿੰਨਾ ਟਾਈਮ ਦੇ ਕੇ ਉਹਨਾਂ ਦੇ ਲਈ ਇਹ ਬਹੁਤ ਹੀ ਅੱਛੀ ਸੋਚ ਰੱਖ ਕੇ ਉਹਨਾਂ ਦੇ ਭਵਿੱਖ ਦੇ ਲਈ, ਉਹਨਾਂ ਦੀ ਜਿਹੜੇ ਰੋਗ ਦੁੱਖ ਹੈ ਉਹਨਾਂ ਦੇ ਲਈ ਬਹੁਤ ਅੱਛਾ ਕੰਮ ਕਰ ਰਹੇ ਆ। ਇਹੋ ਜਿਹੀਆਂ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਜਿਹੜੇ ਇਨਸਾਨ ਹੈ ਔਰ ਇਹੋ ਜਿਹੀਆਂ ਸੰਸਥਾਵਾਂ, ਉਹਨਾਂ ਨੂੰ ਜਿੰਨਾ ਹੋ ਸਕੇ ਉਨੀ ਸ਼ਲਾਘਾ ਕਰਨੀ ਚਾਹੀਦੀ ਹੈ। ਮੁਖਤਿਆਰ ਸਾਹਿਬ ਰੀਅਲੀ ਤੁਹਾਡੀ ਬਹੁਤ ਹੀ ਵਧੀਆ ਲਾਈਨ ਦੇ ਉੱਤੇ ਇਹ ਕੰਮ ਸਾਡੇ ਮੰਦਰਾਂ ਗੁਰਦੁਆਰਿਆਂ ਦੇ ਨਾਲੋਂ ਬਹੁਤ ਹੀ ਉੱਪਰ ਦਾ ਕੰਮ ਹੈ, ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ। ਮੈਂ ਕਹਿੰਦਾ ਇਹ ਕਰਦੇ ਆ ਕੰਮ। ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਵੈਸੇ ਇਹ ਜੀ ਕਿ ਜਿਸ ਦਾ ਕੰਮ ਉਸੀ ਕੋ ਸਾਜੇ, ਸੋ ਮੰਦਰਾਂ ਗੁਰਦੁਆਰਿਆਂ ਦਾ ਉਹਨਾਂ ਦੇ ਪ੍ਰਬੰਧਕਾਂ ਦੀਆਂ ਆਪਣੀਆਂ ਡਿਊਟੀਆਂ ਨੇ, ਉਹ ਆਪਣੇ ਚਿੱਤੋਂ ਜੀ ਜਾਨ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਦੇ ਸੈਂਟਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਇਹਨਾਂ ਆਪਣੇ ਵੱਲੋਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆ। ਅੱਛੀ ਗੱਲ ਹੈ ਜਦੋਂ ਕੋਈ ਵਿਅਕਤੀ ਕੋਈ ਅੱਛਾ ਕੰਮ ਕਰਦਾ ਤੇ ਉਤਸ਼ਾਹਿਤ ਵੀ ਕੀਤਾ ਜਾਣਾ ਚਾਹੀਦਾ। ਪਰ ਇਹ ਜਿਸ ਤਰ੍ਹਾਂ ਕਾਲਰ ਨੇ ਕਿਹਾ ਜੀ ਕਿ ਅਕਸਰ ਕਈ ਲੋਕ ਇੱਦਾਂ ਮਹਿਸੂਸ ਕਰਦੇ ਆ ਵੀ ਜੇ ਤੁਹਾਡੇ ਕੋਲ ਗਏ ਤੇ ਸਮੱਸਿਆ ਹੱਲ ਨਹੀਂ ਹੋਣੀ, ਉਹ ਵਧੂਗੀ। ਇੱਦਾਂ ਕਿਉਂ ਸੋਚਣ ਲੱਗ ਜਾਂਦੇ ਕਈ? ਕਈ ਵਾਰੀ ਨਾ ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂਟਲ ਹੈਲਥ ਦੀਆਂ ਖਾਸ ਕਰਕੇ ਪ੍ਰੋਬਲਮਸ ਹੁੰਦੀਆਂ, ਹਾਂਜੀ, ਸੋ ਹੁਣ ਮੈਂਟਲ ਹੈਲਥ ਦੇ ਕੋਈ ਸਾਡੇ ਕੋਲੇ ਆਇਆ ਔਰ ਉਹਨੇ ਸਾਨੂੰ ਕਹਿਤਾ ਵੀ ਮੇਰਾ ਤਾਂ ਮਤਲਬ ਕਿ ਜੀ ਕਰਦਾ ਵੀ ਮੈਂ ਆਪਣੇ ਫਲਾਣੇ ਬੰਦੇ ਨੂੰ, ਪਰਿਵਾਰ ਦੇ ਨੂੰ ਮਾਰ ਦੇਵਾਂ ਜੀ, ਫਰਜ਼ ਕਰ ਲਓ ਉਹਨੇ ਇਹ ਲਫ਼ਜ਼ ਯੂਜ਼ ਕਰਤੇ। ਹੁਣ ਸਾਡੀ ਜਿਹੜੀ ਕਾਨੂੰਨੀ ਤੌਰ ਤੇ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹਨੂੰ ਕਰ ਨਹੀਂ ਜਾਣ ਦੇਣਾ। ਅੱਛਾ ਜੀ, ਕਿਉਂਕਿ ਉਹਨੇ ਧਮਕੀ ਦੇਤੀ ਮਾਰਨ ਦੀ। ਇਹ ਤੁਹਾਡੀ ਜ਼ਿੰਮੇਵਾਰੀ ਹੋ ਗਈ ਕਿ ਤੁਸੀਂ ਜਾਣ ਨਹੀਂ ਦੇਣਾ? ਅਸੀਂ ਜਾਣ ਨਹੀਂ ਦੇਣਾ। ਹੁਣ ਜਦੋਂ ਘਰ ਵਾਲਿਆਂ ਨੂੰ ਅਸੀਂ ਕਹਿੰਦੇ ਆ ਵੀ ਇਹਨੇ ਤੁਹਾਨੂੰ ਧਮਕੀ ਦਿੱਤੀ ਆ, ਉਹ ਕਹਿੰਦੇ ਲਾਏ ਤਾਂ 20 ਵਾਰੀ ਧਮਕੀ ਦਿੱਤੀ, ਇਹ ਤਾਂ 20 ਵਾਰੀ ਧਮਕੀ ਦਿੱਤੀ, ਇਹਦਾ ਤਾਂ ਕੰਮ ਹੀ ਧਮਕੀਆਂ ਦੇਣਾ। ਪਰ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਨਹੀਂ, ਇਹ ਕਾਨੂੰਨ ਨਹੀਂ ਇਸ ਚੀਜ਼ ਨੂੰ ਮੰਨਦਾ। ਕਾਨੂੰਨ ਕਹਿੰਦਾ ਵੀ ਇਹਨੂੰ ਡਾਕਟਰ ਦੇ ਦਿਖਾਣਾ ਪਊਗਾ, ਅਸੀਂ ਇੱਥੋਂ ਟੈਕਸੀ ਸੱਦਾਂਗੇ ਜਾਂ ਐਂਬੂਲੈਂਸ ਸੱਦਾਂਗੇ, ਪੈਸੇ ਸਾਡੇ ਹੋਣਗੇ, ਇਹ ਹੁਣ ਸਿੱਧਾ ਹਸਪੀਟਲ ਜਾਊਗਾ। ਅੱਛਾ ਜੀ, ਸਾਈਕੈਟ੍ਰਿਸਟ ਇਹਨੂੰ ਛੱਡ ਦੇਵੇ ਟੈਸਟ ਕਰਕੇ, ਉਹ ਸਾਈਕੈਟ੍ਰਿਸਟ ਦਾ ਕੰਮ ਆ। ਪਰ ਅਸੀਂ ਨਹੀਂ ਇਹਨੂੰ ਘਰ ਜਾਣ ਦੇਣਾ। ਹੁਣ ਉਹ ਸਾਡੇ ਨਾਲ ਲੜ ਪੈਣਗੇ, ਉਹ ਕਹਿਣਗੇ ਯਾਰ ਤੁਹਾਡੇ ਕੋਲੇ ਬੰਦਾ ਆਇਆ ਸੀ, ਤੁਸੀਂ ਚੱਕ ਕੇ ਇਹਨੂੰ ਉੱਥੇ ਐਮਰਜੈਂਸੀ 'ਚ ਭੇਜੀ ਜਾਂਦੇ ਹੋ। ਉਹ ਇਹ ਨਹੀਂ ਸਮਝਦੇ ਕਿ ਸਾਡੀਆਂ ਕਾਨੂੰਨਨ ਕੁਛ ਸਲਟਨ ਜ਼ਿੰਮੇਵਾਰੀਆਂ। ਠੀਕ ਹੈ, ਜਾਨੀ ਕੱਲ ਨੂੰ ਅਗਰ ਸਾਡੇ ਕੋਲੋਂ ਉਹ ਬੰਦਾ ਘਰ ਚਲੇ ਜੇ, ਗੁੱਸੇ 'ਚ ਆ ਕੇ ਉਹ ਕੁਝ ਕਰ ਬੈਠੇ, ਤਾਂ ਸਾਨੂੰ ਪੁਲਿਸ ਵਾਲਿਆਂ ਨੇ ਲੰਬੇ ਹੱਥੀ ਲੈਣਾ ਵੀ ਜਦੋਂ ਇਹ ਤੁਹਾਨੂੰ ਧਮਕੀ ਦੇ ਕੇ ਗਿਆ ਤੇ ਤੁਸੀਂ ਉਦੋਂ ਕਿਉਂ ਨਹੀਂ ਸਾਨੂੰ ਕਾਲ ਕੀਤਾ। ਜਾਨੀ ਆ ਜਿਹੜੀਆਂ ਕਾਨੂੰਨੀ ਮੁਸ਼ਕਲਾਂ, ਇਹ ਆਪਣੀ ਕਮਿਊਨਿਟੀ ਸਮਝਦੀ ਨਹੀਂ ਕਿ ਸਾਡੀਆਂ ਜ਼ਿੰਮੇਵਾਰੀਆਂ ਕਾਨੂੰਨੀ ਤੌਰ ਤੇ ਬਹੁਤ ਆ। ਠੀਕ ਹੈ ਜੀ, ਉਸ ਕਰਕੇ ਫਿਰ ਉਹ ਕਈ ਵਾਰੀ ਸਾਡੇ ਜਿਹੜੇ ਕਈ ਪਰਿਵਾਰ ਹੁੰਦੇ ਆ, ਉਹ ਮਿੰਨਤਾਂ ਕਰਦੇ ਆ ਵੀ ਨਹੀਂ ਤੁਸੀਂ ਐਂ ਨਾ ਕਰਿਓ, ਹੋਰ ਨਾ ਇੱਕ ਸਾਡਾ ਕੁਝ ਹੋਰ ਕੰਮ ਖਰਾਬ ਹੋ ਜੇ ਜਾਂ ਇਹਦੇ ਇਮੀਗ੍ਰੇਸ਼ਨ ਤੇ ਫਰਕ ਪੈ ਜੇ। ਔਰ ਉਹਨਾਂ ਨੂੰ ਅਸੀਂ ਕਈ ਵਾਰੀ ਕਹਿੰਦੇ ਆ ਵੀ ਇਮੀਗ੍ਰੇਸ਼ਨ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਅਗਰ ਇਹਨੂੰ ਕੋਈ ਮਾਨਸਿਕ ਤੌਰ ਤੇ ਇਹਨੂੰ ਪਰੇਸ਼ਾਨੀ ਹੈ ਵਿਚਾਰੇ ਨੂੰ, ਅਗਰ ਉਹਦੀ ਹੱਲ ਨਹੀਂ ਕਰਾਂਗੇ, ਜੇ ਇਹਨੇ ਉਹ ਮਾਨਸਿਕ ਉਸ ਪਰੇਸ਼ਾਨੀ ਦੇ ਵਿੱਚ ਕੱਲ ਨੂੰ ਕੁਝ ਕਰਤਾ, ਫਿਰ ਚਾਰਜਿਸ ਵੀ ਲੱਗਣਗੇ। ਇੱਕ ਤਾਂ ਮਾਨਸਿਕ ਪਰੇਸ਼ਾਨੀ ਆ, ਇੱਕ ਉੱਤੋਂ ਦੀ ਚਾਰਜ ਲੱਗ ਜੂ ਕਿਉਂਕਿ ਇਹਨੇ ਕ੍ਰਿਮੀਨਲ ਕੰਮ ਕੀਤਾ। ਠੀਕ ਹੈ ਜੀ, 905 790 0802 ਇਹਨਾਂ ਦੇ ਸੈਂਟਰ ਦਾ ਟੈਲੀਫੋਨ ਨੰਬਰ ਤੁਸੀਂ ਲਿਖ ਲਓ। ਅਸੀਂ ਸਕਰੀਨ ਤੇ ਵੀ ਵੈਸੇ ਦਿਖਾਵਾਂਗੇ, ਪਰ ਰੇਡੀਓ ਦੇ ਕਿਉਂਕਿ ਸਾਡੇ ਸਰੋਤੇ ਨਹੀਂ ਦੇਖ ਸਕਣਗੇ। 905 790 0802 ਬਲਦੇਵ ਮੋਟਾ ਹੋਣਾ ਦੇ ਦਫ਼ਤਰ ਦਾ ਟੈਲੀਫੋਨ ਨੰਬਰ ਹੈ। ਆਮ ਸਾਡੇ ਹੁੰਦਾ ਜੀ ਕਿ ਵੀ ਚਲੋ ਜੇ ਕਿਸੇ ਵੀ ਤਰ੍ਹਾਂ ਪਰੇਸ਼ਾਨੀ ਹੋ ਗਈ, ਭਾਵੇਂ ਨੌਕਰੀ ਨਾ ਮਿਲਣ ਕਰਕੇ ਹੋ ਗਈ ਜਾਂ ਉੱਦਾਂ ਜੋ ਵੀ ਕੋਈ ਕਾਰਨ ਉਹਦਾ ਹੋ ਗਿਆ, ਇਹਦਾ ਜੀ ਫਾਂਡਾ ਕਰਾਉਂਦੇ ਆ, ਇਹਨੂੰ ਬਾਬੇ ਕੋਲ ਲੈ ਕੇ ਜਾਂਦੇ ਆ, ਇਹਨੂੰ ਕੁਝ ਹੋ ਗਿਆ ਹੋਣਾ, ਇਹਨੂੰ ਕੁਝ ਚੁੰਬੜ ਗਿਆ ਹੋਣਾ। ਇਹ ਤਾਂ ਚਲੋ ਉੱਥੇ ਪੰਜਾਬ ਦੀਆਂ ਭਾਰਤ ਦੀਆਂ ਗੱਲਾਂ, ਇੱਥੇ ਕੈਨੇਡਾ 'ਚ ਆ ਕੇ ਸਾਡੇ ਲੋਕ ਇਦਾਂ ਕਰਦੇ ਆ। ਹਾਂ ਬਿਲਕੁਲ ਬਿਲਕੁਲ ਜੀ। ਔਰ ਬਹੁਤ ਪਰਿਵਾਰ ਪੈਸੇ ਦਿੰਦੇ ਆ, ਜਾਨੀ ਹਰ ਇੱਕ ਕਿਸਮ ਦਾ ਧਾਰਮਿਕ ਉਪਾਅ ਕਰਨ ਦੇ ਲਈ। ਔਰ ਜਦੋਂ ਜਿਹੜੇ ਬੰਦੇ ਇਹਨਾਂ ਗਤੀਵਿਧੀਆਂ 'ਚ ਹੈਗੇ ਆ, ਉਹਨਾਂ ਨੂੰ ਪਤਾ ਵੀ ਹੁਣ ਇਹ ਬੰਦਾ ਮੁਸ਼ਕਲ ਦਾ ਮਾਰਿਆ ਮੇਰੇ ਕੋਲੇ ਆਇਆ, ਜਿੰਨੇ ਮੈਂ ਮਰਜ਼ੀ ਲੈ ਲਾਂ,
ਔਰ ਕਈਆਂ ਨੇ ਤਾਂ 10-10 ਹਜ਼ਾਰ ਡਾਲਰ ਤੱਕ ਦਿੱਤੇ ਹੋਏ ਆ ਆਪਣੇ ਬੱਚਿਆਂ ਨੂੰ ਠੀਕ ਕਰਾਉਣ ਦੀ ਖਾਤਰ, ਕਿਉਂਕਿ ਬੱਚੇ ਦੇ ਤਾਂ ਜਿਹੜਾ ਮਾਪਾ ਉਹ ਤਾਂ ਕੁਝ ਵੀ ਕਰਨ ਨੂੰ ਤਿਆਰ ਆ ਨਾ ਬੱਚੇ ਨੂੰ ਠੀਕ ਕਰਨ ਦੀ ਖਾਤਰ। ਅੱਛਾ ਜੀ। ਤੇ ਇਸ ਕਰਕੇ ਉਹ ਜਦੋਂ ਫਿਰ ਸਾਡੇ ਕੋਲੇ ਆਉਂਦੇ ਆ ਉਹ ਕਹਿੰਦੇ ਜੀ ਉਹ ਅਸੀਂ ਸਾਡੀ ਇਨਟੇਕ ਦੇ ਵਿੱਚ ਕੁਐਸਚਨਸ ਵੀ ਆ ਵੀ ਕੀ ਤੁਸੀਂ ਕਦੇ ਆਪਣੇ ਬੱਚੇ ਨੂੰ ਠੀਕ ਕਰਾਉਣ ਲਈ ਕਿਸੇ ਕੋਲੇ ਲਗਾਏ ਸੀਗੇ? ਤੇ ਉਹ ਦੱਸਦੇ ਆ, ਉਹ ਕਹਿੰਦੇ ਅਸੀਂ ਫਲਾਣੇ ਬਾਬੇ ਕੋਲੇ ਲਗਾਏ ਸੀ, ਜਾਂ ਫਲਾਣਾ ਅਸੀਂ ਜਾਦੂ ਟੂਣਾ ਵੀ ਕੀਤਾ, ਅਸੀਂ ਫਲਾਣਾ ਵੀ ਕੀਤਾ, ਅਸੀਂ ਆ ਵੀ ਕੀਤਾ, ਅਸੀਂ ਉਹ ਸਾਰਾ ਕੁਝ ਅਸੀਂ ਪੁੱਛਦੇ ਆ। ਤੇ ਕਈਆਂ ਦੇ ਕੋਲ ਕਈਆਂ ਨੇ ਤਾਂ ਵਾਕਿਆ ਹੀ ਬਹੁਤ ਪੈਸੇ ਦਿੱਤੇ ਹੋਏ ਆ ਕਿ ਕਿਸੇ ਤਰੀਕੇ ਨਾਲ ਇਹ ਜਿਹੜੀ ਬੱਚਾ ਜਾਂ ਮਾਨਸਿਕ ਪਰੇਸ਼ਾਨੀ ਆ ਵੀ ਇਹ ਕਿਸੇ ਹਵਾ ਕਰਕੇ ਆ, ਕੋਈ ਜਾਦੂ ਟੂਣਾ ਕਰਕੇ ਆ, ਜਾਂ ਕਿਸੇ ਨੇ ਕੁਝ ਕਰਤਾ ਉਹਦੇ ਕਰਕੇ ਆ। ਸੋ ਇਸ ਕਰਕੇ ਇਹਦੇ ਬਾਰੇ ਮੇਰੀ ਇੱਕ ਬੇਨਤੀ ਆ ਆਪਣੀ ਕਮਿਊਨਿਟੀ ਨੂੰ ਵੀ ਪਲੀਜ਼ ਇਹਨਾਂ ਚੱਕਰਾਂ 'ਚ ਨਾ ਪਾਓ। ਤੁਸੀਂ ਪੈਸੇ ਖਰਾਬ ਕਰ ਰਹੇ ਹੋ ਆਪਣੇ, ਬੈਟਰ ਆ ਤੁਸੀਂ ਸਾਈਕਾਇਟਰਿਸਟ ਨਾਲ ਕੰਸਲਟ ਕਰੋ, ਉਹਦਾ ਕੋਈ ਤੁਹਾਡੇ ਤੇ ਪੈਸਾ ਨਹੀਂ। ਤੁਸੀਂ ਚੰਗੀ ਤਰ੍ਹਾਂ ਪਹਿਲਾਂ ਦਿਮਾਗ ਨੂੰ ਤੇ ਦਿਮਾਗ ਕੰਮ ਕਿਵੇਂ ਕਰਦਾ ਉਹਨੂੰ ਤੇ ਦਿਮਾਗ ਦੇ ਕੈਮੀਕਲਸ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਵਿਚਾਰ ਆਉਂਦੇ ਆ ਉਹ ਕਿਵੇਂ ਹੁੰਦੇ ਆ ਔਰ ਕਿਸ ਤਰੀਕੇ ਨਾਲ ਕੈਮੀਕਲ ਇੰਬੈਲੈਂਸ ਹੁੰਦਾ। ਜਿਵੇਂ ਕਿ ਫਾਰ ਐਗਜ਼ਾਮਪਲ ਇੱਕ ਡਿਪਰੈਸ਼ਨ ਨੂੰ ਅਸੀਂ ਕਹਿੰਦੇ ਆ ਪੋਸਟਪਾਰਟਮ ਡਿਪਰੈਸ਼ਨ। ਜਦੋਂ ਵੀ ਕਿਸੇ ਆਪਣੀ ਜਨਾਨੀ ਨੂੰ ਬੱਚਾ ਹੁੰਦਾ, ਉਹ ਇਹ ਹੋ ਸਕਦਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਜਨਾਨੀ ਨੂੰ ਡਿਪਰੈਸ਼ਨ ਹੋ ਜੇ। ਅੱਛਾ ਜੀ। ਉਹਨੂੰ ਪੋਸਟਪਾਰਟਮ ਡਿਪਰੈਸ਼ਨ ਕਹਿੰਦੇ ਆ। ਅਗਰ ਉਹਦਾ ਇਲਾਜ ਨਾ ਠੀਕ ਕੀਤਾ ਜਾਵੇ ਤਾਂ ਕਈ ਇਨਸਟੈਂਸਿਸ ਦੇ ਵਿੱਚ ਜਿਹੜੀ ਮਾਂ ਬੱਚੇ ਦਾ ਕਤਲ ਵੀ ਕਰ ਦਿੰਦੀ ਆ, ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹ ਕੀ ਕਰ ਰਹੀ ਆ। ਹੁਣ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹਦੇ ਤੇ ਹਵਾ ਲੱਗ ਗਈ, ਇਹਦੇ ਤੇ ਕੁਝ ਬੱਚੇ ਦਾ ਹੀ ਕੋਈ ਗਰੋਹ ਆ ਗਿਆ, ਇਹ ਬੱਚਾ ਮਾਂ ਤੇ ਭਾਰੀ ਪੈ ਗਿਆ, ਇਸ ਤਰ੍ਹਾਂ ਦੀਆਂ ਵੀ ਅਸੀਂ ਐਗਜ਼ਾਮਪਲਾਂ ਸੁਣੀਆਂ। ਤੇ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਵੀ ਨਹੀਂ ਤੁਸੀਂ ਇੱਕ ਮਿੰਟ ਸਾਡੀ ਗੱਲ ਮੰਨੋ, ਆਪਾਂ ਪੀਲ ਹੈਲਥ ਡਿਪਾਰਟਮੈਂਟ ਦਾ ਇੱਕ ਪੋਸਟਪਾਰਟਮ ਡਿਪਰੈਸ਼ਨ ਉਹਨਾਂ ਦਾ ਹੈਲਥ ਡਿਪਾਰਟਮੈਂਟ ਦਾ ਪ੍ਰੋਗਰਾਮ ਆ, ਉਹਦੀਆਂ ਨਰਸਾਂ ਘਰ ਵਿਜ਼ਿਟ ਕੀਤੀਆਂ, 2-3 ਕੇਸ ਅਸੀਂ ਠੀਕ ਕੀਤੇ ਆ। ਉਹਨਾਂ ਨੇ ਬਕਾਇਦਾ ਆਈਆਂ, ਉਹਨਾਂ ਨੇ ਉਹਨਾਂ ਨੂੰ ਦਵਾਈ ਦਿੱਤੀ, ਡਾਕਟਰ ਦੇ ਲਗਾਈਆਂ, ਉਹ ਹੁਣ ਮਾਵਾਂ ਬਿਲਕੁਲ ਠੀਕ ਠਾਕ ਆ। ਅੱਛਾ। ਇੱਕ ਟਾਈਮ ਸੀਗਾ ਜਦੋਂ ਬੱਚੇ ਦੇ 3-4 ਦਿਨਾਂ ਦਾ ਬੱਚਾ ਸੀਗਾ, ਉਹ ਕਹਿੰਦੀ ਨਾ ਮੈਂ ਨਹੀਂ ਚੱਕਣਾ। ਤੇ ਸਾਰੇ ਘਰ ਦੇ ਬੜੇ ਪਰੇਸ਼ਾਨ ਵੀ ਇਹ ਕਿਵੇਂ ਹੋ ਸਕਦਾ ਇੱਕ ਮਾਂ ਆਪਣਾ ਬੱਚਾ ਹੀ ਨਾ ਚੱਕੇ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨੂੰ ਸਮਝਣਾ ਬੜਾ ਜ਼ਰੂਰੀ ਆ ਸਾਇੰਸ ਦੇ ਤਰੀਕੇ ਨਾਲ। ਔਰ ਆਪਾਂ ਉਹ ਸਾਇੰਸ ਨੂੰ ਪਤਾ ਨਹੀਂ ਆਪਣਾ ਦੁਸ਼ਮਣ ਹੀ ਸਮਝੀ ਬੈਠੇ। ਮੈਨੂੰ ਤਾਂ ਕਈ ਵਾਰੀ ਇਉਂ ਹੀ ਲੱਗਦਾ ਵੀ ਅਸੀਂ ਸਾਇੰਟੀਫਿਕ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਅਸੀਂ ਉਸ ਸੋਚ ਨੂੰ ਅਪਣਾਉਂਦੇ ਨਹੀਂ। ਤੇ ਜਦ ਤੱਕ ਅਸੀਂ ਉਸ ਚੀਜ਼ ਨੂੰ ਸਮਝਾਂਗੇ ਨਹੀਂ ਤਾਂ ਕਾਫੀ ਆਪਾਂ ਨੂੰ ਮੁਸ਼ਕਲਾਂ ਦਾ ਐਵੇਂ ਹੀ ਸਾਹਮਣਾ ਕਰਨਾ ਪੈਂਦਾ। ਇਹ ਜਿਹੜਾ ਉਪਾਅ ਕਰਾਉਣ ਦੇ ਵਿੱਚ ਫਿਰ ਇੰਨਾ ਉੱਜੜਦੇ ਆ ਲੋਕ, 10-10 ਹਜ਼ਾਰ ਡਾਲਰ ਤੁਸੀਂ ਕਹਿੰਦੇ ਆ, ਉਹੋ ਜਿਹਿਆਂ ਕੋਲ ਜਾਂਦੇ ਆ ਜਿਨ੍ਹਾਂ ਦੇ ਬਾਰੇ ਆਪਾਂ ਅਕਸਰ ਸੁਣਦੇ ਆ ਜੀ ਵੀ ਕਿਸੇ ਵੀ ਤਕਲੀਫ ਦਾ ਹੱਲ ਅਸੀਂ 24 ਘੰਟਿਆਂ 'ਚ ਕਰ ਦਿਆਂਗੇ। ਐਗਜ਼ੈਕਟਲੀ ਸ਼ਰਾਬ ਦੇ ਆਪਣੇ ਮੈਂ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਸ਼ਰਾਬ ਨੂੰ ਠੀਕ ਕਰਨ ਦੇ ਲਈ ਆਪਣੇ ਪਰਿਵਾਰਾਂ ਨੇ 25-25 ਹਜ਼ਾਰ ਡਾਲਰ ਦੇ ਕੇ ਦੇਖਿਆ ਹੋਇਆ। ਅੱਛਾ ਜੀ। ਬਈ ਕਿਸੇ ਤਰ੍ਹਾਂ ਸਾਡਾ ਆਹ ਇਕਲੌਤਾ ਬੇਟਾ ਜਿਹੜਾ ਡਰੱਗ ਦੇ ਨਸ਼ੇ 'ਚ ਗ੍ਰਸਤ ਹੋ ਚੁੱਕਿਆ, ਇਹਨੂੰ ਕੱਢਣ ਦੇ ਲਈ ਕੁਝ ਵੀ ਉਹ ਮਾਪੇ ਕਰਨ ਨੂੰ ਤਿਆਰ ਆ, ਮੌਰਗੇਜਾਂ ਚੱਕ ਕੇ ਵੀ ਦੇਣ ਨੂੰ ਤਿਆਰ ਆ ਵੀ ਸਾਡਾ ਬੇਟੇ ਨੂੰ ਕਿਸੇ ਤਰੀਕੇ ਨਾਲ ਤੁਸੀਂ ਠੀਕ ਕਰ ਦਿਓ। ਸੋ ਜਦੋਂ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰਾ ਜਿਹੜਾ ਛੋਟਾ ਬੇਟਾ ਸੀ ਉਹਨੂੰ ਡਿਪਰੈਸ਼ਨ ਹੋ ਗਿਆ ਸੀ, ਔਰ ਮੈਂ ਇਸ ਕਰਕੇ ਇਸ ਚੀਜ਼ ਨਾਲ ਪਰਸਨਲੀ ਵੀ ਨਜਿੱਠਿਆ। ਸਿਰਫ ਮੈਨੂੰ ਕਿ ਮੈਂ ਪੜ੍ਹਿਆ ਹੀ ਨਹੀਂਗਾ ਇਸ ਨੂੰ ਯੂਨੀਵਰਸਿਟੀ 'ਚ, ਮੈਂ ਇਸ ਨੂੰ ਪਰਸਨਲੀ ਹੰਡਾਇਆ ਵੀ ਆਪਣੇ ਪਰਿਵਾਰ 'ਚ। ਕਿਉਂਕਿ ਜਦੋਂ ਮੇਰੇ ਬੇਟੇ ਨੂੰ ਡਿਪਰੈਸ਼ਨ ਹੋਇਆ ਉਦੋਂ ਸਾਨੂੰ ਵੀ ਇਹ ਲੋਕ ਕਹਿੰਦੇ ਸੀ ਵੀ ਇਹਨੂੰ ਹਵਾ ਲੱਗ ਗਈ, ਕਿਸੇ ਨੇ ਕੁਝ ਕਰਤਾ ਹੋਣਾ, ਵੀ ਤੂੰ ਬੋਲਦਾ ਰਹਿਣਾ ਰੇਡੀਓ ਟੈਲੀਵਿਜ਼ਨਾਂ ਤੇ ਜਾ ਕੇ, ਕਿਸੇ ਨੇ ਕੁਝ ਕਰਤਾ ਹੋਣਾ। ਸੋ ਮੈਂ ਉਹਨਾਂ ਨੂੰ ਇਹੀ ਦਿੰਦਾ ਸੀ ਵੀ ਨਹੀਂ, ਕਿਸੇ ਨੇ ਕੁਝ ਨਹੀਂ ਕੀਤਾ। ਟੀਨੇਜਰ ਆ, ਟੀਨੇਜਰ ਦੇ ਵਿੱਚ ਕੈਨੇਡਾ ਦੀਆਂ ਸਟੈਟਿਸਟਿਕਸ ਹੈਗੀਆਂ ਕਿ 1 in 5 ਟੀਨੇਜਰ ਮੇ ਗੈਟ ਡਿਪਰੈਸਡ। ਉਹਦੇ ਵਿੱਚੋਂ ਮੈਂ ਕਿਹਾ ਇਹ ਵੀ ਇੱਕ, ਮੈਂ ਕਿਹਾ ਸਾਈਕਾਇਟਰਿਸਟ ਕਹਿੰਦਾ ਵੀ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ, ਜੇ ਇਹਨੇ ਮੈਡੀਕੇਸ਼ਨ ਲੈਣੀ ਹੈ ਥੋੜਾ ਜਲਦੀ ਠੀਕ ਹੋ ਜਾਊਗਾ, ਜੇ ਇਹਨੇ ਮੈਡੀਕੇਸ਼ਨ ਨਹੀਂ ਲੈਣੀ ਇਹਨੂੰ ਮਤਲਬ ਥੋੜਾ ਟਾਈਮ ਲੱਗੂ। ਫਿਰ ਇਹਦੇ ਤੁਸੀਂ ਪ੍ਰੋਗਰਾਮ ਨਿਯਤ ਕਰੋ ਵੀ ਇਹਨੂੰ ਰੋਜ਼ ਸਵੇਰੇ ਬਾਹਰ ਕੱਢਣਾ, ਇਹਨੂੰ ਕਹੋ ਵੀ ਚੱਲ ਮੇਰੇ ਨਾਲ ਘੁੰਮ ਕੇ ਆ, ਸ਼ਾਮ ਨੂੰ ਇਹਨੂੰ ਕਹੋ ਚੱਲ ਮੇਰੇ ਨਾਲ ਘੁੰਮ ਕੇ ਆ, ਫਿਰ ਇਹਨੂੰ ਕਹੋ ਵੀ ਤੂੰ ਹੁਣ ਆਪੇ ਬਣਾਓ। ਉਹਨਾਂ ਨੇ ਸਾਨੂੰ ਮਨਾ ਕੀਤਾ ਸੀਗਾ ਵੀ ਇਹਨੂੰ ਬਿਲਕੁਲ ਫੂਡ ਨਹੀਂ ਦੇਣਾ ਇਹਦੇ ਬੈਡਰੂਮ 'ਚ, ਇਹਨੂੰ ਕਹੋ ਵੀ ਥੱਲੇ ਉਤਰ ਕੇ ਆਪੇ ਬਣਾ। ਅੱਛਾ ਜੀ। ਵੀ ਤੁਸੀਂ ਇਹਨੂੰ ਕੁੱਕ ਵੀ ਨਹੀਂ ਕਰਨਾ। ਅਸੀਂ ਕਿਹਾ ਵੀ ਜੇ ਇਹ ਤਾਂ ਖਾਂਦਾ ਹੀ ਨਹੀਂਗਾ, ਇਹ ਤਾਂ ਫਿਰ 2-3 ਦਿਨ ਨਹੀਂ ਖਾਊਗਾ। ਉਹ ਕਹਿੰਦਾ ਨੋ, ਤੁਸੀਂ ਕੁੱਕ ਨਹੀਂ ਕਰਨਾ, ਇਹਨੂੰ ਆਪੇ ਕੁੱਕ ਕਰਨ ਦਿਓ। ਹੁਣ ਕਹਿਣ ਤੋਂ ਮੇਰਾ ਭਾਵ ਆ ਸਾਨੂੰ ਵੀ ਆਪਣੀਆਂ ਆਦਤਾਂ ਚੇਂਜ ਕਰਨੀਆਂ ਪਈਆਂ,
ਸੋ ਮੇਰੀ ਵਾਈਫ ਨੂੰ ਵੀ ਬਹੁਤ ਸਟਰਗਲ ਹੋਈ ਵੀ ਮੇਰੇ ਮੁੰਡੇ ਨੇ 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਮੇਰੇ ਮੁੰਡੇ ਨੇ ਵੀ ਤੁਸੀਂ ਕਿਉਂ ਤੁਸੀਂ ਜਿੱਦ ਕਰਦੇ ਹੋ। ਸਾਨੂੰ ਬੜੀਆਂ ਮੁਸ਼ਕਲ ਹੋਇਆ ਮੈਨੂੰ ਆਪਣੀ ਵਾਈਫ ਨੂੰ ਰੋਕਣਾ ਵੀ ਲੁੱਕ ਆਪਾਂ ਨੂੰ ਉਹ ਮੰਨਣੀ ਚਾਹੀਦੀ ਹੈ ਜਿਹੜਾ ਸਕਾਈਟਰਿਸਟ ਕਹਿੰਦਾ। ਔਰ ਦੇਖੋ ਤੁਸੀਂ ਅੱਜ 10 ਸਾਲਾਂ ਬਾਅਦ ਜਾਨੀ ਗ੍ਰੈਜੂਅਲੀ ਫਿਰ ਬੈਟਰ ਹੋਣਾ ਸ਼ੁਰੂ ਹੋ ਗਿਆ, ਲੇਕਿਨ ਅੱਜ ਤੁਸੀਂ ਉਸ ਬੱਚੇ ਕਨੀ ਦੇਖੋਗੇ ਆ ਲੱਗੂਗਾ ਹੀ ਨਹੀਂ ਤੁਹਾਨੂੰ ਵੀ ਕਦੇ ਇਹਨੂੰ ਵੀ ਜ਼ਿੰਦਗੀ 'ਚ ਡਿਪਰੈਸ਼ਨ ਹੋਇਆ ਸੀ। 10 ਸਾਲਾਂ ਬਾਅਦ ਠੀਕ ਹੋ ਗਿਆ ਜੀ। ਹਾਂ ਹਾਂ, ਗ੍ਰੈਜੂਅਲੀ ਹੋਣਾ ਹੁੰਦਾ 10 ਕੁ ਸਾਲ ਲੱਗੇ ਉਹਨੂੰ ਬਿਲਕੁਲ ਹੀ ਤਕਰੀਬਨ ਠੀਕ ਹੋਣ ਨੂੰ, ਪਰ 3 ਕੁ ਸਾਲ ਉਹਨੇ ਬਹੁਤ ਜਾਨੀ ਡਿਪਰੈਸ਼ਨ 'ਚ ਰਿਹਾ ਹੋ। ਪਰ ਉਹਨਾਂ ਨੇ ਕਿਸੇ ਨੇ ਤੁਹਾਨੂੰ ਉਲਾਂਭਾ ਨਹੀਂ ਦਿੱਤਾ ਵੀ ਜੇ ਤੁਸੀਂ ਕਿਸੇ ਬਾਬੇ ਕੋਲ ਚਲ ਜਾਂਦੇ ਤਾਂ ਸ਼ਾਇਦ 24 ਘੰਟਿਆਂ 'ਚ ਠੀਕ ਹੋ ਦਿੱਤਾ, ਪਰ ਮੈਂ ਤਾਂ ਤੁਹਾਨੂੰ ਪਤਾ ਫਿਰ ਮੈਂ ਥੋੜਾ ਜਿਹਾ ਜਿੱਦੀ ਬੰਦਾ। ਠੀਕ ਹੈ ਜੀ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਸੈਂਟਰ ਤੋਂ ਸਾਡੇ ਕੋਲ ਬਲਦੇਵ ਮੁੱਟਾ ਜੀ ਹਨ, ਜੋ ਕਿ ਇਸ ਸਰਵਿਸ ਸੈਂਟਰ ਦੇ ਇਹ CEO ਹਨ। ਤਰ੍ਹਾਂ ਤਰ੍ਹਾਂ ਦੀਆਂ ਸਰਵਿਸਿਜ਼ ਉੱਥੇ ਦਿੰਦੇ ਨੇ। ਖਾਸ ਤੌਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਬੇਰੁਜ਼ਗਾਰੀ ਦੇ ਨਾਲ ਜੋ ਮੈਂਟਲ ਹੈਲਥ ਦੀ ਜੁੜੀ ਹੋਈ ਗੱਲ ਤੇ ਇਸ ਦੇ ਨਾਲ ਜੁੜੀਆਂ ਹੋਈਆਂ ਹੋਰ ਕੁਝ ਸਮੱਸਿਆਵਾਂ ਤੇ ਅਲਾਮਤਾਂ ਦੇ ਬਾਰੇ 'ਚ ਗੱਲ ਕਰ ਰਹੇ ਹਾਂ। ਕਾਫੀ ਕੁਝ ਇਹਨਾਂ ਨੇ ਦੱਸਿਆ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਤੋਂ ਟੀਨੇਜਰਸ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਇਹੋ ਜਿਹੀ ਇਹ ਸਮੱਸਿਆ ਹੋ ਸਕਦੀ ਹੈ ਮੈਂਟਲ ਹੈਲਥ ਦੀ। ਖਾਸ ਤੌਰ ਤੇ ਪਾਗਲ ਜਿਹੜੀ ਕਿ ਇੱਕ ਸਾਡੇ ਸਮਾਜ ਦੇ ਵਿੱਚ ਬੜੀ ਬਰੋਡ ਜੀ ਟਰਮ ਆ, ਹੈ ਨਾ। ਹਰ ਇੱਕ ਤਰ੍ਹਾਂ ਦਾ ਜਿਹੜਾ ਵੀ ਕੋਈ ਵਿਅਕਤੀ ਥੋੜਾ ਬਹੁਤਾ ਵੀ ਇਸ ਪਾਸੇ ਨੂੰ ਢਿੱਲਾ ਮੱਠਾ ਉਹ ਕਿਹਾ ਤੇ ਉਹਨੂੰ ਵੀ ਪਾਗਲ ਹੀ ਜਾਂਦਾ ਹੈ। ਸੋ ਕੋਈ ਵੀ ਵਿਅਕਤੀ ਪਾਗਲ ਆਪਣੇ ਆਪ ਨੂੰ ਨਹੀਂ ਕਹਾਉਣਾ ਚਾਹੁੰਦਾ ਔਰ ਸ਼ਾਇਦ ਸਭ ਤੋਂ ਵੱਡੀ ਤਰਾਸਦੀ ਵੀ ਸਾਡੇ ਸਮਾਜ ਦੇ ਵਿੱਚ ਇਹ ਹੀ ਆ ਕਿ ਇਸ ਬਿਮਾਰੀ ਨੂੰ ਲੁਕੋ ਕੇ ਰੱਖਣਾ, ਕਿ ਕਿਸੇ ਨੂੰ ਇਹ ਨਾ ਪਤਾ ਲੱਗ ਜਾਏ ਕਿ ਮੇਰਾ ਧੀ ਪੁੱਤ ਪਾਗਲ ਆ। ਹੈ ਜੀ, ਬਿਲਕੁਲ। ਸੋ ਜ਼ਿਆਦਾ ਲੜਕੀਆਂ ਵਿੱਚ ਇਹ ਸਮੱਸਿਆ ਆ ਰਹੀ ਹੈ ਕਿ ਲੜਕਿਆਂ ਵਿੱਚ ਜੀ ਬੇਰੁਜ਼ਗਾਰੀ ਕਰਕੇ? ਦੋਨਾਂ 'ਚ ਹੀ ਆ। ਅੱਛਾ ਜੀ। ਦੋਨਾਂ 'ਚ ਹੀ ਆ। ਦੋਨੋਂ ਸਾਨੀ ਮਤਲਬ ਕਿ ਜਦੋਂ ਆਪਾਂ ਪੜ੍ਹ ਲਿਖ ਜਾਂਦੇ ਆ ਔਰ ਆਪਣਾ ਪੜ੍ਹਨ ਲਿਖਣ ਦਾ ਇੱਕ ਮਕਸਦ ਇਹ ਵੱਡਾ ਮਕਸਦ ਇਹ ਆ ਕਿ ਚੰਗੀ ਜੌਬ ਮਿਲੂ। ਠੀਕ ਹੈ ਜੀ, ਵੱਡਾ ਮਕਸਦ ਆ। ਲੇਕਿਨ ਜਦੋਂ ਉਹ ਪੂਰੀ ਨਹੀਂ ਹੁੰਦੀ, ਕਿਸੇ ਵੀ ਰੀਜ਼ਨ ਕਰਕੇ ਉਹ ਪੂਰੀ ਨਹੀਂ ਹੁੰਦੀ, ਉਦੋਂ ਫਰਸਟ੍ਰੇਸ਼ਨ, ਚਾਹੇ ਕੁੜੀ ਆ ਚਾਹੇ ਮੁੰਡਾ, ਚਾਹੇ ਵੱਡਾ ਚਾਹੇ ਛੋਟਾ, ਉਹਦੇ 'ਚ ਉਹ ਫਰਸਟ੍ਰੇਸ਼ਨ ਆਊਗੀ ਹੋਈ ਆਊਗੀ। ਠੀਕ ਹੈ, ਇਹ ਤਾਂ ਜ਼ਰੂਰੀ ਹੈ। ਇਹਦੇ ਨਾਲ ਨਾਲ ਕਈ ਵਾਰੀ ਜ਼ਿੰਦਗੀ 'ਚ ਇਸ ਕਰਕੇ ਵੀ ਆਪਾਂ ਨੂੰ ਮਾਨਸਿਕ ਪਰੇਸ਼ਾਨੀਆਂ ਹੋ ਜਾਂਦੀਆਂ ਵੀ ਆਪਣਾ ਐਕਸੀਡੈਂਟ ਹੋ ਗਿਆ। ਕਈ ਵਾਰੀ ਆਪਾਂ ਨੂੰ ਇਸ ਕਰਕੇ ਵੀ ਮਾਨਸਿਕ ਪਰੇਸ਼ਾਨੀਆਂ ਹੋ ਜਾਂਦੀਆਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਐਸਾ ਡਿਸੀਜਨ ਲੈ ਬੈਠਦੇ ਆ ਜਿਹੜਾ ਕਿ ਆਪਣੇ ਲਈ ਬੜਾ ਜ਼ਿਆਦਾ ਨੁਕਸਾਨਦਾਇਕ ਹੁੰਦਾ। ਠੀਕ ਹੈ ਜੀ। ਔਰ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਵੀ ਸਦਮਾ ਲੱਗਦਾ ਜਿਹੜਾ ਕਿ ਅਸੀਂ ਕਦੇ ਸੋਚਿਆ ਨਹੀਂ ਹੁੰਦਾ। ਜਿਵੇਂ ਫਾਰ ਐਗਜ਼ਾਮਪਲ ਇੱਕ ਸਾਡੇ ਕੋਲੇ ਬਜ਼ੁਰਗ ਆਇਆ, ਬਜ਼ੁਰਗ ਤਾਂ ਨਹੀਂ ਸੀ ਖੈਰ, ਉਹ ਮਤਲਬ ਕਿ ਕਾਫੀ ਸਾਰੇ ਭਰਾ ਸੀ, ਉਹ ਇਕੱਲਾ ਹੀ ਇੱਥੇ ਸੀਗਾ, ਬਾਕੀ ਸਾਰੇ ਭਰਾ ਉੱਥੇ ਸੀਗੇ। ਤੇ ਉਹਨੇ ਬਹੁਤ ਪੈਸਾ ਇੰਡੀਆ ਭੇਜਿਆ, ਬੜੀਆਂ ਉਹਨਾਂ ਨੇ ਜਾਇਦਾਦ ਬਣਾਈ, ਕਾਫੀ ਕੁਝ ਕੀਤਾ ਉਹਨੇ ਆਪਣੇ। ਇਨਫੈਕਟ ਉਹਦੇ ਬੱਚਿਆਂ ਨੂੰ ਵੀ ਕਈ ਵਾਰੀ ਉਹ ਨਾਰਾਜ਼ ਕਰ ਲੈਂਦਾ ਸੀਗਾ ਕਿਉਂਕਿ ਉਹ ਸਾਰੀ ਜਾਇਦਾਦ ਉਹਨੇ, ਕੋਠੀਆਂ ਹਵੇਲੀਆਂ, ਉਹਨਾਂ ਨੇ ਕਿਹਾ ਤੇਰੀ ਅਸੀਂ ਵੀ ਇੱਕ ਹਵੇਲੀ ਪਾਣੀ ਆ। ਉਹ ਫਿਰ ਇੱਕ ਦਿਨ ਜਦੋਂ ਇੰਡੀਆ ਗਿਆ ਤਾਂ ਉਹਨਾਂ ਨੇ ਉਹਨੂੰ ਕੋਈ ਲੜ ਸਿਰਾ ਨਹੀਂ ਫੜਾਇਆ ਵੀ ਤੇਰੀ ਕਿਹੜੀ ਕੋਠੀ ਆ, ਤਾਂ ਸਾਡੀ ਕਿਹੜੀ ਕੋਠੀ ਆ, ਤਾਂ ਆਹ ਜ਼ਮੀਨ ਕਿੰਨੀ ਆ, ਤੇ ਉਹ ਸਾਰਾ ਕੁਝ। ਉਹ ਬੰਦਾ ਜਦੋਂ ਵਾਪਸ ਆਇਆ ਉਹ ਬਿਲਕੁਲ ਚੁੱਪ ਕਰ ਗਿਆ ਸੀ। ਠੀਕ ਹੈ ਜੀ। ਔਰ ਉਹ 3 ਸਾਲ ਸਾਡੇ ਕੋਲੇ ਲਗਾਤਾਰ ਹਰ ਹਫ਼ਤੇ 1 ਦਿਨ ਆਉਂਦਾ ਰਿਹਾ। ਔਰ ਉਹ 3 ਸਾਲ ਬਾਅਦ ਹੌਲੀ ਹੌਲੀ ਕਰਕੇ ਉਹ ਬੋਲਣਾ ਸ਼ੁਰੂ ਕੀਤਾ। ਜਾਨੀ ਤੁਸੀਂ ਅਗਰ ਪਹਿਲੇ ਦਿਨ ਉਸ ਬੰਦੇ ਨੂੰ ਦੇਖਦੇ, ਤੁਸੀਂ ਕਹੋ ਵੀ ਇਹਨੂੰ ਕੀ ਹੋਇਆ ਕੀ ਆ, ਤੁਸੀਂ ਕਹਾਂਗੇ ਵੀ ਇਹ ਡਿਪਰੈਸਡ ਆ। ਤੁਸੀਂ ਕਹੋਗੇ ਹੈਂ ਇਹ ਡਿਪਰੈਸਡ ਆ। ਉਹਨੂੰ ਜੇ ਤੁਸੀਂ ਕਹਿ ਦਿਓ ਨਾ ਵੀ ਚਾਹ ਪੀ ਲਾ, ਉਹਨੇ ਉੱਥੇ ਚਾਹ ਪੀ ਕੇ ਉੱਥੇ ਪਿਆਲਾ ਰੱਖ ਦੇਣਾ, ਐਂ ਕਰਕੇ ਫੇਰ ਬਹਿ ਜਾਣਾ। ਜੇ ਉਹਨੂੰ ਕਹਿਣਾਗਾ ਵੀ ਆ ਜਾਓ ਹੁਣ ਤੁਸੀਂ ਉੱਠ ਕੇ, ਤਾਂ ਉਹਨੇ ਬਿਲਕੁਲ ਨਹੀਂ ਉੱਠਣਾ, ਤੁਹਾਨੂੰ ਜਾ ਕੇ ਫੜ ਕੇ ਖੜਾ ਕਰਨਾ ਪੈਂਦਾ ਸੀ। ਜਾਨੀ ਉਹਦੇ 3 ਸਾਲ ਸਾਨੂੰ ਮਿਹਨਤ ਕਰਨੀ ਪਈ, ਉਹਦੇ ਨਾਲ ਉਹਨੂੰ ਉਤਸ਼ਾਹਿਤ ਕਰਨਾ ਪਿਆ, ਗਾਣੇ ਲਾਣੇ ਵਜਾਣਾ, ਖੁਸ਼ੀ ਦਾ ਮਾਹੌਲ ਪੈਦਾ ਕਰਨਾ, ਹੌਲੀ 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 ਕਰਕੇ। ਹੁਣ ਅਗਰ ਤੁਸੀਂ ਉਹਨੂੰ ਦੇਖੋ 6 ਸਾਲ ਬਾਅਦ, ਤੁਹਾਨੂੰ ਲੱਗੂਗਾ ਹੀ ਨਹੀਂ ਵੀ ਇਹ ਉਹੀ ਬੰਦਾ ਜਿਹੜਾ ਹਿੱਲਦਾ ਨਹੀਂ ਸੀ ਹੁੰਦਾ। ਸੋ ਇੰਨਾ ਜ਼ਿਆਦਾ ਉਹ ਗਮ ਦੇ ਵਿੱਚ ਤੇ ਸ਼ੌਕ ਦੇ ਵਿੱਚ ਲੱਗ ਗਿਆ। ਤੇ ਉਹਨੂੰ ਹੁਣ ਜਦੋਂ ਪੁੱਛੋ ਉਹ ਕਹਿੰਦਾ ਚੱਲ ਕੋਈ ਨਹੀਂ, ਦੱਬ ਲਿਆ ਤਾਂ ਦੱਬ ਲਿਆ, ਮੈਂ ਹੁਣ ਆਪਣੇ ਕਹਿੰਦਾ ਪਰਿਵਾਰ ਲਈ ਜਿਉਣਾ। ਕਹਿੰਦਾ ਮੈਨੂੰ ਨਹੀਂ ਪਤਾ ਸੀਗਾ ਵੀ ਮੇਰੇ ਭਰਾ ਭੈਣਾਂ ਮੇਰੇ ਨਾਲ ਇਸ ਤਰ੍ਹਾਂ ਦਾ ਧੋਖਾ ਕਰਨਗੀਆਂ। ਸੌਰੀ ਕਹਿੰਦਾ ਮੇਰੇ ਨਾਲ ਹੋ ਗਿਆ, ਪਰ ਕਹਿੰਦਾ ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਆ, ਮੈਂ ਆਪਣੇ ਕਹਿੰਦਾ ਬੱਚਿਆਂ ਦੇ ਉੱਤੇ ਹੁਣ ਕਹਿੰਦਾ ਲਾਉਂਗਾ। ਠੀਕ ਹੈ ਜੀ, ਸਾਡੇ ਕੋਲ ਲਾਈਨਾਂ ਤੇ ਤੁਸੀਂ ਆਏ ਹੋਏ ਹੋ, ਅਸੀਂ ਤੁਹਾਨੂੰ ਮੌਕਾ ਦੇਣਾ ਚਾਹੁੰਦੇ ਹਾਂ। 647 776 2620 ਟੈਲੀਫੋਨ ਨੰਬਰ ਤੇ ਜੇ ਥੋੜਾ ਜਿਹਾ ਹੋਲਡ ਕਰਨਾ ਪਿਆ ਤੇ ਜ਼ਰੂਰ ਕਿਰਪਾ ਕਰਕੇ ਕਰਨਾ। ਹੈਲੋ ਹੈਲੋ, ਲੋ ਜੀ ਦੇਖਦੇ ਹਾਂ ਅਗਲੀ ਲਾਈਨ ਤੇ ਕੌਣ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਗੁਰਦਰਸ਼ਨ ਸਿੰਘ ਮਲੌਰ ਬੋਲ ਰਹਾ ਜੀ। ਆਇਆ ਨੂੰ ਜੀ ਪ੍ਰੋਗਰਾਮ 'ਚ। ਸਵਾਲ ਕरें? हाँ जी बोलो जी। जी अच्छा, एक महाजना का लड़का मेरे को आया
ਉਹ ਮੈਨੂੰ ਕਹਿਣ ਲੱਗਿਆ ਵੀ ਮੈਂ ਇਸ ਤਰ੍ਹਾਂ ਮੈਨੂੰ ਵਹਿਮ ਹੋ ਜਾਂਦਾ ਵੀ ਜੇ ਮੈਂ ਉਹ ਦਰਖਤ ਹੈ ਇੱਕ ਉਹਦੇ ਵਿੱਚ ਰੋੜਾ ਮਾਰਾਂ ਜੇ ਤਾਂ ਰੋੜਾ ਲੱਗ ਗਿਆ ਜੀ ਹਾਂਜੀ ਵੀ ਜੇ ਤਾਂ ਉਹਦੇ ਦਰਖਤ ਦੇ ਵਿੱਚ ਰੋੜਾ ਲੱਗ ਗਿਆ ਵੀ ਫੇਰ ਤਾਂ ਮੇਰਾ ਕੰਮ ਬਣ ਜਾਊਗਾ ਵੀ ਜੇ ਨਾ ਲੱਗਿਆ ਵੀ ਫੇਰ ਪਤਾ ਨਹੀਂ। ਇਹ ਅੱਛਾ ਜੀ, ਇੱਥੇ ਦੀ ਗੱਲ ਹੀ ਆ ਇਹ, ਟੋਰਾਂਟੋ ਦੀ? ਨਹੀਂ ਮੈਂ ਇਹ ਇੰਡੀਆ ਦੀ ਗੱਲ ਆ। ਇੰਡੀਆ ਦੀ ਗੱਲ ਹੈ, ਅੱਛਾ ਜੀ। ਹਾਂ ਇੰਡੀਆ ਦੀ ਗੱਲ ਆ। ਮਹਾਜਨਾ ਲੜਕਾ ਮੇਰੇ ਕੋਲ ਆਇਆ ਕਹਿੰਦਾ ਅੰਕਲ ਜੀ ਇਸ ਤਰ੍ਹਾਂ ਕਰਕੇ ਆਏ ਗੱਲ ਆ ਵੀ। ਤੇ ਹੁਣ ਸਵਾਲ ਕੀ ਹੈ ਜੀ ਆਪਣਾ? ਜੇ ਮੈਂ ਦਰਖਤ ਦੇ ਵਿੱਚ ਰੋੜਾ ਮਾਰਾਂ ਜੇ ਤਾਂ ਲੱਗ ਗਿਆ ਇਹਦਾ ਤੇ ਮੇਰਾ ਕੰਮ ਵਧੀਆ ਹੋਊਗਾ, ਬਿਜ਼ਨਸ ਵਧੀਆ ਚੱਲੂਗਾ। ਵੀ ਨਹੀਂ ਮੈਨੂੰ ਇੰਨਾ ਹੋ ਜਾਂਦਾ ਵੀ ਮੈਂ ਗਿਆ, ਮੈਂ ਲੁੱਟਿਆ ਗਿਆ, ਮੈਂ ਆਹ ਹੋ ਗਿਆ। ਹਾਂ ਕਦੇ ਕਦੇ ਉਹ ਮੈਂ ਜਿਵੇਂ ਲੋਹੇ ਦੀ ਚਿਮਨੀ ਨਹੀਂ ਹੁੰਦੀ ਭੱਠੇ ਵਾਲੀ, ਉਹਦੇ ਵਿੱਚ ਵੜ ਗਿਆ। ਉਹ ਗਾਹਾਂ ਤੰਗ ਆ ਹੈ, ਉਹਦੇ ਵਿੱਚ ਵੜ ਕੇ ਫਿਰ ਮੈਨੂੰ ਗਾਹਾਂ ਜਾ ਕੇ ਮੈਂ ਸੋਚਣ ਲੱਗ ਜਾਂਦਾ ਮੈਂ ਤਾਂ ਫਸ ਗਿਆ ਇਹਦੇ ਵਿੱਚ। ਮੈਂ ਨਿਕਲ ਨਾ ਮੈਂ ਮੂਹਰੇ ਜਾਣਾ ਨਾ ਪਿੱਛੇ ਜਾਣਾ। ਨਹੀਂ ਇੰਡੀਆ ਦੀ ਗੱਲ ਕਰਦਾ ਮੈਂ, ਹਾਂ ਇੰਡੀਆ ਦੀ ਗੱਲ ਕਰਦਾ ਮੈਂ। ਉਹ ਲੜਕਾ ਇਸ ਤਰ੍ਹਾਂ ਮੈਨੂੰ ਦੱਸਣ ਲੱਗ ਗਿਆ। ਮੈਂ ਕਿਹਾ ਵੀ ਇਹ ਤੈਨੂੰ ਕੋਈ ਵਹਿਮ ਆ? ਉਹ ਕਹਿੰਦਾ ਵੀ ਜੀ ਹਾਂਜੀ। ਤੇ ਉਹ ਚਿਮਨੀ ਦੇ ਵਿੱਚ ਮੈਂ ਫਸ ਜਾਣਾ, ਮੈਂ ਨਿਕਲ ਨਹੀਂ ਸਕਦਾ ਪਿਛਲੇ। ਬਸ ਐ ਮੈਨੂੰ ਦੱਸਣ ਲੱਗ ਗਿਆ ਵੀ ਮੈਨੂੰ ਵਹਿਮ ਹੋ ਜਾਂਦਾ ਵੀ ਪਤਾ ਨਹੀਂ ਕੀ ਗੱਲ ਆ। ਮੈਂ ਉਹਨੂੰ ਬਹੁਤ ਸਮਝਾਇਆ ਵੀ ਇਹ ਤਾਂ ਤੇਰਾ ਵਹਿਮ ਆ ਵੀ। ਕਹਿੰਦਾ ਮੈਂ ਕਿਹੜਾ ਜਾਣ ਕੇ ਕਰਦਾ ਜੀ। ਕਹਿੰਦਾ ਪਰ ਮੇਰੇ ਮਨ ਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਹੋ ਜਾਂਦੀ ਆ। ਇਹਦੇ ਬਾਰੇ ਦੱਸੋ ਬੁੱਢਾ ਸਾਹਿਬ ਵੀ ਦਵਾਈ ਦਾ ਇਲਾਜ ਆ ਜਾਂ ਕਾਉਂਸਲਿੰਗ ਹੋਣੀ ਚਾਹੀਦੀ ਆ ਉਹਨੂੰ? ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ ਇਹਦਾ ਜੀ ਦੋਨੋਂ ਚੀਜ਼ਾਂ ਕਰਨੀਆਂ ਪੈਣਗੀਆਂ। ਸਾਈਕੈਟ੍ਰਿਸਟ ਤੋਂ ਆਪਾਂ ਨੂੰ ਅਸੈਸਮੈਂਟ ਕਰਾਣੀ ਪਊਗੀ ਕਿ ਉਹਦਾ ਜਿਹੜੀ ਇੱਕ ਤਾਂ ਕਾਉਂਸਲਿੰਗ ਤਾਂ ਡੈਫੀਨਿਟਲੀ ਉਹਦੀ ਜਾਨੀ ਹਾਂ ਕੋਗਨੀਟਿਵ ਬਿਹੇਵੀਅਰਲ ਥੈਰੇਪੀ ਉਹਦੀ ਡੈਫੀਨਿਟਲੀ ਇਹੋ ਜਿਹੇ ਰੋਗ ਤੇ ਜਿੱਥੇ ਆਪਾਂ ਨੂੰ ਵਹਿਮ ਹੋ ਜਾਂਦਾ, ਜਿੱਥੇ ਆਪਾਂ ਸ਼ੱਕ ਕਰਨਾ ਸ਼ੁਰੂ ਕਰ ਦਿੰਨੇ ਆ, ਇਹੋ ਜਿਹੀਆਂ ਚੀਜ਼ਾਂ ਤੇ ਉੱਤੇ ਆਪਾਂ ਨੂੰ ਸਾਈਕੈਟ੍ਰਿਸਟ ਨੂੰ ਕੰਸਲਟ ਕਰਨਾ ਚਾਹੀਦਾ। ਇਹਦੀ ਡੈਫੀਨਿਟਲੀ ਇਹਦੀ ਮੈਡੀਕੇਸ਼ਨ ਦਵਾਈ ਵੀ ਚੱਲੂਗੀ, ਐਟ ਦ ਸੇਮ ਟਾਈਮ ਇਹਦੀ ਕਾਉਂਸਲਿੰਗ ਵੀ ਚੱਲੂਗੀ। ਤੇ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਣਗੀਆਂ ਤਾਂ ਕਿ ਉਹ ਆਪਣੇ ਜਿਹੜੇ ਉਹਦੇ ਵਿਚਾਰ ਆਉਂਦੇ ਆ ਉਹਨਾਂ ਤੇ ਵਿਚਾਰਾਂ ਦੇ ਉੱਤੇ ਅਮਲ ਨਾ ਕਰੇ। ਆਣਗੇ ਵਿਚਾਰ, ਲੇਕਿਨ ਆਪਾਂ ਉਹਨੂੰ ਸਿਖਾਣਾ ਕਿ ਇਹ ਜਿਹੜੇ ਤੇਰੇ ਵਿਚਾਰ ਆਉਂਦੇ ਆ ਇਹ ਸਹੀ ਨਹੀਂ ਗੇ, ਇਹਦਾ ਰਿਐਲਿਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਰਾਈਟ? ਜਿਵੇਂ ਉਹ ਕਹਿੰਦਾ ਵੀ ਜੇ ਮੈਂ ਦੀਵਾਰ ਤੇ ਮਾਰਾਂ ਤੇ ਜੇ ਤਾਂ ਲੱਗ ਗਿਆ ਫੇਰ ਤਾਂ ਆਹ ਸਹੀ ਆ ਤੇ ਜੇ ਨਾ ਲੱਗਿਆ ਤਾਂ ਉਹਨੂੰ। ਸੋ ਉਹਨੂੰ ਉਹ ਜਿਹੜਾ ਸੋਸ਼ਲ ਵਰਕਰ ਹੋਊਗਾ ਜਾਂ ਸਾਈਕੈਟ੍ਰਿਸਟ ਹੋਊਗਾ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਦੱਸੂਗਾ ਔਰ ਸਰਟਨ ਟੈਕਨੀਕਸ ਦਊਗਾ, ਐਟ ਦ ਸੇਮ ਟਾਈਮ ਉਹਨੂੰ ਦਵਾਈ ਵੀ ਦਊਗਾ। ਠੀਕ ਹੈ ਜੀ, ਦੇਖਦੇ ਹਾਂ ਹੁਣ ਕੌਣ ਨੇ। ਹੈਲੋ ਲੋ ਜੀ, ਬੇਨਤੀ ਹੈ 647 776 2620 ਟੈਲੀਫੋਨ ਨੰਬਰ ਹੈ। ਇਸ ਟੈਲੀਫੋਨ ਨੰਬਰ ਤੇ ਥੋੜੀ ਦੇਰ ਜੇ ਤੁਸੀਂ ਆਉਂਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਹੋ ਸਕਦਾ ਹੋਲਡ ਕਰਨਾ ਪਵੇ। ਰੇਡੀਓ ਦੇ ਸਰੋਤਿਆਂ ਨੂੰ ਅਸੀਂ ਖਾਸ ਤੌਰ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ 416 741 9600 ਟੈਲੀਫੋਨ ਨੰਬਰ ਤੇ ਨਹੀਂ, ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਦੇ ਲਈ ਇਹ ਜੋ ਟੈਲੀਫੋਨ ਨੰਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤੇ ਹੀ ਪ੍ਰੋਗਰਾਮ ਦੇ ਵਿੱਚ ਆਉਣਾ, ਜੋ ਕਿ 647 776 2620 ਹੈ। 647 776 2620 ਫੋਨ ਨੰਬਰ ਹੈ। ਸੋ ਖਾਸ ਤੌਰ ਤੇ ਬਲਦੇਵ ਮੁੱਟਾ ਹੁਣਾ ਦੇ ਨਾਲ ਜੇ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਫਰਜ਼ ਕਰੋ ਇਹਨਾਂ ਦੇ ਦਫ਼ਤਰ ਦੇ ਵਿੱਚ ਟੈਲੀਫੋਨ ਕਰਨਾ ਹੋਇਆ ਤਾਂ ਕੱਲ ਨੂੰ ਕਰ ਲੈਣਾ। 905 790 0802 ਇਹਨਾਂ ਦਾ ਹੈ ਫੋਨ ਨੰਬਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜਾ ਜੀ ਮੁੱਟਾ ਸਾਹਿਬ ਨੂੰ ਬੇਨਤੀ ਹੈ, ਇਹਨਾਂ ਨੇ ਅਨਪਲॉयमेंट ਦੀ ਗੱਲ ਕੀਤੀ। ਤੁਸੀਂ ਉੱਚੀ ਬੋਲੋ ਜੀ, ਤੁਹਾਡੀ ਆਵਾਜ਼ ਸਾਨੂੰ ਬਹੁਤ ਘੱਟ ਸੁਣਾਈ ਦਿੰਦੀ ਹੈ, ਸੁਣਦੀ ਨਹੀਂ, ਸਮਝ ਨਹੀਂ ਆਉਂਦਾ। ਮੁੱਟਾ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਨੇ ਅਨਪਲॉयमेंट ਦੀ ਗੱਲ ਕੀਤੀ ਆ। ਹਾਂਜੀ। ਤੇ ਅਨਪਲॉयमेंट ਦੇਖੋ ਹੁਣ ਜਿੰਨੇ ਵੀ ਬੰਦੇ ਉਧਰ ਅਲਬਰਟਾ ਸਾਈਡ ਵਾਲੇ ਦੂਜੀਆਂ ਸਟੇਟਾਂ ਚ ਆਉਂਦੇ ਆ ਉੱਥੋਂ ਆ ਕੇ ਫੇਰ ਉਹ ਟੋਰਾਂਟੋ ਆ ਜਾਂਦੇ ਆ। ਤੇ ਦੂਸਰੀ ਚੀਜ਼ ਹੈ ਕਿ ਜਿੰਨੇ ਦੇਖੋ ਆਪਣੇ ਅਲਵੈਸਟਰ ਬੀਜੇ ਤੋਂ ਆਉਂਦੇ ਆ ਉਹ ਲੋਕੀ ਵੀ ਕੰਮ ਕਰੀ ਜਾਂਦੇ ਆ ਕੇ। ਅਜੇ ਨੈਕਸਟ ਕੁਐਸਚਨ ਹੈਗਾ ਕਿ ਜਿੰਨੇ ਫਿਰ ਆਪਣੇ ਸੁਪਰ ਬੀਜੇ ਤੋਂ ਉਹ ਵੀ ਕੰਮ ਕਰੀ ਜਾਂਦੇ, ਉਹ ਜ਼ਿਆਦਾ ਟੋਰਾਂਟੋ ਚ ਆਈ ਜਾਂਦੇ, ਇਸੇ ਕਰਕੇ ਇੰਟਰਨੈਸ਼ਨਲ ਅਨਪਲॉयमेंट ਪੈ ਗਈ ਆ। ਅੱਛਾ ਜੀ, ਠੀਕ ਹੈ ਜੀ। ਬਸ ਇੰਨੀ ਕਿ ਇਹਨਾਂ ਨੂੰ ਬੇਨਤੀ ਆ, ਇਹਦਾ ਕੀ ਹੱਲ ਹੋ ਸਕਦਾ? ਠੀਕ ਹੈ ਜੀ, ਇਹਦਾ ਹੱਲ ਵੈਸੇ ਲੱਗਦਾ ਤਾਂ ਨਹੀਂ ਇਹਨਾਂ ਕੋਲ ਹੋਊਗਾ, ਪਰ ਪੁੱਛ ਲੈਂਦੇ ਆ ਇਹਨਾਂ ਦੇ ਕੋਲੋਂ ਜੀ। ਜਿਹੜੇ ਬੰਦੇ ਇੱਥੇ ਵਿਜ਼ਟਰ ਵੀ ਆਉਂਦੇ ਆ, ਕਿਸੇ ਤਰ੍ਹਾਂ ਦੇ ਵੀਜ਼ਾ ਤੇ ਵਰਕ ਵੀਜ਼ਾ ਉਹਨਾਂ ਕੋਲ ਨਹੀਂ ਹੁੰਦਾ, ਉਹ ਵੀ ਇੱਥੇ ਟੋਰਾਂਟੋ ਦੇ ਵਿੱਚ ਆ ਕੇ ਜੌਬ ਕਰੀ ਜਾਂਦੇ ਆ, ਜਿਸ ਕਰਕੇ ਕਿ ਇੱਥੇ ਅਨਇੰਪਲੋਇਮੈਂਟ ਜ਼ਿਆਦਾ ਵੱਧਦੀ ਆ। ਜਿਹੜਾ ਡਿਜ਼ਰਵਿੰਗ ਯੂਥ ਆ ਉਹਨੂੰ ਜੌਬ ਨਾ ਮਿਲਣ ਕਰਕੇ ਫਿਰ ਇਹ ਮੈਂਟਲ ਹੈਲਥ ਦੇ ਇਸ਼ੂਜ਼ ਵੀ ਤਾਂ ਹੀ ਆਉਂਦੇ ਆ। ਸੋ ਜਿਹੜੇ ਇਲੀਗਲ ਲੋਕ ਕੰਮ ਕਰੀ ਜਾਂਦੇ ਆ ਤੇ ਕਰਾਈ ਜਾਂਦੇ ਆ
ਉਹਦੇ ਬਾਰੇ ਕਹਿੰਦੇ ਜੀ ਮੋਟਾ ਜੀ ਕੁਝ ਦੱਸਣ। ਦੇਖੋ ਸਮਾਜ ਦੇ ਵਿੱਚ ਬਹੁਤ ਕੁਝ ਹੁੰਦਾ। ਸਮਾਜ ਦੇ ਵਿੱਚ ਦੋ ਤਿੰਨ, ਜਦੋਂ ਆਪਾਂ ਬੇਰੁਜ਼ਗਾਰੀ ਦੀ ਗੱਲ ਕਰਦੇ ਆ ਉਹਦੇ ਦੋ ਤਿੰਨ ਵਿਸ਼ੇ ਆ। ਇੱਕ ਵਿਸ਼ਾ ਅੰਡਰ ਇੰਪਲੋਇਮੈਂਟ ਦਾ। ਠੀਕ ਹੈ। ਇਹਦਾ ਮਤਲਬ ਕਿਸੇ ਬੰਦੇ ਨੂੰ ਤੁਸੀਂ ਆਪਣੀ ਮਿਨੀਮਮ ਵੇਜ ਤੋਂ ਘੱਟ ਪੈਸੇ ਦਓਗੇ ਤਾਂ ਉਹ ਅੰਡਰ ਇੰਪਲੋਇਡ ਆ। ਠੀਕ ਹੈ। ਇੱਕ ਇਹ ਆ। ਦੂਸਰਾ ਵਿਸ਼ਾ ਇਹ ਹੈਗਾ ਕਿ ਅਗਰ ਤੁਸੀਂ ਕਿਸੇ ਬੰਦੇ ਨੂੰ, ਤੁਹਾਨੂੰ ਪਤਾ ਵੀ ਇਹ ਕਿਤੇ ਹੋਰ ਨਹੀਂ ਕੰਮ ਕਰ ਸਕਦਾ, ਉਹਦਾ ਰਿਸਟ੍ਰਿਕਟਡ ਵੀਜ਼ਾ। ਠੀਕ ਹੈ। ਔਰ ਉਹ ਤੁਹਾਨੂੰ ਪਤਾ ਵੀ ਇਹ ਕਿਤੇ ਜਾ ਹੀ ਨਹੀਂ ਸਕਦਾ, ਤੁਸੀਂ ਉਹਨੂੰ ਉਹਦੀਆਂ ਕਮਜ਼ੋਰੀਆਂ ਕਰਕੇ ਤੁਸੀਂ ਉਹਦੇ ਤੋਂ ਜਾਂ ਕੰਮ ਜ਼ਿਆਦਾ ਲੈਂਦੇ ਹੋ ਜਾਂ ਉਹਨੂੰ ਪੈਸੇ ਘੱਟ ਦਿੰਦੇ ਹੋ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕਰਦੇ ਹੋ, ਉਹ ਵੀ ਅੰਡਰ ਇੰਪਲੋਇਮੈਂਟ 'ਚ ਆਉਂਦਾ। ਅੱਛਾ। ਤੀਜਾ ਜਿਹੜਾ ਇਹਨਾਂ ਨੇ ਸਵਾਲ ਕੀਤਾ ਉਹ ਇਹ ਆ ਕਿ ਜਿਹੜੇ ਬੰਦੇ ਇਲੀਗਲ ਆ, ਚਾਹੇ ਉਹ ਰਿਫਿਊਜੀ ਆ ਜਾਂ ਰਿਫਿਊਜੀ ਦੇ ਤੌਰ ਤੇ ਹਜੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਜਾਂ ਉਹ ਗੈਰ ਕਾਨੂੰਨੀ ਆ ਜਾਂ ਉਹ ਵਿਜ਼ਿਟਰ ਆਉਂਦੇ ਆ, ਉਹ ਜਿਹੜਾ ਕੰਮ ਕਰਦੇ ਆ, ਇਹ ਤਕਰੀਬਨ ਵਿਸ਼ਾ ਆਪਣੇ ਕੈਨੇਡਾ ਦੇ ਵਿੱਚ ਹੈਗਾ। ਲੇਕਿਨ ਇਹ ਇੰਨਾ ਜ਼ਿਆਦਾ ਨਹੀਂਗਾ ਜਿਹਦੀ ਖਾਤਰ ਆਪਾਂ ਇਹ ਕਹੀਏ ਵੀ ਅਨਇੰਪਲੋਇਮੈਂਟ ਤੇ ਇਹਦਾ ਅਸਰ ਪੈਂਦਾ ਬਹੁਤ ਜ਼ਿਆਦਾ। ਇਹਦਾ ਅਨਇੰਪਲੋਇਮੈਂਟ ਤੇ ਬੜਾ ਅਸਰ ਨਹੀਂ ਪੈਂਦਾ। ਅੱਛਾ ਜੀ। ਨਾ, ਇਹ ਟਰੂ ਆ ਕਿ ਵਾਕਿਆ ਹੀ ਕੁਛ ਐਸੇ ਆਪਣੇ ਕੁਛ ਪਰਸੈਂਟੇਜ ਹੈਗੀ ਆ, ਲੇਕਿਨ ਉਹ ਬਹੁਤ ਮਾਈਨਿਊਟ ਪਰਸੈਂਟੇਜ ਆ। ਜਿਹੜੇ ਇਲੀਗਲ ਆ ਤੇ ਜਿਹੜੇ ਵਿਜ਼ਿਟਰ ਆ ਕੇ ਇੱਥੇ ਕੰਮ ਕਰਦੇ ਉਹ ਬਹੁਤ ਥੋੜੇ ਆ ਕੰਪੈਰੀਟਿਵਲੀ। ਲੇਕਿਨ ਬਹੁਤੇ ਜਿਹੜੀ ਬੇਰੁਜ਼ਗਾਰੀ ਨੌਜਵਾਨਾਂ ਦੇ ਵਿੱਚ ਬਹੁਤ ਪਰਸੈਂਟੇਜ ਦੀ ਬੇਰੁਜ਼ਗਾਰੀ ਆ। ਅੱਛਾ। ਇੰਨੇ ਇਲੀਗਲ ਕੰਮ ਨਹੀਂ ਕਰਦੇ ਜਿੰਨੀ ਬੇਰੁਜ਼ਗਾਰੀ ਆ। ਇਹ ਨਹੀਂ ਆਪਾਂ ਕਹਿ ਸਕਦੇ ਵੀ ਜੇ 500 ਬੱਚੇ ਨੂੰ ਜੌਬ ਨਹੀਂ ਮਿਲੀ ਤਾਂ ਵਾਕਿਆ ਹੀ 500 ਜੌਬਾਂ ਕੋਈ ਹੋਰ ਕੰਮ ਕਰੀ ਜਾਂਦਾ। ਇਹ ਟਰੂ ਨਹੀਂਗਾ। ਠੀਕ ਹੈ। ਦਿਸ ਇਜ਼ ਨੋਟ, ਵਾਕਿਆ ਹੀ ਜੌਬਾਂ ਨੌਜਵਾਨਾਂ ਵਾਸਤੇ ਹੈ ਨਹੀਂ ਗਿਆ। ਦੈਟ ਵਾਟ ਇਟ ਇਜ਼। ਹੁਣ ਅਸੀਂ ਵੀ ਐਤਕੀ ਫੈਡਰਲ ਗੌਰਮੈਂਟ ਨੇ ਇੱਕ ਪ੍ਰੋਗਰਾਮ ਕੱਢਿਆ ਸੀ ਕਿ ਤੁਸੀਂ ਨੌਜਵਾਨ ਬੱਚਿਆਂ ਨੂੰ ਹਾਇਰ ਕਰੋ ਨਾਨ ਪ੍ਰੋਫਿਟ ਸੈਕਟਰ ਦੇ ਵਿੱਚ। ਅੱਛਾ ਜੀ। ਅਸੀਂ ਵੀ ਉਹਦੇ 'ਚ ਜੌਬਾਂ ਪਾਈਆਂ ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਹਾਇਰ ਕਰ ਸਕੀਏ। ਐਟਲੀਸਟ ਮਿਨੀਮਮ ਵੇਜ ਗੌਰਮੈਂਟ ਦਊਗੀ, ਕੁਛ ਅਸੀਂ ਵਿੱਚ ਪਾਵਾਂਗੇ ਤਾਂ ਕਿ ਉਹਨਾਂ ਨੂੰ ਅਸੀਂ ਇੰਪਲੋਏ ਕਰ ਸਕੀਏ ਸਮਰ ਦੇ ਵਿੱਚ, ਤਾਂ ਕਿ ਉਹ ਕੁਝ ਪੈਸੇ ਬਣਾ ਲੈਣ ਯੂਨੀਵਰਸਿਟੀ ਜਾਣ ਦੇ। ਸੋ ਅਸੀਂ ਐਤਕੀ ਫੈਡਰਲ ਗੌਰਮੈਂਟ ਨੇ ਕੀਤਾ, ਪਿਛਲੇ ਸਾਲ ਵੀ ਫੈਡਰਲ ਗੌਰਮੈਂਟ ਦਾ ਸੀਗਾ। ਪਰ ਮੇਰਾ ਜਿੱਥੋਂ ਤੱਕ ਪਰਸਨਲ ਵਿਊ ਹੈਗਾ ਕਿ ਇੰਨੇ ਇਲੀਗਲ ਕੈਨੇਡਾ ਦੇ ਵਿੱਚ, ਖਾਸ ਕਰਕੇ ਪ੍ਰੋਵਿੰਸ ਦੇ ਓਨਟਾਰੀਓ ਦੇ ਵਿੱਚ ਇੰਨੇ ਇਲੀਗਲ ਨਹੀਂ ਗਏ ਕਿ ਆਪਾਂ ਸਾਰਾ ਕਸੂਰ ਇਲੀਗਲ ਤੇ ਪਾ ਦਈਏ ਵੀ ਉਹਨਾਂ ਕਰਕੇ ਸਾਡੇ ਬੱਚਿਆਂ ਨੂੰ ਜਾਂ ਹੋਰਾਂ ਨੂੰ ਜੌਬਾਂ ਨਹੀਂ ਮਿਲਦੀਆਂ। ਇਹ ਟਰੂ ਨਹੀਂਗਾ। ਇਹ ਸ਼ਾਇਦ ਸਾਡੀ ਜਿਹੜੀ ਇਮੀਗ੍ਰੈਂਟ ਪਾਪੂਲੇਸ਼ਨ ਆ ਉਹਨਾਂ ਦੇ ਵਿੱਚ ਜ਼ਿਆਦਾ ਹੋਵੇ ਵੀ ਜਿਹੜੇ ਅਨਇੰਪਲੋਇਮੈਂਟ ਕਹ ਲਓ ਕਿ ਇੰਪਲੋਇਮੈਂਟ ਇੰਸ਼ੋਰੈਂਸ ਦੇ ਬੈਨੀਫਿਟ ਲੈਂਦੇ ਆ ਉਹ ਲੋਕ, ਜਿਹੜੇ ਵੈਲਫੇਅਰ ਲੈਂਦੇ ਆ ਉਹ ਲੋਕ ਵੈਲਫੇਅਰ ਵੀ ਕਲੈਕਟ ਕਰੀ ਜਾਂਦੇ ਆ ਤੇ ਨਾਲ ਜੌਬਾਂ ਵੀ ਕਰੀ ਜਾਂਦੇ ਆ। ਸੋ ਜੇ ਮੇਨ ਸਟਰੀਮ ਦੇ ਵਿੱਚ ਇਹ ਬਹੁਤ ਵੱਡਾ ਇਸ਼ੂ ਨਾ ਹੋਵੇ ਤਾਂ ਖਾਸ ਤੌਰ ਤੇ ਇਮੀਗ੍ਰੈਂਟ ਪਾਪੂਲੇਸ਼ਨ ਦੇ ਵਿੱਚ ਬਹੁਤ ਆ, ਕਿਉਂਕਿ ਜਿਹੜੇ ਵੀਜ਼ਾ ਵਾਲੇ ਲੋਕ ਆਉਂਦੇ ਆ ਤੇ ਵਾਕਈ ਫਿਰ ਉਹ ਮੌਕੇ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਆਪਣੀ ਟਿਕਟ ਦਾ ਖਰਚਾ ਅਸੀਂ ਪੂਰਾ ਕਰ ਲਈਏ। ਹੋ ਸਕਦਾ ਇਸ ਕਾਲਰ ਦੀ ਇਸ ਕਹ ਲਓ ਕਿ ਦਿਸ਼ਾ ਵੱਲ ਨੂੰ ਇਹ ਗੱਲ ਹੋਵੇ ਕਿ ਇਮੀਗ੍ਰੈਂਟ ਪਾਪੂਲੇਸ਼ਨ ਦੇ ਵਿੱਚ ਵਾਕਈ ਇਹ ਸਮੱਸਿਆ ਹੈਗੀ ਆ। ਜੀ, ਜਦੋਂ ਅਸੀਂ ਸੀਗੇ ਯੂਨੀਵਰਸਿਟੀ ਦੇ ਵਿੱਚ, ਮੈਂ ਹਜੇ ਸਟੱਡੀ ਕਰ ਰਿਹਾ ਸੀਗਾ ਸੋਸ਼ਲ ਵਰਕ ਦਾ, ਉਦੋਂ ਇੱਕ ਸਟੱਡੀਜ਼ ਸਾਨੂੰ ਪੁੱਛਿਆ ਜਾਂਦਾ ਸੀਗਾ ਵੀ ਤੁਹਾਡੇ ਹਿਸਾਬ ਦੇ ਨਾਲ ਵੀ ਵੈਲਫੇਅਰ ਕਿੰਨੇ ਕੁ ਲੋਕ ਫਰਾਡ ਕਰਦੇ ਆ ਵੈਲਫੇਅਰ 'ਚ। ਅੱਛਾ ਜੀ। ਔਰ ਮਤਲਬ ਕਿ ਗੌਰਮੈਂਟ ਹਮੇਸ਼ਾ ਹੀ ਚਿੰਤਤ ਰਹਿੰਦੀ ਆ ਵੀ ਕੋਈ ਲੋਕ ਇਸ ਤਰ੍ਹਾਂ ਦਾ ਨਾ ਹੋਵੇ ਵੀ ਉਧਰੋਂ ਵੀ ਲਈ ਜਾਵੇ ਤੇ ਇਧਰੋਂ ਕੰਮ ਵੀ ਕੀਤਾ ਜਾਵੇ। ਤੇ ਉਹਨਾਂ ਨੇ 1900 ਤੋਂ ਲੈ ਕੇ 1900 ਤੋਂ ਲੈ ਕੇ ਤੇ 1990 ਤੱਕ ਦੇ ਉਹਨਾਂ ਨੇ ਅੰਕੜੇ ਕੱਢੇ। ਅੱਛਾ। ਆਪਣੇ ਇੰਟਰਨਲ ਰਿਸਰਚ ਦੇ ਵੀ ਕਿੰਨੇ ਕੁ ਬੰਦੇ ਫਰਾਡ ਕਰਦੇ ਆ ਵੈਲਫੇਅਰ ਨਾਲ। ਉਹ ਬਿਟਵੀਨ 2 to 4% ਨਿਕਲਿਆ। ਅੱਛਾ। ਔਰ ਉਹ ਕੰਸਿਸਟੈਂਟ ਆ। ਅਮਰੀਕਾ 'ਚ ਵੀ 2 to 4% ਆ, ਇੰਗਲੈਂਡ 'ਚ ਵੀ 2 to 4% ਆ। ਇੰਨੇ ਕੁ ਲੋਕ ਜਾਣੀ ਇਹ ਕਰਨਗੇ ਹੀ ਕਰਨਗੇ। ਅੱਛਾ। ਪਰ ਜਿਹੜੀ ਪਰਸੈਪਸ਼ਨ ਆ ਲੋਕਾਂ ਦੀ, ਜਦੋਂ ਅਸੀਂ ਪਰਸੈਪਸ਼ਨ ਦੀ ਕੁਐਸਚਨੇਅਰ ਪੁੱਛਦੇ ਆ ਉਦੋਂ ਐਂ ਲੱਗਦਾ ਜਿਵੇਂ ਐਟਲੀਸਟ 50% ਹੈਗੇ ਆ ਜਿਹੜੇ ਵੈਲਫੇਅਰ ਤੇ ਫਰਾਡ ਕਰਦੇ ਆ। ਠੀਕ ਹੈ ਜੀ। ਇਹ ਟਰੂ ਨਹੀਂਗਾ। ਹੋ ਸਕਦਾ ਵੀ ਕਿਸੇ ਖਾਸ ਕਮਿਊਨਿਟੀ 'ਚ ਇਦਾਂ ਹੋਣ ਜਿਹੜੇ ਜ਼ਿਆਦਾ ਹੋਣ, ਪਰ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਥੋੜੇ ਨੇ। ਹੈਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀ ਜੀ ਕਿ ਤੁਸੀਂ ਆਪਣੇ ਫੈਮਿਲੀ ਡਾਕਟਰ ਦੇ ਥਰੂ ਵੀ ਸਾਈਕੈਟ੍ਰਿਸਟ ਨਾਲ ਅਪਾਇੰਟਮੈਂਟ ਲੈ ਸਕਦੇ ਹੋ ਜਾਂ ਫਿਰ ਤੁਸੀਂ ਡਾਇਰੈਕਟਲੀ ਲੈ ਸਕਦੇ ਹੋ ਜਾਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਦੇ ਥਰੂ ਹੀ ਜਾਣਾ? ਵੀ ਜੇ ਮੈਂਟਲ ਹੈਲਥ ਦਾ ਇਸ਼ੂ ਹੋ ਗਿਆ ਤੇ ਆਪਣੇ ਫੈਮਿਲੀ ਡਾਕਟਰ ਦੇ ਕੋਲ ਜਾ ਸਕਦੇ ਹੋ, ਇਹੀ ਸਵਾਲ ਹੈ?
हाँ जी ओके ते ਉਹ ਰੈਫਰ ਕਰਨਗੇ ਤੁਹਾਨੂੰ ਅੱਗੇ ਸਾਈਕੈਟ੍ਰਿਸਟ ਤੋਂ ਕਿ ਤੁਸੀਂ ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂਜੀ ਹਾਂਜੀ, ਜਿਹੜੇ ਸਕਾਈਟਰਿਸਟ ਆ, ਕੋਈ ਵੀ ਸਪੈਸ਼ਲਿਸਟ ਆ, ਕੈਨੇਡਾ ਦੀ ਜਿਹੜੀ OHIP ਆ, ਉਹ ਡਾਇਰੈਕਟਲੀ ਨਹੀਂ ਜਾਣ ਦਿੰਦੀ ਆਪਾਂ ਨੂੰ ਸਪੈਸ਼ਲਿਸਟ ਕੋਲੇ। ਠੀਕ ਹੈ ਜੀ। ਉਹ ਕਹਿੰਦੇ ਪਹਿਲਾਂ ਤੁਸੀਂ ਫੈਮਿਲੀ ਡਾਕਟਰ ਕੋਲੇ ਜਾਓ, ਜੇ ਫੈਮਿਲੀ ਡਾਕਟਰ ਤੋਂ ਨਾ ਠੀਕ ਹੋਏ ਫਿਰ ਉਹ ਸਪੈਸ਼ਲਿਸਟ ਤੇ ਭੇਜੇ, ਯਾਨੀ ਸਿੱਧਾ ਹੀ ਨਹੀਂ ਜਾਣ ਦਿੰਦੇ ਆਪਾਂ ਨੂੰ ਸਪੈਸ਼ਲਿਸਟ ਤੇ। ਸੋ ਅਗਰ ਆਪਾਂ ਸੋਚਦੇ ਹਾਂ ਵੀ ਅਸੀਂ ਡਿਪਰੈਸਡ ਆ ਜਾਂ ਸਾਨੂੰ ਕੋਈ ਮਾਨਸਿਕ ਪਰੇਸ਼ਾਨੀ ਆ, ਤਾਂ ਆਪਾਂ ਪਹਿਲਾਂ ਡਾਕਟਰ ਨੂੰ ਜਾ ਕੇ ਦੱਸਾਂਗੇ, ਤਾਂ ਡਾਕਟਰ ਫਿਰ ਆਪਾਂ ਨੂੰ ਕਹੂਗਾ ਵੀ ਓਕੇ ਜਾਂ ਮੈਨੂੰ ਤੂੰ ਜਿਹੜੇ ਤੂੰ ਕੁਐਸਚਨ ਮੇਰੇ ਆਨਸਰ ਕੀਤੇ ਆ ਸੀਰੀਅਸ ਆ, ਮੈਂ ਤੈਨੂੰ ਡਾਇਰੈਕਟਲੀ ਰੈਫਰ ਕਰਦਾ ਸਕਾਈਟ੍ਰਿਸਟ ਤੇ। ਜਾਂ ਇਹ ਵੀ ਹੋ ਸਕਦਾ ਉਹ ਕਹੂਗਾ ਹਾਂ ਲੇਕਿਨ ਮੈਨੂੰ ਨਹੀਂ ਲੱਗਦਾ ਇੰਨਾ ਸੀਰੀਅਸ ਆ ਮੈਂ ਤੈਨੂੰ ਦਵਾਈ ਦਿੰਨਾ, ਤੂੰ ਖਾ ਕੇ ਦੇਖ ਐਟਲੀਸਟ 2 ਮਹੀਨੇ, ਫਿਰ ਜੇ ਤੈਨੂੰ ਫਿਰ ਵੀ ਨਾ ਆਰਾਮ ਆਇਆ ਫਿਰ ਤੈਨੂੰ ਸਕਾਈਟ੍ਰਿਸਟ ਤੇ ਭੇਜੂ, ਅਦਰਵਾਈਜ਼ ਪਹਿਲਾਂ ਆਹ ਟਰਾਈ ਕਰਕੇ ਦੇਖ ਇਹਦੇ ਨਾਲ। ਤੇ ਉਹ ਫਿਰ ਤੁਹਾਨੂੰ ਕੁਝ ਕਾਉਂਸਲਿੰਗ ਕਰਕੇ ਕੁਝ ਸਰਟਨ ਹਦਾਇਤਾਂ ਵੀ ਦਿੰਦਾ ਬਈ ਜੇ ਜਿਵੇਂ ਹੁਣ ਫਾਰ ਐਗਜ਼ਾਮਪਲ ਡਿਪਰੈਸ਼ਨ ਦੀਆਂ ਬੜੀਆਂ ਕਾਮਨ ਆ, ਡਾਕਟਰ ਕਹੂਗਾ ਵੀ ਤੁਸੀਂ ਬਾਹਰ ਜਾਓ, ਫਰੈਸ਼ ਏਅਰ 'ਚ ਜਾਓ, ਤੁਸੀਂ ਮਾਰਨਿੰਗ ਵੀ ਵਾਕ ਕਰੋ, ਸ਼ਾਮ ਨੂੰ ਵੀ ਵਾਕ ਕਰੋ। ਇੱਕ ਤੁਸੀਂ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਖੁਸ਼ੀ ਵਾਲੇ ਮਾਹੌਲ 'ਚ ਰੱਖ ਸਕਦੇ ਹੋ ਉਨਾ ਬੈਟਰ ਆ, ਕਿਉਂਕਿ ਤੁਹਾਨੂੰ ਲਾਈਟ ਚੰਗੀ ਨਹੀਂ ਲੱਗਣੀ, ਇਸ ਕਰਕੇ ਤੁਸੀਂ ਹਨੇਰੇ 'ਚ ਬਹਿਣਾ ਪਸੰਦ ਕਰੋਗੇ। ਪਰ ਜਦੋਂ ਤੁਸੀਂ ਹਨੇਰੇ 'ਚ ਬਹਿੰਦੇ ਹੋ ਤਾਂ ਤੁਸੀਂ ਡਿਪਰੈਸ਼ਨ ਹੋਰ ਜਾਣਾ, ਤੁਸੀਂ ਤੁਹਾਡਾ ਢੈਂਜੀ ਕਲਾਂ ਦਾ ਮੂਡ ਜਿਹਾ ਬਣਦਾ। ਠੀਕ ਹੈ, ਇਸ ਕਰਕੇ ਤੁਸੀਂ ਆਪਣੇ ਮੂਡ ਨੂੰ ਤਾਂ ਨੂੰ ਰੱਖਣਾ, ਯਾਨੀ ਕੋਸ਼ਿਸ਼ ਕਰਨੀ ਆ, ਤੇ ਐਟ ਦਾ ਸੇਮ ਟਾਈਮ ਉਹ ਤੁਸੀਂ ਦਵਾਈ ਲੈਣੀ ਆ, ਐਟ ਦਾ ਸੇਮ ਟਾਈਮ ਤੁਸੀਂ ਆਪਣੀਆਂ ਸਰਟਨ ਤੇ ਜਿਹੜੀ ਪ੍ਰੋਬਲਮ ਆ ਆਪਣੀ ਕਮਿਊਨਿਟੀ 'ਚ ਇਹ ਆ ਕਿ ਸਾਨੂੰ ਦਵਾਈ ਕਿਤੇ ਲੱਗ ਨਾ ਜਾਵੇ। ਅੱਛਾ ਜੀ, ਅਸੀਂ ਕਿਤੇ ਪਰਮਾਨੈਂਟਲੀ ਨਾ ਇਸ ਦਵਾਈ ਤੇ ਬਹਿ ਜਾਈਏ। ਆਪਣੇ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਸਾਨੂੰ ਕੁਐਸਚਨ ਆਉਂਦੇ ਆ ਵੀ ਅਸੀਂ ਦਵਾਈ ਇਸ ਕਰਕੇ ਛੱਡਤੀ ਸੀ, ਵੀ ਅਸੀਂ ਠੀਕ ਹੋ ਗਏ ਸੀ ਪਰ ਅਸੀਂ ਇਸ ਕਰਕੇ ਛੱਡਤੀ ਵੀ ਕਿਤੇ ਸਾਨੂੰ ਦਵਾਈ ਨਾ ਲੱਗ ਜੇ। ਠੀਕ ਹੈ, ਇਹ ਕੁਐਸਚਨ ਜਿਹੜਾ ਇਹ ਸਕਾਈਟ੍ਰਿਸਟ ਆਨਸਰ ਕਰ ਸਕਦਾ ਵੀ ਤੁਹਾਨੂੰ ਕਿੰਨੀ ਦੇਰ ਲੈਣੀ ਪਊ। ਹੋ ਸਕਦਾ ਤੁਹਾਨੂੰ 6 ਮਹੀਨੇ ਲੈਣੀ ਪਵੇ, ਹੋ ਸਕਦਾ ਤੁਹਾਨੂੰ 2 ਸਾਲ ਲੈਣੀ ਪਵੇ। ਠੀਕ ਹੈ, ਲੇਕਿਨ ਇਹ ਦਵਾਈ ਦਾ ਜਿਹੜਾ ਕਿੱਸਾ ਇਹ ਨਾ ਤਾਂ ਆਪੇ ਸ਼ੁਰੂ ਕਰੋ ਨਾ ਇਹਨੂੰ ਆਪੇ ਛੱਡੋ, ਕਿਉਂਕਿ ਛੱਡਣ ਦੇ ਇਟਸੈਲਫ ਬੜੇ ਸਾਈਡ ਇਫੈਕਟ ਆ। ਤੁਹਾਡਾ ਕੀ ਤਜਰਬਾ ਵੀ ਸਾਰੇ ਮਰੀਜ਼ ਠੀਕ ਹੋ ਜਾਂਦੇ ਆ? ਇਹਦੇ 'ਚ ਇੱਕ ਫੈਕਟਰ ਜਿਹੜਾ ਬਹੁਤ ਇੰਪੋਰਟੈਂਟ ਆ ਠੀਕ ਹੋਣ ਦੇ ਵਿੱਚ, ਹਾਂਜੀ, ਉਹ ਹੈਗਾ ਕਿ ਕੀ ਮੈਂ ਮੰਨਦਾ ਕਿ ਮੈਂ ਠੀਕ ਹੋਣਾ। ਇਹ ਬੜਾ ਵੱਡਾ ਫੈਕਟਰ ਆ। ਇਹ ਕੈਂਸਰ ਵਾਲੇ ਪੇਸ਼ੈਂਟ 'ਚ ਵੀ ਆਉਂਦਾ, ਮਾਨਸਿਕ ਰੋਗ 'ਚ ਵੀ ਆਉਂਦਾ। ਤੁਹਾਡਾ ਆਪਣਾ ਕੌਨਫੀਡੈਂਸ ਕਿੰਨਾ ਕਿ ਮੈਂ ਡਾਕਟਰ ਦੇ ਗਿਆ ਸੀ, ਮੈਨੂੰ ਲੱਗਦਾ ਡਾਕਟਰ ਨੇ ਮੇਰੀ ਬਿਮਾਰੀ ਸਮਝ ਲਈ, ਮੈਨੂੰ ਲੱਗਦਾ ਮੈਨੂੰ ਆਰਾਮ ਆ ਜਾਊ। ਆਹ ਜਿਹੜੇ ਫੀਲਡ ਆਹ ਸਾਰੇ ਨਾਲੋਂ ਜ਼ਿਆਦਾ ਇੰਪੋਰਟੈਂਟ ਆ। ਜਿਹੜੀਆਂ ਰਿਸਰਚ ਸਟੱਡੀਜ਼ ਆਈਆਂ ਉਹਦੇ 'ਚ ਇੱਕ ਚੀਜ਼ ਸਤਪਾਲ ਜੀ ਬਹੁਤ ਕਲੀਅਰ ਸਾਹਮਣੇ ਆਉਂਦੀ ਆ, ਜੇ ਮੈਨੂੰ ਵਿਸ਼ਵਾਸ ਨਹੀਂ ਨਾ ਡਾਕਟਰ 'ਚ ਤੇ ਦਵਾਈ 'ਚ, ਮੈਂ ਕਦੇ ਨਹੀਂ ਠੀਕ ਹੋਣਾ। ਠੀਕ ਹੈ ਜੀ, ਕਦੇ ਨਹੀਂ ਠੀਕ ਹੋਣਾ। ਔਰ ਹਾਂ, ਬਹੁਤ ਸਾਰੇ ਪੇਸ਼ੈਂਟਸ ਐਸੇ ਹੁੰਦੇ ਆ ਜਿਹੜੇ ਨਹੀਂ ਠੀਕ ਹੁੰਦੇ, ਜਿਨ੍ਹਾਂ ਦਾ ਕਿ ਵਿਸ਼ਵਾਸ ਨਹੀਂ ਬਣਦਾ, ਜਿਨ੍ਹਾਂ ਦਾ ਵਿਸ਼ਵਾਸ ਨਹੀਂ ਬਣਦਾ। ਠੀਕ ਹੈ ਜੀ, ਤੇ ਲੋ ਜੀ ਦੇਖਦੇ ਹਾਂ ਸਾਡੇ ਨਾਲ ਹੁਣ ਕੌਣ ਨੇ। ਹੈਲੋ ਹੈਲੋ ਜੀ, ਨਹੀਂ ਤੁਸੀਂ ਲੱਗਦਾ ਲਾਈਨ ਤੋਂ ਜਾ ਚੁੱਕੇ ਹੋ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਦਾ ਜੀ। ਜੀ ਮੈਂ ਗੁਰਦੀਪ ਸਿੰਘ ਬੋਲ ਰਿਹਾ ਜੀ, ਸ਼ਿਕਾਰਪੁਰ ਤੋਂ। ਜੀ ਜੀ ਆਇਆਂ ਨੂੰ। ਹਾਂਜੀ, ਉਹ ਜਿਹੜੇ ਸੋਸ਼ਲ ਵਰਕਰ ਹੈਗੇ ਆ ਨਾ, ਇਹ ਕਈਆਂ ਫੈਮਲੀਆਂ ਨੂੰ ਠੀਕ ਵੀ ਕਰ ਦਿੰਦੇ ਆ ਜੀ, ਔਰ ਕਈਆਂ ਨੂੰ ਇਹ ਖਰਾਬ ਕਰਨ ਦੀ ਕੋਸ਼ਿਸ਼ ਵੀ ਕਰਦੇ ਆ। ਅੱਛਾ ਜੀ, ਕਿਉਂਕਿ ਮੇਰੇ ਨਾਲ ਘਟਨਾ ਇਹ ਬੀਤੀ ਆ ਤੇ ਮੈਂ ਆਪਣੀ ਵਾਈਫ ਨੂੰ ਸਕੂਲੇ ਭੇਜਦਾ ਸੀ ਇੰਗਲਿਸ਼ ਸਿੱਖਣ ਲਈ। ਉੱਥੇ ਹਫ਼ਤੇ ਹੀ ਇੱਕ ਦਿਨ ਮੀਟਿੰਗ ਹੁੰਦੀ ਸੀ, ਸੋਸ਼ਲ ਵਰਕਰ ਆ ਰਹੀਆਂ ਸੀ, ਉਹਨਾਂ ਦੀ ਲੋਅਰ ਨਾਲ ਆਉਂਦੀ ਸੀ, ਤੇ ਉਸ ਦਿਨ ਕੋਈ ਵੀ ਗੈਰ ਅੰਦਰ ਨਹੀਂ ਜਾ ਸਕਦਾ। ਤੇ ਫਿਰ ਮੈਂ ਜਦੋਂ ਬਾਹਰ ਆਏ ਪੁੱਛਿਆ ਤੇ ਨਵੇਂ ਉੱਥੇ ਠੀਕ ਹੈ, ਹੋਲਡ ਕਰਿਓ ਜਰਾ ਗੱਲ ਤੁਹਾਡੀ ਨਾ ਇੰਡੀਵਿਜੂਅਲ ਐਕਸਪੀਰੀਅੰਸ ਦੀ। ਚਲੋ ਤੁਸੀਂ ਐਡੀ ਵੱਡੀ ਹੁਣ ਏਅਰ ਤੇ ਨਾ ਕਰੀਏ। ਦੂਸਰਾ ਇਹ ਹੈ ਕਿ ਵਿਸਤਾਰ ਤੁਹਾਡਾ ਥੋੜ੍ਹਾ ਜਿਹਾ ਜ਼ਿਆਦਾ ਲੈਂਥੀ ਵੀ ਲੱਗਦਾ, ਪਰ ਸਮੁੱਚੇ ਰੂਪ ਦੇ ਵਿੱਚ ਮੁੱਟਾ ਜੀ ਇਸ ਗੱਲ ਦਾ ਪਹਿਲਾਂ ਵੀ ਜਵਾਬ ਦੇ ਚੁੱਕੇ ਆ। ਪਹਿਲਾਂ ਕਈ ਪ੍ਰੋਗਰਾਮਾਂ ਦੇ ਵਿੱਚ, ਲਗਭਗ ਹਰ ਪ੍ਰੋਗਰਾਮ 'ਚ ਅਸੀਂ ਇਹਨਾਂ ਦੇ ਕੋਲੋਂ ਇਹ ਸਵਾਲ ਜ਼ਰੂਰ ਪੁੱਛਦੇ ਹਾਂ ਤੁਹਾਡੇ ਸਾਰਿਆਂ ਦੇ ਲਈ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਕਈਆਂ ਲੋਕਾਂ ਨੂੰ ਅਜਿਹਾ ਲੱਗਣ ਲੱਗਦਾ ਵੀ ਜਦੋਂ ਇਹਨਾਂ ਕੋਲ ਲੋਕ ਜਾਂਦੇ ਆ ਵੀ ਜੇ ਸਮੱਸਿਆ ਪਹਿਲਾਂ ਨਹੀਂ ਸੀਗੀ ਜਾਂ ਥੋੜ੍ਹੀ ਜਿਹੀ ਸੀਗੀ ਤੇ ਇਹਨਾਂ ਨੇ ਖਿੱਚ ਕੇ ਉਹਨੂੰ ਇੰਨੀ ਲੰਬੀ ਕਰ ਦਿੱਤਾ ਵੀ ਤੁਸੀਂ ਇੱਦਾਂ ਕਰਦੇ ਆ। ਪਹਿਲਾਂ ਵੀ ਇਹ ਦੱਸ ਚੁੱਕੇ, ਇੱਕ ਵਾਰੀ ਫੇਰ ਦੱਸ ਦਿੰਦੇ ਆ ਵੀ ਇਹਨਾਂ ਕੋਲ ਜਾ ਕੇ ਸਮੱਸਿਆ ਵੱਧਦੀ ਆ ਕਿ ਜਾਂ ਇਹ ਹੱਲ ਕਰਦੇ ਆ ਜੀ। ਸੋ ਇਹ ਬਹੁਤ ਇੰਪੋਰਟੈਂਟ ਸਵਾਲ ਆ ਜਿਹੜਾ ਇਹਨਾਂ ਨੇ ਪੁੱਛਿਆ, ਬਹੁਤ ਹੀ ਇੰਪੋਰਟੈਂਟ ਆ ਜੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ, ਫਿਰ ਸਮਝ ਆਉਂਦਾ, ਨਹੀਂ ਸਮਝ ਨਹੀਂ ਆਉਂਦਾ।
ਮਿਸਾਲ ਦੇ ਤੌਰ ਤੇ ਸਾਡੇ ਕੋਲੇ ਕੋਈ ਬੱਚਾ ਪਰਿਵਾਰ ਆਂਦਾ, ਉਹ ਕਹਿੰਦਾ ਜੀ ਸਾਡਾ ਬੱਚਾ ਕਹਿਣਾ ਨਹੀਂ ਮੰਨਦਾ ਔਰ ਉਹਦੀ ਉਮਰ 16 ਸਾਲ ਤੋਂ ਥੱਲੇ ਆ ਜੀ, ਔਰ ਉਹ ਬੱਚਾ ਸਾਨੂੰ ਕਹਿੰਦਾ ਵੀ ਮੈਨੂੰ ਜਦੋਂ ਮੈਂ ਕੁਝ ਕਰਦਾ ਮੇਰੇ ਮਾਪਿਓ ਮੈਨੂੰ ਕੁੱਟਦੇ ਆ। ਅੱਛਾ ਜੀ। ਹੁਣ ਜਦੋਂ ਆਹ ਲਫ਼ਜ਼ ਉਹਨੇ ਵਰਤਤਾ, ਕੁੱਟਦੇ ਆ, ਹੁਣ ਸਾਡੇ ਹੱਥ ਬੰਨ੍ਹਤੇ ਕਾਨੂੰਨ ਨੇ। ਕਾਨੂੰਨ ਕਹਿੰਦਾ ਵੀ ਤੁਸੀਂ ਚਿਲਡਰਨ ਏਡ ਸੁਸਾਇਟੀ ਨੂੰ ਫੋਨ ਕਰਨਾ ਕਿਉਂਕਿ ਬੱਚੇ ਨੇ ਕਿਹਾ ਵੀ ਮੈਨੂੰ ਮਾਪੇ ਕੁੱਟਦੇ ਆ। ਹੁਣ ਸਾਡੇ ਕੋਲੇ ਤਾਂ ਕੋਈ ਤਾਕਤ ਨਹੀਂ ਉਹਨਾਂ ਨੇ ਛੱਡੀ। ਉਹ ਕਹਿੰਦੇ ਨੋ, ਤੁਸੀਂ ਨਹੀਂ ਕੋਈ ਅਸੈਸਮੈਂਟ ਕਰਨੀ, ਤੁਸੀਂ ਚੱਕ ਕੇ ਉਹਨਾਂ ਨੂੰ ਮਾਪਿਆਂ ਨੂੰ ਸੱਦਣਾ, ਮਾਪਿਆਂ ਨੂੰ ਕਹਿਣਾ ਵੀ ਦੇਖੋ ਤੁਹਾਡੇ ਬੱਚੇ ਨੇ ਕਿਹਾ ਵੀ ਕੁੱਟਦੇ ਆ, ਅਸੀਂ ਚਿਲਡਰਨ ਏਡ ਨੂੰ ਫੋਨ ਕਰਨਾ। ਹੁਣ ਆਫ ਕੋਰਸ ਮਾਪਿਆਂ ਨੇ ਤਾਂ ਗੁੱਸੇ ਹੋਣਾ ਹੀ ਹੋਣਾ, ਉਹ ਕਹਿਣਗੇ ਆ ਕੁੱਟਦੇ ਹੀ ਆ ਤੇ ਕਿਹੜਾ ਇਹਨੂੰ ਅਸੀਂ ਮਾਰਤਾ ਵੀ ਤੁਸੀਂ ਕੀ ਕਰੀ ਜਾਂਦੇ ਹੋ, ਅਸੀਂ ਤਾਂ ਤੁਹਾਡੇ ਕੋਲੇ ਲਿਆਏ ਆ ਇਹਨੂੰ ਠੀਕ ਕਰਨ ਨੂੰ, ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਹੁਣ ਚਿਲਡਰਨ ਏਡ ਨੂੰ ਦੱਸਣਾ। ਉਹ ਸਾਡੀਆਂ ਮਜਬੂਰੀਆਂ ਨਹੀਂ ਸਮਝਦੇ ਔਰ ਉਹ ਇਹ ਨਹੀਂ ਸਮਝਦੇ ਕਿ ਕੈਨੇਡਾ ਦੇ ਵਿੱਚ ਸਰਟਨ ਗੈਰ ਕਾਨੂੰਨੀ ਆ। ਠੀਕ ਹੈ। ਹੁਣ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੱਸਦਾ। ਇੱਕ ਫਾਦਰ ਦੀ ਆਪਣੀ ਬੇਟੀ ਜਿਹੜੀ ਕਿ 15 ਸਾਲ ਦੀ ਸੀ, ਉਹਦੇ ਨਾਲ ਲੜਾਈ ਹੋ ਗਈ ਬੋਲ ਚਾਲ 'ਚ। ਉਹ ਕਹਿੰਦੀ ਮੈਂ ਬਾਹਰ ਜਾਣਾ, ਉਹ ਕਹਿੰਦਾ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ, ਤੂੰ ਆਪਣਾ ਕੰਮ ਕਰ। ਉਹ ਕਹਿੰਦੀ ਮੈਂ ਤਾਂ ਚੱਲੀ ਆ, ਉਹ ਕਹਿੰਦੇ ਨਹੀਂ ਜਾਣ ਦੇਣਾ। ਉਹ ਜੀ ਦਰਵਾਜ਼ੇ 'ਚ ਜਾ ਕੇ ਖੜਾ ਹੋ ਗਿਆ ਬੰਦਾ, ਹਾਂਜੀ। ਉਹ ਕਹਿੰਦਾ ਮੈਂ ਨਹੀਂ ਜਾਣ ਦੇਣਾ। ਉਹਨੇ ਚੱਕ ਕੇ ਪੁਲਿਸ ਨੂੰ ਫੋਨ ਕਰਤਾ, ਪੁਲਿਸ ਵਾਲੇ ਆ ਗਏ। ਪੁਲਿਸ ਵਾਲੇ ਕਹਿੰਦੇ ਵੀ ਹਾਂਜੀ ਤੁਹਾਡੇ ਫੋਨ ਆਇਆ। ਉਹ ਕਹਿੰਦੇ ਹਾਂਜੀ ਇਹਨੇ ਕੀਤਾ। ਉਹ ਕਹਿੰਦੇ ਤੂੰ ਕਿਉਂ ਨਹੀਂ ਕੀਤਾ? ਉਹ ਕਹਿੰਦੇ ਜੀ ਮੈਂ ਬਾਹਰ ਜਾਣਾ, ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦਾ। ਉਹ ਪੁਲਿਸ ਵਾਲੇ ਕਹਿੰਦੇ ਵੀ ਤੂੰ ਇਹਨੂੰ ਬਾਹਰ ਕਿਉਂ ਨਹੀਂ ਜਾਣ ਦਿੰਦਾ? ਉਹ ਕਹਿੰਦਾ ਮੈਂ ਬਾਹਰ ਨਹੀਂ ਜਾਣ ਦਿੰਦਾ ਕਿਉਂਕਿ ਇਹਨੇ ਆਪਣਾ ਹੋਮਵਰਕ ਨਹੀਂ ਕੀਤਾ। ਅੱਛਾ, ਜੇ ਤਾਂ ਉਹ 16 ਸਾਲ ਤੋਂ ਥੱਲੇ ਆ ਫਿਰ ਤਾਂ ਉਹ ਤੁਹਾਨੂੰ ਥੋੜਾ ਬਹੁਤਾ ਸਮਝਾਣਗੇ, ਉਹ ਕਹਿਣਗੇ ਵੀ ਓਕੇ ਅਸੀਂ ਚਿਲਡਰਨ ਏਡ ਨੂੰ ਦੱਸਾਂਗੇ, ਚਿਲਡਰਨ ਏਡ ਦਾ ਵਰਕ ਕਰਾਓ। ਹੁਣ ਜੇ ਬਦਕਿਸਮਤੀ ਨਾਲ ਅਗਰ ਉਹ ਕੁੜੀ 16 ਸਾਲ ਤੋਂ ਵੱਡੀ ਹੋਵੇ ਫਿਰ ਪੁਲਿਸ ਨੇ ਫਾਦਰ ਨੂੰ ਚਾਰਜ ਕਰ ਲੈਣਾ। ਅੱਛਾ ਜੀ। ਉਹਨੂੰ ਕਹਿੰਦੇ ਆ ਫੋਰਸੀਬਲ ਕਨਫਾਈਨਮੈਂਟ, ਜਿਹੜਾ ਕ੍ਰਿਮੀਨਲ ਚਾਰਜ ਆ। ਹੁਣ ਆਪਣੇ ਬੰਦੇ ਇਸ ਚੀਜ਼ ਨੂੰ ਸਮਝਣਗੇ ਨਹੀਂ, ਉਹ ਕਹਿਣਗੇ ਲੈ ਇਹ ਕਿਵੇਂ ਹੋ ਸਕਦਾ, ਸਾਡਾ ਬੱਚਾ ਵਿਗੜਦਾ ਅਸੀਂ ਉਹਨੂੰ ਕਿਉਂ ਨਹੀਂ ਰੋਕਾਂਗੇ? ਕੈਨੇਡਾ ਦਾ ਕਾਨੂੰਨ ਕਹਿੰਦਾ ਤੁਸੀਂ ਰੋਕ ਨਹੀਂ ਸਕਦੇ, ਤੁਹਾਡੇ ਤੇ ਚਾਰਜ ਲਾਵਾਂਗੇ, ਤੁਸੀਂ ਨਹੀਂ ਰੋਕ ਸਕਦੇ। ਉਹ 16 ਸਾਲ ਤੋਂ ਵੱਡਾ, ਉਹਨੂੰ ਹੱਕ ਆ ਬਾਹਰ ਜਾਣ ਦਾ। ਹੁਣ ਆਪਾਂ ਕਿਉਂਕਿ ਇਹ ਚੀਜ਼ਾਂ ਸਮਝਦੇ ਨਹੀਂ, ਉਹ ਕਸੂਰ ਸਾਰਾ ਸੋਸ਼ਲ ਵਰਕਰਾਂ ਤੇ ਨਿਕਲਦਾ ਵੀ ਲੈ ਇਹਨਾਂ ਕੋਲੇ ਗਏ ਸੀ, ਇਹਨਾਂ ਨੇ ਬਾਤ ਦਾ ਬਤੰਗੜ ਬਣਾਤਾ, ਸੋਲਵ ਤਾਂ ਕੀ ਕਰਨਾ ਸੀਗਾ, ਉਤੋਂ ਸਾਡਾ ਵਿਗਾੜ ਕੇ ਕਰਤਾ। ਜਾਨੀ ਜਿਹੜਾ ਲੀਗਲ ਸਿਸਟਮ ਆ ਕੈਨੇਡਾ ਦਾ, ਉਹਦੇ 'ਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ। ਹੁਣ ਜੇ ਕੋਈ ਬੰਦਾ ਧਮਕੀ ਦਵੇ ਉੱਥੇ ਵੀ ਮੈਂ ਮਾਰ ਦੂੰ ਔਰ ਉਹ ਮੈਂਟਲ ਹੈਲਥ ਦਾ ਪੇਸ਼ੈਂਟ ਹੋਵੇ, ਸਾਨੂੰ ਪਤਾ ਵੀ ਉਹ ਮੈਂਟਲ ਹੈਲਥ ਦਾ ਪੇਸ਼ੈਂਟ ਆ, ਕਾਨੂੰਨ ਕਹਿੰਦਾ ਵੀ ਤੁਸੀਂ ਹਸਪੀਟਲ ਪਹੁੰਚਾਉਣਾ। ਠੀਕ ਹੈ ਜੀ। ਹੁਣ ਉਹ ਪੇਰੈਂਟਸ ਸਾਡੇ ਨਾਲ ਲੜਨ ਨਾ ਲੜਨ, ਉਹ ਮਿੰਨਤਾਂ ਕਰਨ ਨਾ ਮਿੰਨਤਾਂ ਕਰਨ, ਉਹ ਸਾਨੂੰ ਧਮਕਾਉਣ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਤੁਹਾਡੇ ਕੋਲੇ ਕੋਈ ਨਹੀਂ ਆਉਣਾ ਚਾਹੀਦਾ, ਤੁਸੀਂ ਬਹੁਤ ਜ਼ਿਆਦਾ ਸਾਨੂੰ ਦੁਖੀ ਕਰਦੇ ਹੋ, ਇਹਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂਗਾ। ਸਾਡੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਕੈਨੇਡਾ ਦੇ ਐਕਟਸ ਦੇ ਨਾਲ ਆ। ਇੱਕ ਹੈਗਾ ਮੈਂਟਲ ਹੈਲਥ ਐਕਟ, ਉਹ ਐਕਟ ਦੇ ਵਿੱਚ ਸਰਟਨ ਹਦਾਇਤਾਂ ਵੀ ਇੱਕ ਪ੍ਰੋਫੈਸ਼ਨਲ ਨੇ ਕਿਵੇਂ ਕੰਮ ਕਰਨਾ। ਠੀਕ ਹੈ। ਉਸ ਨੂੰ ਜਦੋਂ ਆਪਾਂ ਇੰਪਲੀਮੈਂਟ ਕਰਦੇ ਆ ਤੇ ਉਹ ਆਪਣੇ ਜਿਹੜਾ ਕਲਚਰ ਆ ਉਹਦੇ ਨਾਲ ਅਨਫੋਰਚੂਨੇਟਲੀ ਉਹ ਫਿੱਟ ਨਹੀਂ ਬਹਿੰਦਾ, ਉਹਦਾ ਟਕਰਾਅ ਹੁੰਦਾ। ਸੋ ਕਹਿਣ ਦਾ ਮਤਲਬ ਇਹ ਹੋਇਆ ਵੀ ਅਸੀਂ ਕੈਨੇਡਾ 'ਚ ਆ ਕੇ ਜਦੋਂ ਦੇਸੀ ਤੌਰ ਤਰੀਕਿਆਂ ਦੇ ਨਾਲ ਆਪਣਾ ਕੰਮ ਚਲਾਣੇ ਆ ਕਰਦਾ ਹਾਂਜੀ, ਤੇ ਫਿਰ ਉਹਦੇ ਵਿੱਚ ਕੁਦਰਤੀ ਆ ਕਿ ਕੈਨੇਡਾ ਦੇ ਸਿਸਟਮ ਨਾਲ ਟਕਰਾਅ ਤਾਂ ਹੋਣਾ ਹੀ ਆ ਜੀ। ਤੇ ਜੇ ਰਹਿਣ ਲਈ ਮੋਟਾ ਸਾਹਿਬ ਦੱਸ ਰਹੇ ਵੀ ਅਸੀਂ ਕੈਨੇਡਾ ਨੂੰ ਚੁਣਿਆ ਤੇ ਫਿਰ ਇੱਥੋਂ ਦੇ ਕਾਇਦੇ ਕਾਨੂੰਨ ਵੀ ਨਾਲ ਹੀ ਸਾਡੇ ਚੱਲਣੇ ਆ, ਹਨਾ। ਸੋ ਅਸੀਂ ਦੇਸ਼ ਦੇ ਵਿੱਚੋਂ ਆ ਕੇ ਦੇਸ਼ ਵਾਲੀਆਂ ਗੱਲਾਂ ਜਾਂ ਚਾਲ ਚੱਲਣ ਚਰਿੱਤਰ ਇੱਥੇ ਨਹੀਂ ਅਪਣਾ ਸਕਦੇ। ਬਿਲਕੁਲ। ਸਾਨੂੰ ਇੱਥੇ ਵਿਦੇਸ਼ ਦੇ ਵਿੱਚ ਆ ਕੇ ਜਦੋਂ ਅਸੀਂ ਇਹਨੂੰ ਆਪਣਾ ਦੇਸ਼ ਬਣਾ ਲੈਂਦੇ ਹਾਂ ਤੇ ਫਿਰ ਇੱਥੋਂ ਦੇ ਕਾਇਦੇ ਕਾਨੂੰਨਾਂ ਨੂੰ ਵੀ ਸਾਨੂੰ ਆਪਣਾ ਹੀ ਬਣਾਉਣਾ ਪਏਗਾ, ਇਹ ਕਹਿ ਰਹੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਥੋੜਾ ਉੱਚੀ ਬੋਲੋ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੋਲ ਸਾਹਿਬ, ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਮੁੱਟਾ ਸਾਹਿਬ ਨੂੰ ਲੈ ਕੇ ਆਏ ਆ ਜੀ। ਤੇ ਇਹਨਾਂ ਨੂੰ ਨਾ ਜ਼ਿਆਦਾ ਲੈ ਕੇ ਆਇਆ ਕਰੋ ਕਿਉਂਕਿ ਜਿਹੜੀਆਂ ਗੱਲਾਂ ਦੱਸਦੇ ਆ ਆਪਣੀ ਕਮੇਟੀ ਵਿੱਚ ਇਹਦੀ ਬਹੁਤ ਜ਼ਿਆਦਾ ਘਾਟ ਆ। ਠੀਕ ਹੈ ਜੀ ਮੁੱਟਾ ਸਾਹਿਬ। ਦੂਜੀ ਗੱਲ ਇਹ ਆ ਜੀ, ਇਹ ਜਿਹੜੀ ਨਾ ਗੱਲ ਹੋਈ ਸੀ ਪਿੱਛੇ ਡਿਪਰੈਸ਼ਨ ਬਾਰੇ, ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਕਿਉਂਕਿ ਮੈਂ ਇਹਦੇ ਵਿੱਚ ਵੀ ਲੰਘ ਚੁੱਕਾ। ਤੇ ਇਹ ਜਿਹੜਾ ਆਪਣਾ ਇੱਥੇ ਸਿਸਟਮ ਹੈ ਨਾ ਕੈਨੇਡਾ ਦਾ, ਇਹ ਤੁਹਾਡੇ ਨਾਲ ਖੜ ਜਾਂਦਾ ਜਦੋਂ ਤੁਸੀਂ ਇਦਾਂ ਦੀ ਪ੍ਰੋਬਲਮ ਵਿੱਚ ਜਾਂਦੇ ਹੋ। ਜਿਹੜੇ ਆਪਣੇ ਸੋਸ਼ਲ ਵਰਕਰ ਆ ਉਹ ਇੱਥੋਂ ਤੱਕ ਕਿ ਘਰ ਤੱਕ ਵੀ ਆਉਂਦੇ ਆ, ਤੁਹਾਡੇ ਨਾਲ ਰਹਿੰਦੇ ਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ। ਤੇ ਮੈਂ ਖੁਦ ਬੜਾ ਹੈਰਾਨ ਹੋਇਆ ਸੀ ਕਿ ਜਦੋਂ ਮੇਰੀ ਜਿੰਨੀ ਹੈਲਪ ਕੀਤੀ ਉਹਨਾਂ ਨੇ, ਕਹਿ ਲਓ ਵੀ ਇੱਕ ਬਗਾਨੇ ਬੰਦਿਆਂ ਨੇ, ਉਹਨਾਂ ਨੇ ਇਹ ਗੱਲਾਂ ਕਰਨੀਆਂ ਮੇਰੇ ਨਾਲ ਬਹਿ ਕੇ ਮੈਨੂੰ ਬਾਹਰ ਕੱਢਣਾ, ਕਹਿਣਾ ਵੀ ਤੂੰ ਇੱਥੇ ਨਹੀਂ ਬਹਿਣਾ ਹੈਗਾ, ਇਕੱਲੇ ਨੇ ਵੀ ਤੂੰ ਸਾਡੇ ਨਾਲ ਚੱਲ। ਤੇ ਜਿਹੜੇ ਸਾਈਕੈਟਰਿਕ ਆ
ਉਹ ਵੀ ਜਿੱਦਾਂ 2-2 ਘੰਟੇ 3-3 ਘੰਟੇ ਲਗਾਤਾਰ ਜਿੱਦਾਂ ਬਈ ਗੱਲਾਂ ਬਾਤਾਂ ਕਰਕੇ ਤੁਹਾਡੇ ਅੰਦਰੋਂ ਕਹ ਲਓ ਵੀ ਕੋਈ ਜਿਹੜੀਆਂ ਲੁਕੀਆਂ ਗੱਲਾਂ ਉਹ ਵੀ ਕੱਢ ਲੈਂਦੇ ਆ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਜਿੱਦਾਂ ਬੰਦਾ ਬੜਾ ਕਹ ਲਓ ਵੀ ਬੜਾ ਸੌਖਾ ਮਹਿਸੂਸ ਕਰਦਾ ਬਈ ਮੇਰੇ ਨਾਲ ਕੋਈ ਹੈਗਾ। ਠੀਕ ਹੈ, ਸ਼ਾਬਾਸ਼। ਸੋ ਇਸ ਕਰਕੇ ਜਿਹੜੇ ਕਈ ਆਪਣੇ ਜਿੱਦਾਂ ਪਹਿਲਾਂ ਇੱਕ ਫੋਨ ਕਾਲ ਆਈ ਸੀ ਕਿ ਇਹ ਖਰਾਬ ਕਰਦੇ, ਇਹ 'ਚ ਖਰਾਬੀ ਵਾਲੀ ਕੋਈ ਗੱਲ ਨਹੀਂ ਜੀ। ਮੈਂ ਖੁਦ ਇੰਜੀਨੀਅਰ ਬੰਦਾ ਆ, ਮੈਂ ਕਾਫੀ ਪੜ੍ਹਿਆ ਲਿਖਿਆ ਬੰਦਾ, ਤੇ ਮੈਂ ਜਦੋਂ ਇਹ ਦੇਖਿਆ ਵੀ ਇਹ ਸਿਸਟਮ ਸਾਡੇ ਨਾਲ ਕਿੱਦਾਂ ਖੜਦਾ, ਜਦੋਂ ਕਿ ਤੁਹਾਡੇ ਤੋਂ ਇੱਕ ਪੈਣੀ ਚਾਰਜ ਨਹੀਂ ਕਰਦੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਇਸ ਸਿਸਟਮ ਨੂੰ ਦੇਖੋ ਸਮਝਣ ਲਈ ਵੀ ਸਮਝ ਚਾਹੀਦੀ ਆ। ਸੋ ਜੇ ਅਸੀਂ ਉੱਥੋਂ ਵਾਲੀ ਸੋਚ ਨੂੰ ਇੱਥੇ ਆ ਕੇ ਧੱਕੇ ਦੇ ਨਾਲ ਵੜੀ ਜਾਂਦੇ, ਇਹਨਾਂ ਦੇ ਵਿੱਚ ਕੁਦਰਤੀ ਤੌਰ 'ਤੇ ਫਿਰ ਟਕਰਾਅ ਪੈਦਾ ਹੋਊਗਾ ਤੇ ਖੱਜਲ ਅਸੀਂ ਹੋਵਾਂਗੇ। ਪਰ ਇਹ ਭਾਈ ਸਾਹਿਬ ਨੇ ਕਿਹਾ ਜੀ ਤੁਸੀਂ ਵਧੀਆ ਕੰਮ ਕਰਦੇ ਹੋ। ਹਾਂਜੀ, ਬਹੁਤ ਮਿਹਰਬਾਨੀ। ਸਾਰੀਆਂ ਲਾਈਨਾਂ ਤੇ ਤੁਸੀਂ ਆਏ ਹੋਏ ਹੋ, ਤੁਹਾਨੂੰ ਥੋੜ੍ਹਾ ਜਿਹਾ ਮੌਕਾ ਦਿੰਦੇ ਹਾਂ ਅਸੀਂ ਹੋਰ। ਪਰ ਲੇਕਿਨ ਕਿ ਇਸ ਤੋਂ ਪਹਿਲਾਂ ਇੱਕ ਗੱਲ ਹੈ ਜੀ ਬੜੀ ਕਮਾਲ ਦੀ, ਕਿ ਇਸੇ ਤਰੀਕੇ ਦੇ ਨਾਲ ਕਈ ਲੋਕ ਮਹਿਸੂਸ ਕਰਦੇ ਆ ਵੀ ਅਸੀਂ ਜਦੋਂ ਥੋੜ੍ਹੀ ਜਿਹੀ ਗੱਲ ਲੈ ਕੇ ਜਾਂਦੇ ਆ ਨਾ ਸੋਸ਼ਲ ਵਰਕਰ ਦੇ ਕੋਲ, ਤੇ ਉਹ ਫਿਰ ਆਪਣੀਆਂ ਫਾਈਲਾਂ ਵੱਡੀਆਂ ਕਰਨ ਦੇ ਲਈ, ਆਪਣਾ ਕੰਮ ਚਲਾਉਣ ਦੇ ਲਈ ਸਾਡਾ ਕੰਮ ਵਧਾਉਂਦੇ ਰਹਿੰਦੇ ਆ। ਜਿਹਦੇ ਵਿੱਚੋਂ ਇੱਕ ਗੱਲ ਇਹ ਆ ਵੀ ਸਾਨੂੰ ਉਹ ਪ੍ਰੇਰਿਤ ਕਰਦੇ ਆ ਵੀ ਤੁਸੀਂ ਵੈਲਫੇਅਰ ਲੈਣ ਲੱਗ ਜਾਓ। ਹਾਂਜੀ, ਹੁਣ ਜੇ ਕੋਈ ਬੰਦਾ ਨਹੀਂ ਵੀ ਵੈਲਫੇਅਰ ਲੈਣੀ ਚਾਹੁੰਦਾ ਤੇ ਉਹਨੂੰ ਗੱਲਾਂ ਬਾਤਾਂ ਦੇ ਵਿੱਚ ਇਸ ਤਰੀਕੇ ਨਾਲ ਲਿਆਂਦਾ ਜਾਊਗਾ ਵੀ ਤੇਰਾ ਜਿਹੜਾ ਜੇ ਹਸਬੈਂਡ ਭੱਜ ਗਿਆ ਜਾਂ ਐ ਹੋ ਗਿਆ ਤੇ ਉਹਦੀ ਅਸੀਂ ਪੇ ਜਿਹੜੀ ਗਾਰਨਿਸ਼ ਕਰਨੀ ਸ਼ੁਰੂ ਕਰ ਦਿਆਂਗੇ, ਵੈਲਫੇਅਰ ਤੈਨੂੰ ਆਉਣੀ ਸ਼ੁਰੂ ਹੋ ਜੂ। ਇੱਦਾਂ ਵੈਲਫੇਅਰ ਲੈਣ ਲਈ ਤੁਸੀਂ ਬੰਦੇ ਨੂੰ ਮੋਟੀਵੇਟ ਕਰਦੇ? ਨੋ, ਅਲਾਉਡ ਨਹੀਂਗਾ। ਅੱਛਾ, ਇਹ ਨਹੀਂ, ਬਿਲਕੁਲ ਨਹੀਂ ਅਲਾਉਡ। ਸੋਸ਼ਲ ਵਰਕ ਦੀਆਂ ਜਿਹੜੀਆਂ ਐਥਿਕਸ ਆ, ਜਦੋਂ ਤੁਸੀਂ ਡਿਗਰੀ ਲੈਂਦੇ ਹੋ ਜਾਂ ਤੁਸੀਂ ਡਿਪਲੋਮਾ ਵੀ ਲੈਂਦੇ ਹੋ, ਜਿਹੜੀਆਂ ਐਥਿਕਸ ਆ ਉਹ ਐਥਿਕਸ ਇਹ ਕਹਿੰਦੀਆਂ ਵੀ ਤੁਸੀਂ ਜਿਹੜਾ ਤੁਹਾਡਾ ਕਲਾਇੰਟ ਆ, ਜਿਹਦੇ ਨਾਲ ਤੁਸੀਂ ਕੰਮ ਕਰਨਾ, ਤੁਸੀਂ ਉਹਦੀ ਗੱਲ ਪਹਿਲਾਂ ਸੁਣਨੀ ਆ। ਠੀਕ ਹੈ ਜੀ। ਸੁਣ ਕੇ ਤੁਸੀਂ ਅਸੈਸਮੈਂਟ ਕਰਨੀ ਆ ਵੀ ਇਹਨੂੰ ਪ੍ਰੋਬਲਮ ਕੀ ਆ। ਠੀਕ ਹੈ। ਉਸ ਪ੍ਰੋਬਲਮ ਦੇ ਬਾਅਦ ਇੱਕ ਪਲਾਨ ਡਿਵੈਲਪ ਕਰਨੀ ਆ, ਉਹਨੂੰ ਕਹਿੰਦੇ ਆ ਕੇਅਰ ਪਲਾਨ। ਸੋ ਪਹਿਲਾਂ ਸੁਣਨਾ, ਫਿਰ ਅਸੈਸਮੈਂਟ ਕਰਨੀ, ਫਿਰ ਇੱਕ ਕੇਅਰ ਪਲਾਨ ਡਿਵੈਲਪ ਕਰਨੀ ਆ। ਉਹ ਜਿਹੜੀ ਕੇਅਰ ਪਲਾਨ ਆ ਉਹਨੂੰ ਪੁੱਛ ਕੇ ਡਿਵੈਲਪ ਹੁੰਦੀ ਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਠੀਕ ਹੈ ਜੀ। ਵੀ ਆਹ ਅਸੀਂ ਸੁਣਿਆ ਔਰ ਅਸੀਂ ਉਹਨੂੰ ਦੱਸਦੇ ਆ ਵੀ ਤੁਸੀਂ ਆਹ ਸਾਨੂੰ ਦੱਸਿਆ। ਇਹਦੀ ਹੁਣ ਅਸੈਸਮੈਂਟ ਆ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਆਹ ਚੀਜ਼ ਦੀ ਲੋੜ ਆ ਕਿਉਂਕਿ ਤੁਸੀਂ ਮੈਨੂੰ ਆਹ ਦੱਸਿਆ, ਕੀ ਇਹ ਸਹੀ ਆ? ਉਹ ਕਹਿੰਦੇ ਹਾਂ। ਹੁਣ ਜਦੋਂ ਕੇਅਰ ਪਲਾਨ ਦੀ ਵਾਰੀ ਆਊਗੀ ਫਿਰ ਉਹਨੂੰ ਦੱਸਾਂਗੇ ਵੀ ਤੁਸੀਂ ਆਹ ਚੀਜ਼ ਸਾਨੂੰ ਦੱਸੀ ਸੀ, ਇਹਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ? ਇਜ਼ ਦੈਟ ਵਾਟ ਯੂ ਵਾਂਟ ਟੂ ਡੂ? ਸੋ ਜਿਹੜੀਆਂ ਪਲਾਨ ਹੁੰਦੀ ਆ ਉਹ ਸਾਡਾ ਕੁਝ ਨਹੀਂਗਾ ਉਹਦੇ 'ਚ। ਅੱਛਾ, ਜਿਹੜਾ ਕੁਝ ਅਗਲੇ ਬੰਦੇ ਨੇ ਸਾਨੂੰ ਦੱਸਿਆ ਉਹਦੇ ਹਿਸਾਬ ਨਾਲ ਅਸੈਸਮੈਂਟ ਹੋਊ, ਉਹਦੇ ਹਿਸਾਬ ਨਾਲ ਕੇਅਰ ਪਲਾਨ ਹੋਊਗੀ, ਫਿਰ ਉਹਦੇ ਹਿਸਾਬ ਨਾਲ ਵਰਕ ਕੀਤਾ ਜਾਂਦਾ। ਠੀਕ ਹੈ ਜੀ। ਸੋ ਆਪਣੇ ਵੱਲੋਂ ਅਸੀਂ ਨਹੀਂ ਲਾ ਸਕਦੇ, ਮਨਾ ਕੀਤਾ ਹੋਇਆ, ਕਾਨੂੰਨੀ ਤੌਰ ਤੇ ਇਹ ਮਨਾ ਕੀਤਾ ਕਿ ਤੁਸੀਂ ਕੁਝ ਵੀ ਨਹੀਂ ਉਹਨੂੰ ਦੱਸਣਾ ਵੀ ਤੂੰ ਐਂ ਕਰ ਲਾ, ਤੂੰ ਪੇਪਰ ਐਂ ਭਰ ਲਾ, ਜਾਂ ਤੂੰ ਪੈਸੇ ਕਢਾ ਲਾ, ਜਾਂ ਤੂੰ ਐਂ ਕਰਦੇ। ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਹੀਂ ਦੱਸ ਸਕਦੇ, ਨਾ ਹੀ ਕੈਨੇਡਾ ਦੇ ਲਾਇਰਸ ਦੱਸ ਸਕਦੇ ਆ। ਠੀਕ ਹੈ ਜੀ। ਈਵਨ ਲਾਇਰਸ ਵੀ ਨਹੀਂ ਤੁਹਾਨੂੰ ਗਾਈਡ ਕਰ ਸਕਦੇ ਵੀ ਕੇਸ ਜਿੱਤਣ ਵਾਸਤੇ ਤੂੰ ਆਹ ਕਰ ਲਾ। ਨੋ, ਇਟਸ ਨਾਟ ਅਲਾਉਡ ਇਨ ਕੈਨੇਡਾ। ਠੀਕ ਹੈ ਜੀ। ਲਓ ਜੀ, ਦੇਖਦੇ ਆ ਫਿਰ ਹੁਣ ਕੌਣ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜਾ ਚੁੱਕੇ ਹੋ ਜੀ? ਹੈਲੋ ਜੀ। ਹੈਲੋ ਜੀ ਭਾਈ ਸਾਹਿਬ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਦੋ ਚੀਜ਼ਾਂ ਨੇ ਜੀ ਇਹਦੇ 'ਚ। ਇੱਕ ਤਾਂ ਜਿਹੜਾ ਸੋਸ਼ਲ ਵਰਕਰ ਹੈਗਾ ਆਪਣੇ, ਜਿਸ ਤਰ੍ਹਾਂ ਹੋਮਿਓਪੈਥੀ ਦਾ, ਥੋੜਾ ਆਵਾਜ਼ ਵਧਾਇਓ ਜੀ ਆਪਣੀ, ਤੁਸੀਂ ਉੱਚੀ ਬੋਲੋ। ਪਹਿਲਾਂ ਵੀ ਹਾਂ ਵੀ ਕੀ ਬਿਮਾਰੀ ਹੈ ਜਾਂ ਕਿੱਦਾਂ, ਫਿਰ ਕਾਫੀ ਖੋਜ ਤੋਂ ਬਾਅਦ ਦਵਾਈ ਦਿੰਦਾ ਜੀ। ਭਾਈ ਸਾਹਿਬ, ਜੇ ਤੁਹਾਡੀ ਸਾਨੂੰ ਗੱਲ ਨਾ ਸਮਝ ਆਈ, ਤੁਹਾਡੇ ਬੋਲਣ ਦਾ ਕੋਈ ਫਾਇਦਾ ਨਹੀਂ। ਅੱਛਾ ਜੀ, ਥੋੜਾ ਉੱਚੀ ਬੋਲਿਓ। ਅੱਛਾ, ਠੀਕ ਹੈ। ਉਹ ਗੱਲ ਇਹ ਹੈ ਜੀ ਕਿ ਕਈ ਵਾਰ ਕੀ ਹੁੰਦਾ, ਪ੍ਰੋਬਲਮ ਉੱਥੇ ਆਉਂਦੀ ਆ ਕਿ ਜਦੋਂ ਪੂਰੀ ਜਿਹੜਾ ਸੋਸ਼ਲ ਵਰਕਰ ਆ ਉਸ ਗੱਲ ਦੀ ਮਤਲਬ ਤਹਿ ਤੱਕ ਨਹੀਂ ਜਾਂਦਾ, ਤੇ ਉਹ ਆਪਣਾ ਪ੍ਰੋਸੈਸ ਜਿਹੜਾ ਹੈਗਾ ਉਹ ਸਟਾਰਟ ਕਰ ਦਿੰਦਾ, ਤੇ ਉੱਥੇ ਪ੍ਰੋਬਲਮ ਆਉਂਦੀ ਆ। ਤੇ ਇਹ ਦੋ ਕੇਸਾਂ ਬਾਰੇ ਮੈਂ ਵੀ ਜਾਣਦਾ, ਇਹ ਜਿਹਾ ਬਾਰੇ। ਠੀਕ ਹੈ ਜੀ, ਤੁਸੀਂ ਕੇਸ ਦਾ ਹਵਾਲਾ ਹੁਣ ਭਾਵੇਂ ਨਾ ਦਿਓ, ਪਰ ਗੱਲ ਅਸੀਂ ਸਮਝ ਗਏ ਹਾਂ ਕਿ ਸਾਰੇ ਸੋਸ਼ਲ ਵਰਕਰ ਜਿਹੜੇ ਇੱਕੋ ਜਿਹੇ ਕੁਆਲੀਫਾਈਡ ਨਹੀਂ ਹੋ ਸਕਦੇ, ਹੋ ਸਕਦਾ ਕਈਆਂ ਦੇ ਵਿੱਚ ਕਮੀ ਹੋਵੇ। ਆਪਾਂ ਪੁੱਛਦੇ ਹਾਂ ਇਹਨਾਂ ਨੂੰ। ਤੇ ਤੁਸੀਂ ਤਾਂ ਜੀ ਆਪਣੇ ਆਪ ਦੇ ਵਿੱਚ ਤੁਹਾਡਾ ਬਹੁਤ ਤਜਰਬਾ ਹੋ ਸਕਦਾ, ਬੜੀ ਤੁਹਾਡੀ ਕੁਆਲੀਫਿਕੇਸ਼ਨ ਆ, ਪਰ ਹੋ ਸਕਦਾ ਤੁਹਾਡੇ ਨਾਲ ਜਿਹੜੀ ਤੁਹਾਡੀ ਟੀਮ ਦੇ ਵਿੱਚ ਬੰਦੇ ਸਾਰੇ ਇੱਕੋ ਜਿਹੇ ਉੱਦਾਂ ਦੇ ਨਾ ਹੋਣ, ਕੋਈ ਨੁਕਸਾਨ ਵੀ ਕਰ ਸਕਦੇ ਆ। ਓਕੇ, ਸੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਇਹ ਰੈਗੂਲੇਟਡ ਪ੍ਰੋਫੈਸ਼ਨ ਆ। ਹਾਂਜੀ, ਜਿਵੇਂ ਨਰਸਾਂ ਰੈਗੂਲੇਟਡ ਆ, ਸਕਾਇਟਰਿਸਟ ਆ, ਡਾਕਟਰਸ ਆ, ਇੰਜੀਨੀਅਰਸ ਆ, ਇਹ ਰੈਗੂਲੇਟਡ ਪ੍ਰੋਫੈਸ਼ਨ ਆ, ਜਾਨੀ ਇਹਨਾਂ ਨੂੰ ਸੀਲ ਮਿਲਦੀ ਆ ਤੇ ਇਹਨਾਂ ਦੀ ਜੇ ਕੋਈ ਇਹ ਗਲਤ ਕੰਮ ਕਰਨ ਤਾਂ ਉਹਨਾਂ ਦੀ ਸੁਣਵਾਈ ਹੁੰਦੀ ਆ। ਇਸੇ ਤਰ੍ਹਾਂ ਹੀ ਸੋਸ਼ਲ ਵਰਕਰ ਆ। ਜਿਹੜੀਆਂ ਆਰਗੇਨਾਈਜੇਸ਼ਨ ਜਿਵੇਂ ਸਾਡੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਆ, ਇਹ
ਇੱਕ ਤਾਂ ਪਹਿਲਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇਹਨੂੰ ਮਾਨਤਾ ਦਿੱਤੀ ਹੈ ਤੇ ਇਸ ਕਰਕੇ ਸਾਨੂੰ ਫੰਡਿੰਗ ਮਿਲਦੀ ਆ ਜੀ। ਦੂਸਰੀ ਇਹ ਅਕ੍ਰੈਡਿਟਡ ਆਰਗੇਨਾਈਜੇਸ਼ਨ ਹੈ। ਅਕ੍ਰੈਡਿਟੇਸ਼ਨ ਦਾ ਮਤਲਬ ਆ ਇੱਕ ਇੰਟਰਨੈਸ਼ਨਲ ਬੋਡੀ, ਜਿਵੇਂ ਬਿਜ਼ਨਸ ਦੇ ਤਾਂ ਬਾਹਰ ਲਿਖਿਆ ਹੁੰਦਾ ਨਾ ISO 9000, ਸਾਡੀ ਵੀ ਅਕ੍ਰੈਡਿਟਡ ਆਰਗੇਨਾਈਜੇਸ਼ਨ ਆ। ਕਿਸੇ ਨੇ ਆ ਕੇ ਸਾਡੇ ਪ੍ਰੋਗਰਾਮ ਚੈੱਕ ਕੀਤੇ ਆ। ਅੱਛਾ ਜੀ। ਸਾਡਾ ਸਟਾਫ ਚੈੱਕ ਕੀਤਾ, ਉਹਨਾਂ ਦੇ ਨਾਲ ਅਸੀਂ ਨਹੀਂ ਕਹਿ ਸਕਦੇ ਵੀ ਸਾਡਾ ਜਿਹੜਾ ਸਟਾਫ ਆ ਬੜਾ ਕੁਆਲੀਫਾਈਡ ਆ, ਉਹਦੀ ਕੋਈ ਮਾਨਤਾ ਨਹੀਂ ਗੀ। ਅੱਛਾ। ਇਹ ਤਾਂ ਬਾਹਰੋਂ ਬਾਡੀ ਆਉਂਦੀ ਆ, ਉਹ ਸਾਡੇ ਸਟਾਫ ਨੂੰ ਇੰਟਰਵਿਊ ਕਰਦੀ ਆ ਔਰ ਉਹ ਬੈਠਦੀ ਆ ਔਰ ਉਹ ਦੇਖਦੀ ਆ ਬਈ ਇਹਨਾਂ ਨੇ ਜਿਹੜੀ ਅਸੈਸਮੈਂਟ ਕੀਤੀ ਆ ਉਹ ਸਹੀ ਆ ਕਿ ਨਹੀਂ। ਹਾਂ, ਇਹ ਹੋ ਸਕਦੀਆਂ ਕਿ ਕੁਝ ਆਰਗੇਨਾਈਜੇਸ਼ਨਸ ਅਕ੍ਰੈਡਿਟਡ ਨਾ ਹੋਣ, ਓਕੇ, ਠੀਕ ਹੈ, ਔਰ ਹੁਣ ਵੀ ਉਹ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਰਵ ਕਰਦੀਆਂ। ਇਹ ਹੋ ਸਕਦਾ ਕਿ ਕੁਝ ਆਰਗੇਨਾਈਜੇਸ਼ਨਸ ਹੋਣ ਅਕ੍ਰੈਡਿਟਡ ਨਾ ਹੋਣ, ਪਰ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਇਸ ਕਰਕੇ ਮੈਂ ਬਹੁਤ ਜ਼ੋਰ ਦਿੱਤਾ ਕਿ ਆ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਵੀ ਸੋਸ਼ਲ ਵਰਕਰ ਨੇ ਗਲਤ ਸਲਾਹ ਦੇਤੀ, ਸੋਸ਼ਲ ਵਰਕਰ ਨੇ ਸਾਡਾ ਘਰ ਤਬਾਹ ਕਰਤਾ, ਸੋਸ਼ਲ ਵਰਕਰ ਨੇ ਆਹ ਕਰਤਾ, ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਅਸੀਂ ਬਹੁਤ ਮਿਹਨਤ ਕੀਤੀ ਕਿ ਅਸੀਂ ਇੱਕ ਬੋਡੀ ਸੱਦੀਏ ਜਿਹੜੀ ਸਾਨੂੰ ਅਕ੍ਰੈਡਿਟ ਕਰੇ, ਸੀਲ ਲਾਵੇ, ਔਰ ਹਰ ਇੱਕ 3 ਸਾਲ ਬਾਅਦ ਸਾਡੀ ਅਕ੍ਰੈਡਿਟੇਸ਼ਨ ਰਿਨਿਊ ਹੁੰਦੀ ਆ। ਠੀਕ ਹੈ। ਸੋ ਇਹਦਾ ਮਤਲਬ ਹੈਗਾ ਕਿ ਇਹ ਟਰੂ ਹੋ ਸਕਦਾ ਕਿ ਕੁਝ ਐਸੀਆਂ ਆਰਗੇਨਾਈਜੇਸ਼ਨ ਹੋਣ ਜਿਹੜੀਆਂ ਬਹੁਤ ਛੋਟੀਆਂ ਜਿਹੀਆਂ ਹੋਣ, ਜਿਹਦੇ ਬੰਦੇ ਹੀ 2 ਹੋਣ, ਐਵੇਂ ਉਹਨਾਂ ਨੂੰ ਫੰਡਿੰਗ ਥੋੜੀ ਜਿਹੀ ਮਿਲਦੀ ਹੋਵੇ। ਇਹ ਹੋ ਸਕਦਾ ਕਿ ਉਹਨਾਂ ਕੋਲੇ ਵਿਚਾਰਿਆਂ ਕੋਲੇ ਥੋੜੇ ਜਿਹੇ ਪੈਸੇ ਹੋਣ, ਉਹਨਾਂ ਨੇ ਪ੍ਰੋਫੈਸ਼ਨਲ ਹਾਇਰ ਨਾ ਕਰ ਸਕਦੇ ਹੋਣ ਜਿਨ੍ਹਾਂ ਦੀਆਂ ਡੈਜ਼ਿਗਨੇਸ਼ਨਸ ਹੋਣ, ਤੇ ਉਹਨਾਂ ਨੇ ਥੋੜਾ ਜਿਹਾ ਸਿੱਖ ਕੇ ਤੇ ਉਹਨਾਂ ਨੇ ਆਪਣੇ ਆਪ ਨੂੰ ਸੋਸ਼ਲ ਵਰਕਰ ਕਹਿਣ ਲੱਗ ਗਏ। ਇਹ ਹੋ ਸਕਦਾ, ਪਰ ਜਿਹੜੀਆਂ ਰੈਪਿਊਟੇਬਲ ਆਰਗੇਨਾਈਜੇਸ਼ਨਸ ਹੈਗੀਆਂ, ਜਿਵੇਂ ਗੋਰਿਆਂ ਦੀਆਂ ਵੀ ਹੈਗੀਆਂ, ਜਿਵੇਂ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਆ, ਬੜੀਆਂ ਰੈਪਿਊਟੇਬਲ ਆਰਗੇਨਾਈਜੇਸ਼ਨਸ ਆ। ਇਸੇ ਤਰ੍ਹਾਂ ਸਾਡੀ ਆਰਗੇਨਾਈਜੇਸ਼ਨ ਆ, ਅਸੀਂ ਹੈਲਥ ਸਰਵਿਸ ਪ੍ਰੋਵਾਈਡਰ ਆ, ਸਾਡਾ ਮੈਂਟਲ ਹੈਲਥ ਐਕਟ ਦੇ ਵਿੱਚ ਨਾਂ ਲਿਖਿਆ ਹੋਇਆ ਐਜ਼ ਏ ਹੈਲਥ ਸਰਵਿਸ ਪ੍ਰੋਵਾਈਡਰ। ਸੋ ਇਹਦਾ ਮਤਲਬ ਹੈਗਾ ਕਿ ਅਸੀਂ ਉਹ ਬੜੀ ਮਿਹਨਤ ਤੋਂ ਬਾਅਦ ਮਿਲਦਾ, ਐਵੇਂ ਨਹੀਂ ਉਹ ਤੁਹਾਨੂੰ ਅਕ੍ਰੈਡਿਟਡ ਕਰ ਦਿੰਦੇ। ਮਤਲਬ ਕਹਿੰਦਾ ਵੀ ਜੇ ਤੁਸੀਂ ਗਲਤ ਜਗ੍ਹਾ ਤੇ ਚੱਲ ਗਏ ਆ, ਉੱਥੇ ਤੁਹਾਡਾ ਨੁਕਸਾਨ ਹੋ ਗਿਆ, ਤੁਸੀਂ ਰੈਗੂਲੇਟਡ ਤੇ ਅਕਾਊਂਟੇਬਲ ਆਰਗੇਨਾਈਜੇਸ਼ਨ ਦੇ ਕੋਲ ਜਾਓ, ਹੈ ਨਾ ਜੀ। ਤੇ ਤਦ ਫਿਰ ਜਿਹੜਾ ਆ ਵੀ ਜੇ ਬਾਅਦ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਇਸ ਕਿਸਮ ਦਾ ਉਹ ਤੁਹਾਡੇ ਨਾਲ ਤੁਹਾਨੂੰ ਤਸੱਲੀ ਬਖਸ਼ ਸਰਵਿਸਿਜ਼ ਨਹੀਂ ਮਿਲੀਆਂ, ਤੇ ਉਸ ਦੀ ਵੀ ਅਕਾਊਂਟੇਬਿਲਿਟੀ ਹੁੰਦੀ ਆ। ਸਾਡੇ ਕੋਲ ਦੇਖਦੇ ਹਾਂ ਹੁਣ ਕੌਣ ਨੇ। ਹੈਲੋ, ਅੱਗੇ ਚੱਲੀਏ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਜਸਵਿੰਦਰ ਰਾਏ ਬੋਲਦਾ ਜੀ, ਬ੍ਰੈਂਟਫੋਰਡ ਤੋਂ। ਜੀ ਰਾਏ ਸਾਹਿਬ, ਜੀ ਆਇਆਂ ਨੂੰ। ਹਾਂਜੀ ਭਾਜੀ, ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਸੁਣੀਦਾ। ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਪ੍ਰੋਗਰਾਮ 'ਚ ਆਏ, ਪਹਿਲੀ ਗੱਲ ਤੇ ਧੰਨਵਾਦ ਤੁਹਾਡਾ। ਦੱਸੋ ਜੀ। ਹਾਂਜੀ ਭਾਜੀ, ਲੇਕਿਨ ਮੇਰਾ ਜਿਹੜਾ ਮਸਲਾ ਵਾ ਇੱਥੇ, ਮਸਲਾ ਟੋਟਲੀ ਡਿਫਰੈਂਟ ਹੈ ਇੱਥੇ। ਟਿਊਟਰ, ਤੁਹਾਡਾ ਮਸਲਾ ਕੀ ਹੈ? ਮੇਰਾ ਮਸਲਾ ਟੋਟਲੀ ਡਿਫਰੈਂਟ ਹੈ। ਮੇਰੇ ਇਹਨਾਂ ਇੱਥੇ ਬੱਚੇ ਖੇਡਣ ਗਏ ਸੀਗੇ ਸਕੂਲ ਦੇ ਵਿੱਚ। ਅੱਛਾ ਜੀ। ਉਹਦੇ ਜਵਾੜ ਦੇ ਉੱਤੇ ਕਿਸੇ ਨੇ ਸੱਟ ਮਾਰੀ ਜੀ। ਉਹ ਸੀਗਾ ਬੰਦਾ 30-32 ਸਾਲ ਦਾ। ਟੋਟਲੀ ਕੀ ਕਹਿ ਸਕਦੇ ਨੂੰ ਭਾਜੀ, ਲਾਈਕ ਬਈ ਉਹ ਲਾਈਕ ਬਈ ਅਨਨੋਇੰਗ। ਤੇ ਉਹਦੇ ਵਿੱਚ ਭਾਜੀ ਇੱਥੇ ਰਿਪੋਰਟ ਲਿਖਾਉਣ ਦੀ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਕਰਨੀ ਹੈ ਪੁਲਿਸ ਸਟੇਸ਼ਨ ਤੇ। ਮੈਨੂੰ ਤੁਹਾਡੀ ਗੱਲ ਇੱਕ ਤਾਂ ਬਹੁਤ ਤੁਸੀਂ ਹੌਲੀ ਬੋਲ ਰਹੇ ਆ। ਹਾਂਜੀ ਭਾਜੀ, ਸਵਾਲ ਕੀ ਹੈ ਤੁਹਾਡਾ? ਸਵਾਲ ਮੇਰਾ ਇਹ ਆ ਪਹਿਲੇ ਕਿ ਡਿਸਕ੍ਰਿਮੀਨੇਸ਼ਨ ਦਾ ਸਵਾਲ ਹੈ। ਅੱਛਾ ਜੀ। ਆਪਣੀ ਕਮਿਊਨਿਟੀ ਦੇ ਨਾਲ ਡਿਸਕ੍ਰਿਮੀਨੇਸ਼ਨ ਦਾ ਸਵਾਲ ਹੈ। ਓਕੇ, ਪੁਲਿਸ ਸਟੇਸ਼ਨ ਤੇ ਤੁਹਾਡੀ ਰਿਪੋਰਟ ਨਹੀਂ ਲਿਖੀ, ਇਹ ਕਹਿਣਾ ਚਾਹੁੰਦੇ ਆ? ਪੁਲਿਸ ਸਟੇਸ਼ਨ ਨੇ ਰਿਪੋਰਟ ਲਿਖੀ, ਹਾਂ, ਪਰ ਲਾਈਕ 3 ਹਫ਼ਤੇ ਹੋ ਗਏ। ਉਸ ਬੰਦੇ ਦਾ ਨਾਮ ਦੱਸਿਆ ਗਿਆ ਵੀ ਕੌਣ ਬੰਦਾ ਉਹ, ਤੇ ਕਿੱਥੇ ਰਹਿ ਰਿਹਾ ਉਹ। ਠੀਕ ਹੈ ਜੀ। ਠੀਕ ਹੈ ਜੀ, ਓਕੇ। ਉਹਦੇ ਵਿੱਚ ਕੋਈ ਕਮਿਊਨੀਕੇਸ਼ਨ ਨਹੀਂ ਹੋ ਰਹੀ ਉਹਦੇ ਲਈ ਪੁਲਿਸ ਵਾਲੇ ਨਾਲ, ਕੋਈ ਮਤਲਬ ਹੁਣ ਤੇ ਕਿੱਥੇ ਸਾਡੇ ਭਾਜੀ, ਮੈਂ ਗੁਰਦੁਆਰਾ ਮੀਤ ਤੇ ਪ੍ਰਧਾਨ ਹਾਂ ਇੱਥੇ ਗੁਰਦੁਆਰਾ ਦਾ। ਠੀਕ ਹੈ ਜੀ, ਬ੍ਰੈਂਟਫੋਰਡ ਹੈ। ਹਾਂਜੀ ਭਾਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ। ਤੁਸੀਂ ਇੱਕ ਤਾਂ ਮੁੱਟਾ ਸਾਹਿਬ ਨੂੰ ਦਫ਼ਤਰ ਫੋਨ ਕਰਿਓ, ਇੱਕ ਤੁਹਾਨੂੰ ਅਸੀਂ ਇਹ ਵੀ ਦੱਸ ਦਿੰਦੇ ਹਾਂ ਜੀ, ਵੈਸੇ ਸਾਡੀ ਕਮਿਊਨਿਟੀ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਹੋਰ ਵੀ ਕਿਉਂਕਿ ਸਾਡੇ ਉੱਥੇ ਪੰਜਾਬ ਦੇ ਵਿੱਚ ਹੁੰਦਾ ਵੀ ਪੁਲਿਸ ਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹਨੇ ਆਹ ਕੀਤਾ, ਉਹ ਫਟਾਫਟ ਉਹਦੀ ਫੈਂਟੀ ਲਾਉਣ ਲੱਗ ਪੈਂਦੇ ਆ ਵੀ ਫਟਾਫਟ, ਮਤਲਬ ਉਹਨਾਂ ਨੂੰ ਲੱਗਦਾ ਵੀ ਪੁਲਿਸ ਨੇ ਕੁਛ ਕੀਤਾ। ਹੁਣ ਇੱਥੇ ਪੁਲਿਸ ਆਪਣੀ ਤਕਨੀਕ ਨਾਲ ਕੰਮ ਕਰਦੀ ਹੈ। ਇੱਥੇ ਟੋਰਾਂਟੋ ਦੇ ਵਿੱਚ 3-4 ਹਫ਼ਤਿਆਂ 'ਚ 3-4 ਕਾਰਾਂ ਚੋਰੀ ਕਰ ਲਈਆਂ ਪੰਜਾਬੀ ਬੰਦੇ ਨੇ, ਪੰਜਾਬੀਆਂ ਦੀਆਂ ਹੀ ਉਹ ਕਾਰਾਂ ਚੋਰੀ ਕਰਦਾ। ਦੇਖੋ ਕੈਨੇਡਾ ਦੇ ਵਿੱਚ ਕਿਹੜੇ ਕੰਮ ਕਰਨ ਆਇਆ ਹੋਇਆ। ਹੁਣ ਉਹਨਾਂ ਦੀਆਂ ਜਿਨ੍ਹਾਂ ਦੀਆਂ ਮੁੱਟਾ ਸਾਹਿਬ ਕਾਰਾਂ ਚੋਰੀ ਹੋਈਆਂ, ਉਹਨਾਂ ਨੂੰ ਲੱਗਦਾ ਵੀ ਪੁਲਿਸ ਨੂੰ ਅਸੀਂ ਸੱਦਦੇ ਹਾਂ, ਸਾਰਾ ਕੁਛ ਅਸੀਂ ਦੱਸਦੇ ਹਾਂ, ਪਰ ਪੁਲਿਸ ਕੁਛ ਕਰਦੀ ਨਹੀਂ ਗੀ।
ਜਦੋਂ ਆਪਾਂ ਪੁਲਿਸ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਜੀ ਕਿ ਅਸੀਂ ਆਪਣੀ ਟੈਕਨੀਕ ਦੇ ਨਾਲ ਆਪਣਾ ਕੰਮ ਕਰ ਰਹੇ ਹਾਂ। ਹੁਣ ਇਹ ਭਾਈ ਸਾਹਿਬ ਨੇ ਵੀ ਆਪਣੀ ਰਿਪੋਰਟ ਲਿਖਾਈ ਹੋਈ ਆ, ਇਹਨਾਂ ਨੂੰ ਲੱਗਦਾ ਵੀ ਪੁਲਿਸ ਕੁਛ ਕਰਦੀ ਨਹੀਂ, ਤੁਹਾਡਾ ਕੀ ਖਿਆਲ ਆ? ਜੀ ਸੀ ਸਰਟਨ ਜਿਹੜੀਆਂ ਪ੍ਰੋਸੈਸਿਸ ਆ, ਉਹ ਪ੍ਰੋਸੈਸਿਸ ਇਹ ਹੈਗੇ ਆ ਕਿ ਹਰ ਇੱਕ ਪ੍ਰੋਫੈਸ਼ਨ ਨੇ ਆਪਣਾ ਇੱਕ ਆਪਰੇਸ਼ਨਲ ਮੈਨੂਅਲ ਬਣਾਇਆ ਹੁੰਦਾ। ਅੱਛਾ ਜੀ। ਤੁਸੀਂ ਉਹਦੇ ਚੋਂ ਬਾਹਰ ਨਹੀਂ ਜਾਣ ਦਿੰਦੇ, ਨਾ ਪੁਲਿਸ ਅਫਸਰ ਨੂੰ, ਨਾ ਸੋਸ਼ਲ ਵਰਕਰ ਨੂੰ। ਇਸੇ ਕਰਕੇ ਹੀ ਤੁਸੀਂ ਦੇਖੋਗੇ ਕਿ ਜਿਹੜਾ ਹਸਪੀਟਲ ਦਾ ਡਾਕਟਰ ਆ ਐਮਰਜੈਂਸੀ ਦਾ, ਉਹਨਾਂ ਦੇ ਸਰਟਨ ਪ੍ਰੋਟੋਕੋਲਸ ਤੇ ਪ੍ਰੋਸੀਜਰਸ ਆ, ਉਹ ਆਪਣੇ ਪ੍ਰੋਟੋਕੋਲ ਤੇ ਪ੍ਰੋਸੀਜਰ ਤੋਂ ਇੱਧਰ ਉੱਧਰ ਨਹੀਂ ਹਿੱਲਦੇ, ਤਾਂ ਆਪਾਂ ਨੂੰ 10 ਘੰਟੇ ਲੱਗਦੇ ਆ। ਇੰਡੀਆ ਦੇ ਹਸਪੀਟਲ ਦੇ ਵਿੱਚ ਅਗਰ ਤੁਸੀਂ ਜਾਓ, ਇੰਨਾ ਟਾਈਮ ਨਹੀਂ ਲੱਗਣਾ ਜਿੰਨਾ ਇੱਥੇ ਲੱਗਦਾ। ਕਿਉਂ? ਕਿਉਂਕਿ ਉਹਨਾਂ ਦੇ ਸਰਟਨ ਪ੍ਰੋਸੈਸਿਸ ਆ ਵੀ ਤੁਸੀਂ ਪਹਿਲਾਂ ਆਹ ਕਰੋਗੇ, ਫਿਰ ਤੁਸੀਂ ਆਹ ਕਰੋਗੇ, ਚਾਹੇ ਉਹਨੂੰ ਅੱਧਾ ਘੰਟਾ ਲੱਗ ਜਾਏ, 2 ਘੰਟੇ ਲੱਗ ਜਾਏ, ਉਹ ਕਹਿੰਦਾ ਸੌਰੀ ਮੇਰਾ ਟੈਸਟ ਨਹੀਂ ਆਇਆ, ਮੈਂ ਨਹੀਂ ਤੈਨੂੰ ਕੁਝ ਕਰਨਾ, ਬੈਠਾ ਰਹਿ ਇੱਥੇ। ਠੀਕ ਹੈ ਜੀ। ਆਹ ਜਿਹੜੀਆਂ ਚੀਜ਼ਾਂ ਇਹ ਆਪਾਂ ਨੂੰ ਸਮਝਣੀਆਂ ਚਾਹੀਦੀਆਂ ਵੀ ਇੱਥੇ ਦਾ ਜਿਹੜਾ ਸਿਸਟਮ ਆ ਟੋਟਲੀ ਡਿਫਰੈਂਟ ਆ। ਇੱਥੇ ਬੜੀ ਪੇਸ਼ੈਂਸ ਡਿਮਾਂਡ ਕਰਦਾ ਵੀ ਤੁਸੀਂ ਕੋਈ ਗਲਤ ਨਾ ਕਰੋ। ਜੇ ਹੁਣ ਪੁਲਿਸ ਵਾਲਾ ਕੋਈ ਗਲਤੀ 'ਚ ਕਾਹਲੀ 'ਚ ਕੁਝ ਗਲਤ ਕਰ ਗਿਆ ਤਾਂ ਉਹ ਜੀ ਜੱਜ ਨੇ ਕਹਿ ਦੇਣਾ ਵੀ ਸੌਰੀ ਯੂ ਡਿਡਨਟ ਡੂ ਯੂਰ ਜੌਬ, ਤੈਨੂੰ ਆਪਰੇਸ਼ਨਲ ਮੈਨੂਅਲ 'ਚ ਤੂੰ ਫਾਲੋ ਹੀ ਨਹੀਂ ਕਰ ਰਿਹਾ, ਸੋ ਆਈ ਡੋਂਟ ਐਕਸੈਪਟ ਦੈਟ ਯੂ ਆਰ ਅ ਪ੍ਰੋਫੈਸ਼ਨਲ, ਕੇਸ ਡਿਸਮਿਸਡ। ਸੋ ਇਹ ਕਹਿ ਲਓ ਕਿ ਕੰਪਲੇਨੈਂਟ ਦਾ ਕੰਮ ਕੰਪਲੇਂਟ ਕਰਨਾ ਆ ਜੀ, ਹਾਂਜੀ, ਬਾਕੀ ਕੰਮ ਜਿਹੜਾ ਪੁਲਿਸ ਨੇ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ। ਐਗਜ਼ੈਕਟਲੀ। ਸੋ ਇਸ ਕਰਕੇ ਜੀ ਤੁਸੀਂ ਇਸ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ ਕਿ ਆਪਣੇ ਸਿਸਟਮ ਦੇ ਵਿੱਚ, ਆਪਣੇ ਮੈਨੂਅਲ ਦੇ ਵਿੱਚ ਉਹਨਾਂ ਨੇ ਆਪਣੀ ਡਿਊਟੀ। ਇੱਕ ਚੀਜ਼ ਮੈਂ ਹੋਰ ਦੱਸ ਸਕਦਾ, ਅਗਰ ਇਹਨਾਂ ਨੂੰ ਲੱਗਦਾ ਕਿ ਵਾਕਿਆ ਹੀ ਉਹਨਾਂ ਨੇ ਕੁਝ ਨਹੀਂ ਕੀਤਾ, ਪੁਲਿਸ ਦੇ ਅਗੇਂਸਟ ਤੁਸੀਂ ਕੰਪਲੇਂਟ ਕਰ ਸਕਦੇ ਹੋ। ਠੀਕ ਹੈ ਜੀ। ਉਹਨਾਂ ਦਾ ਪ੍ਰੋਸੈਸ ਹੁੰਦਾ, ਤੁਸੀਂ ਬੜਾ ਫਾਰਮਲ ਤੁਸੀਂ ਕੰਪਲੇਂਟ ਕਰੋ, ਉਹਨਾਂ ਦਾ ਸੁਪੀਰੀਅਰ ਆਫੀਸਰ ਉਹਨੂੰ ਕਰੂਗਾ ਵੀ ਤੂੰ ਕਰਦਾ ਕੀ ਆ, ਤੇਰੀਆਂ ਕੰਪਲੇਂਟਸ ਆ ਗਈਆਂ, ਵਾਟ ਹੈਵ ਯੂ ਡਨ, ਤੇ ਤੂੰ ਇਨਫਾਰਮ ਕਿਉਂ ਨਹੀਂ ਕਰਦਾ, ਜਾ ਇਨਫਾਰਮ ਕਰੋ ਉਹਨਾਂ ਨੂੰ। ਚਲੋ ਜੀ, ਪਲੀਜ਼ ਕੰਪਲੇਨ ਅਗਰ ਤੁਹਾਨੂੰ ਲੱਗਦਾ। ਲਾਈਨਾਂ ਤੇ ਦੇਖੋ ਜੀ, ਸਾਡੇ ਕੋਲ ਸਰੋਤੇ ਦਰਸ਼ਕ ਆਏ ਹੋਏ ਆ, ਪਰ ਜਸਪ੍ਰੀਤ ਰੰਧਾਵਾ ਕਹਿ ਰਿਹਾ ਕਿ ਹੁਣ ਸਮਾਂ ਬਾਕੀ ਨਹੀਂ ਹੈ। ਇੱਕ ਤੇ ਅਸੀਂ 2-3 ਗੱਲਾਂ ਅਜੇ ਹੋਰ ਕਰਨੀਆਂ ਜੀ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜ਼ਰੂਰ ਅਸੀਂ ਮੁੱਟਾ ਸਾਹਿਬ ਦਾ ਮੈਸੇਜ ਵੀ ਲੈਣਾ ਚਾਹੁੰਦੇ ਹਾਂ ਕਿ ਇਹ ਆਪਣੇ ਵੱਲੋਂ ਖਾਸ ਤੌਰ ਤੇ ਇਹ ਅਨਇੰਪਲੋਇਡ ਪਰਸਨ ਦੇ ਵਿੱਚ ਜੇ ਮੈਂਟਲ ਹੈਲਥ ਦੇ ਇਸ਼ੂ ਗਰੋ ਅਪ ਹੋ ਰਹੇ ਆ, ਤੇ ਉਸ ਦੇ ਬਾਰੇ 'ਚ ਤੁਸੀਂ ਆਪਣੇ ਵੱਲੋਂ ਸੁਜੈਸ਼ਨ ਆਪਣੀ ਦਿਓ ਜੀ। ਇੱਕ ਤਾਂ ਸਤਪਾਲ ਜੀ ਬੜਾ ਸਿੰਪਲ ਹੈਗਾ ਕਿ ਚਾਹੇ ਕੋਈ ਵੀ ਆ, ਚਾਹੇ ਉਹ ਅਨਇੰਪਲੋਇਡ ਆ, ਚਾਹੇ ਉਹ ਨਹੀਂ ਅਨਇੰਪਲੋਇਡ, ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਬਿਹੇਵੀਅਰ ਉਹ ਨਹੀਂ ਰਿਹਾ ਜਿਹੜਾ ਤੁਹਾਡਾ ਪਹਿਲਾਂ ਸੀਗਾ, ਪਲੀਜ਼ ਤੁਸੀਂ ਆਪਣੇ ਫੈਮਿਲੀ ਡਾਕਟਰ ਤੋਂ ਜਾ ਕੇ ਹੈਲਪ ਲੈ ਲਓ। ਅੱਛਾ ਜੀ। ਫੈਮਿਲੀ ਡਾਕਟਰ ਕੋਲੇ, ਕਿਸੇ ਕੋਲੇ ਨਾ ਜਾਓ, ਫੈਮਿਲੀ ਡਾਕਟਰ ਕੋਲੇ ਜਾਓ। ਅਗਰ ਉਹ ਬੰਦਾ ਖੁਦ ਆਪਣਾ ਕੇਪੇਬਲ ਨਹੀਂਗਾ ਡਿਸੀਜਨ ਕਰਨ ਦੇ ਵੀ ਮੈਂ ਫੈਮਿਲੀ ਡਾਕਟਰ ਦੀ ਜਾਵਾਂ, ਤਾਂ ਕੋਈ ਬੰਦਾ ਦੂਸਰਾ ਪਰਿਵਾਰ ਦਾ ਹੋਰ ਉਹਨਾਂ ਦੇ ਕੋਲੇ ਜਾ ਕੇ ਤੇ ਫੈਮਿਲੀ ਡਾਕਟਰ ਕੋਲ ਜਾ ਕੇ ਹੈਲਪ ਲੈ ਲੇ। ਸਾਨੂੰ ਫੋਨ ਕਰ ਸਕਦਾ, ਅਸੀਂ ਘਰ ਵੀ ਆ ਸਕਦੇ ਹਾਂ। ਅਗਰ ਸੀਵੀਅਰ ਕੇਸਿਸ ਦੇ ਵਿੱਚ ਸਾਡੇ ਜਾਣੇ ਅਸੀਂ 2 ਬੰਦੇ ਭੇਜਦੇ ਹਾਂ, ਅਸੀਂ ਘਰ ਜਾ ਕੇ ਵੀ ਤੁਹਾਡੀ ਅਸੈਸਮੈਂਟ ਕਰ ਸਕਦੇ ਹਾਂ, ਤੁਹਾਨੂੰ ਦੱਸ ਸਕਦੇ ਹਾਂ ਕਿ ਸਾਡੇ ਹਿਸਾਬ ਦੇ ਨਾਲ ਤੁਸੀਂ ਐਂ ਕਰ ਲਓ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਅਸੀਂ ਗਾਹੇ ਬਗਾਹੇ ਕੋਸ਼ਿਸ਼ ਕਰਾਂਗੇ ਕਿ ਇਹ ਬਲਦੇਵ ਮੋਟਾ ਹੋਣਾ ਦੇ ਨਾਲ ਇਹੋ ਜਿਹੇ ਇਸ਼ੂਜ਼ ਜੋ ਹਨ ਫਿਰ ਵਿਚਾਰਦੇ ਰਹੀਏ ਪ੍ਰੋਗਰਾਮਾਂ ਦੇ ਵਿੱਚ। ਹਾਲ ਦੀ ਘੜੀ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।